ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ ਮਹਾਂ ਤੁਹਾਡੀ ਹੋਸਟ ਅਨਿਲ ਮੁਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 26 ਜੂਨ 2025 12 ਹਾੜ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵੀਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵੈਲਕਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਓਕਲਹਾਮਾ ਤੋਂ ਸਰਦਾਰ ਗੁਰਚਰਨ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਕੰਮ ਦੀ ਸ਼ਲਾਘਾ ਕੀਤੀ ਹੈ ਔਰ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਵੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਗੁਰਚਰਨ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਚੀਨ ਵਿੱਚ ਹੋਏ SCO ਦੇ 2 ਰੋਜ਼ਾ ਸੰਮੇਲਨ ਵਿੱਚ ਭਾਰਤ ਬੁਰੀ ਤਰ੍ਹਾਂ ਅਲੱਗ ਥਲੱਗ ਹੋਇਆ ਹੈ ਔਰ SCO ਵੱਲੋਂ ਜਾਰੀ ਕੀਤੇ ਸਾਂਝੇ ਬਿਆਨ ਤੇ ਭਾਰਤ ਨੇ ਦਸਤਕ ਨਹੀਂ ਕੀਤੇ ਕਿਉਂਕਿ ਇਸ ਵਿੱਚ ਬਲੋਚਿਸਤਾਨ ਵਿੱਚ ਦਹਿਸ਼ਤਗਰਦੀ ਤਾਂ ਸ਼ਾਮਲ ਸੀ ਪਰ ਪਹਿਲਗਾਮ ਹਿੰਸਾ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੁਰਚਰਨ ਸਿੰਘ ਜਿਹੜੇ ਓਕਲਹੋਮਾ 'ਚ ਕਾਰੋਬਾਰ ਕਰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਪਿਛਲੇ ਵਰ੍ਹਿਆਂ ਦੇ ਵਿੱਚ ਹੀ ਕ੍ਰਿਸ਼ਮਾ ਹੋਇਆ ਹੈ ਕਿ ਅਮਰੀਕਾ ਦੀਆਂ ਉਹ ਸਟੇਟਾਂ ਜਿਨ੍ਹਾਂ ਨੂੰ ਬਿਲਕੁਲ ਡੀਪ ਸਾਊਥ ਕਿਹਾ ਜਾਂਦਾ ਸੀ, ਰੇਸਿਜ਼ਮ ਔਰ ਵਿਤਕਰੇ ਦੇ ਹਵਾਲੇ ਨਾਲ ਵੀ ਕਦੇ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਉੱਥੇ ਜਾ ਕੇ ਵੀ ਸਿੰਘ ਆਪਣੇ ਝੰਡੇ ਗੱਡਣਗੇ। ਉਹ ਓਕਲਹੋਮਾ ਹੋਏ, ਅਰਕੈਂਸਸ ਹੋਏ, ਮਿਸਿਸਿਪੀ ਹੋਏ, ਇਹਨਾਂ ਸਾਰਿਆਂ ਦੇ ਵਿੱਚ ਔਰ ਡੀਪ ਸਾਊਥ ਦੇ ਵਿੱਚ ਵੀ। ਪਰ ਹੁਣ ਅਸੀਂ ਦੇਖਦੇ ਹਾਂ ਵੀ ਚਾਰੇ ਪਾਸੇ ਅਮਰੀਕਾ ਦੀ ਕੋਈ ਐਸੀ ਸਟੇਟ ਨਹੀਂ ਹੈ ਜਿੱਥੇ ਸਿੰਘਾਂ ਨੇ ਜਾ ਕੇ ਝੰਡੇ ਨਹੀਂ ਗੱਡੇ। ਸਫਲ ਕਾਰੋਬਾਰੀ ਵੀ ਨੇ, ਹਰ ਥਾਂ ਗੁਰਦੁਆਰਾ ਸਾਹਿਬ ਵੀ ਤਾਮੀਰ ਕੀਤੇ ਨੇ। ਇਸੇ ਤਰ੍ਹਾਂ ਓਕਲਹੋਮਾ ਦੇ ਵਿੱਚ ਵੀ ਕਾਫੀ ਜਿਹੜਾ ਉਹ ਸਾਡੀ ਆਬਾਦੀ ਵਧੀ ਹੈ, ਗੁਰਦੁਆਰਾ ਸਾਹਿਬ ਵੀ ਸੁਭਾਇਮਾਨ ਹੈ ਔਰ ਸਾਡੇ ਵੀਰ ਗੁਰਚਰਨ ਸਿੰਘ ਜਿਹੜੇ ਟੀਵੀ 84 ਦੇ ਖੈਰ ਖੁਆਹ ਨੇ, ਖਾਲਿਸਤਾਨ ਦੇ ਝੰਡਾ ਬਰਦਾਰ ਨੇ, ਉਹ ਹਮੇਸ਼ਾ ਹੀ ਜਿਹੜਾ ਉਹ ਕੰਟਰੀਬਿਊਟ ਵੀ ਕਰਦੇ ਨੇ ਔਰ ਇਸ ਡੈਲਸ ਫੇਰੀ ਵੇਲੇ ਉਹਨਾਂ ਨੇ ਭਾਈ ਗੋਬਿੰਦਰ ਸਿੰਘ ਹੋਰਾਂ ਰਾਹੀਂ, ਸਰ ਸੁਰਿੰਦਰ ਸਿੰਘ ਗਿੱਲ ਰਾਹੀਂ ਜਿਹੜਾ ਉਹ ਕੰਟਰੀਬਿਊਟ ਕੀਤਾ ਹੈ। ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੇਖੋ, ਕਈ ਵਾਰ ਹੈ ਤਾਂ ਇਹਨਾਂ ਦੀ ਆਪਣੀ ਜਦੋਂ ਇਹ ਐਸਟਰੋਲੋਜੀ ਜਾਂ ਜੋਤਿਸ਼ ਨੂੰ ਬਹੁਤ ਹਕੀਕਤ ਬਣਾ ਕੇ ਪੇਸ਼ ਕਰਦੇ ਨੇ ਸਾਡੇ ਪੰਡਤ ਭਰਾ ਜਾਂ ਹਿੰਦੂ ਤਵੀ, ਤੇ ਫਿਰ ਉਸ ਦੇ ਵਿੱਚ ਆਮ ਤੇ ਜਦੋਂ ਕਿਸੇ ਦੇ ਵਿੱਚ ਕੋਈ ਨੈਗੇਸ਼ਨ ਚੱਲ ਰਹੀ ਹੋਏ ਤੇ ਉਹ ਤਾਂ ਇੱਕੋ ਜਿਹੀ ਲਾਈਨ 'ਚ ਕਹਿ ਦਿੰਦੇ ਨੇ ਕਿ ਵੀ ਸਿਤਾਰੇ ਗਰਦਸ਼ ਮੇਂ ਹੈ। ਕਿ ਪਰ ਇਹਨਾਂ 'ਚ ਜੇ ਇੱਕ ਤੋਂ ਬਾਅਦ ਇੱਕ ਜਿਹੜਾ ਉਹ ਮਾੜੀਆਂ ਘਟਨਾਵਾਂ ਵਾਪਰ ਰਹੀਆਂ ਹੋਣ ਲਗਾਤਾਰਤਾ ਨਾਲ, ਫਿਰ ਇਸ ਨੂੰ ਬ੍ਰਾਹਮਣਾਂ ਨੇ ਲਫ਼ਜ਼ ਸਾੜ ਸਤੀ ਕਿਹਾ ਹੋਇਆ ਕਿ ਵੀ ਸਾੜ ਸਤੀ ਬੈਠੀ ਹੈ। ਹੁਣ ਸਾੜ ਸਤੀ ਦਾ ਲਫ਼ਜ਼ ਪਤਾ ਨਹੀਂ ਕਿੱਥੋਂ ਕੱਢਿਆ, ਪਰ ਮਤਲਬ ਹੈ ਵੀ ਇੱਕ ਤੋਂ ਇੱਕ ਬਾਅਦ ਸਾੜਾ ਪੈ ਰਿਹਾ ਜਾਂ ਇੱਕ ਤੋਂ ਇੱਕ ਬਾਅਦ ਜਿਹੜਾ ਉਹ ਅੱਗ ਲੱਗ ਕੇ ਸੜ ਰਹੇ ਨੇ। ਪਰ ਮਤਲਬ ਉਹਦਾ ਇਹੀ ਹੁੰਦਾ ਹੈ ਕਿ ਵੀ ਹੁਣ ਡਾਊਨਫਾਲ ਚੱਲ ਰਿਹਾ ਹੈ ਜਾਂ ਇੱਕ ਤੋਂ ਬਾਅਦ ਇੱਕ ਚਪੇੜ ਪੈ ਰਹੀ ਹੈ ਔਰ ਕੋਈ
ਸੰਭਲਣ ਦਾ ਮੌਕਾ ਵੀ ਨਹੀਂ ਮਿਲ ਰਿਹਾ। ਸੋ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਜਦੋਂ ਤੁਸੀਂ 2014 ਦਾ ਪੀਰੀਅਡ ਦੇਖਦੇ ਹੋ, ਜਦੋਂ ਮੋਦੀ ਪਾਵਰ ਦੇ ਵਿੱਚ ਆਉਂਦਾ ਹੈ, ਕਿਸ ਹੰਕਾਰ ਦੇ ਨਾਲ ਮੋਹਨ ਭਾਗਵਤ ਦਿੱਲੀ ਦੇ ਵਿੱਚ ਉਸ ਵੇਲੇ RSS ਦਾ ਮੁਖੀ, ਅੱਜ ਵੀ ਉਹੀ ਹੈ RSS ਦਾ ਮੁਖੀ, दिल्ली प्रेस कॉन्फ्रेंस करके कहता है कि 1000 साल की गुलामी के बाद हिंदू राष्ट्र वापस जो है वो अपने उत्थान की ओर अब बढ़ेगा, कि भी राइज करेगा। और 1000 साल उन्होंने ईवन 47 तो लैके 2014 तक जिहदे च पटेल वर्गे जां डॉक्टर राजेंद्र प्रसाद वर्गे जां ईवन जिन्हें भारतीय जनसंघ फाउंड किया श्यामा प्रसाद मुखर्जी भी कैबिनेट सी, वो सारा पीरीयड भी उन्होंने गुलामी का पीरीयड ही लगता सी। उन्होंने लिए 2014 तो ही जिहड़ा है वो आज़ादी शुरू हुई 1000 साल के इतिहास बाद। और इस तरह यही गल कंगना रनौत जिहड़ी RSS की शो गर्ल है और खुल के नफरत नाल भरी हुई है, वो इशू सिखां दा होए मुसलमानां दा होए, हुण भी जे ममदानी दा न्यूयॉर्क दे विच मेयर दी रेस दे विच अगे वधिया तो उसका सब तो ज़्यादा पहला नफरत भरिया बयान है कि ममदानी भारती नहीं लगता, पाकिस्तानी लगता। सो उन्हें भी यही अड अड इंटरव्यूज़ दे विच कहा कि भारत की आज़ादी जिहड़ी है वो तो 2014 च मिली है। और इस सारे दे चलदे हैं और फिर मोदी दी कैबिनेट दे विच इस S जयशंकर जो विदेश मंत्री के तौर पर आया और बड़े दावे दे नाल कहा गया कि भी नेहरू ने फलां गलती की और नॉन अलाइन तो फलाना तो असीं हुण ਜਿਹੜਾ ਭਾਰਤ ਦੀ ਵਿਦੇਸ਼ ਨੀਤੀ ਨੂੰ ਨਵੇਂ ਸਿਰੇ ਤੋਂ ਘੜਾਂਗੇ। ਨਹਿਰੂ ਨੂੰ ਤਾਂ ਅੱਜ ਵੀ ਹਰ ਫੇਲਿਅਰ ਦੇ ਲਈ ਉਹ ਚੀਨ ਦੇ ਹਵਾਲੇ ਨਾਲ ਹੋਏ, ਜਦੋਂ 1962 ਦੇ ਵਿੱਚ ਭਾਰਤ ਪਾਕ ਜੰਗ ਹੋਈ ਤੇ 32000 ਸਕੁਅਰ ਕਿਲੋਮੀਟਰ ਏਰੀਆ ਜਿਹੜਾ ਅਕਸਾਈ ਚਾਹੁੰਦਾ ਸੀ, ਜ਼ਾਹਰ ਹੈ ਕਿ ਵੀ ਉਹ ਚੀਨ ਨੇ ਲਿਆ। और उन्होंने लैके हमेशा ही ये जड़ियां ने तोहमतां लाउंदे रहे कि भी ये जे किते साडी सरकार हुंदी जां RSS जां BJP हुंदी तो फिर असीं दसदे भी नेहरू ने सरैंडर कीता। सो इवें ही बाकी हर जिहड़ा इशू है उस दे उत्ते उन्होंने अपना प्राचीन भारत गौरव और दूसरा और S जयशंकर नूं भी उन्होंने जदों लियांदा, बेशक बड़ा एक्सपीरियंसड फॉरन सर्विस का डिप्लोमैट सी, 3 जनरेशन उसका प्यो भी और दादा भी फॉरन सर्विस और चाइनीज़ बोलने वाला और डिप्लोमैटिक टब्बर 3 जनरेशन जो जिवें लीडर दी 3 जनरेशन होने तो जमदा ही लीडर है। सो उहदे लई तां इह सी कि भी ये बहुत फाइन डिप्लोमैट है। सो ये इवें लगा और ज़ाहिर है भी अजीत डोवाल जो मोदी पहली बार बनता है तो अजीत डोवाल नूं भी वो जिहड़ा IB चों और दूसरे चों रिटायर होया सी और उन्होंने नैशनल सिक्योरिटी च लियांदा और यही गल 2019 भी उसकी टर्म खत्म होने तो बाद भी और फिर 2024 च भी। सो इस वेले जे कहना होए कि भाई क्योंकि जदों असी नैशनल सिक्योरिटी एजेंसी देखते हैं उन्होंने जां उस नूं एज ए टॉप स्पाई मास्टर देखते हैं तो जिहड़ी ट्रांसनैशनल रिप्रैशन दियां किलिंग्स दी लाइन है वो भी अजीत डोवाल नाल जाके जुड़ती है, क्योंकि वो सीधी भी फॉरन मिनिस्ट्री दे नाल ही लिंक्ड है। जो भी इन्होंने अवतार सिंह खंडे दा मर्डर जां हरदीप सिंह निज्जर दा जां अमरीका दे विच जो इन्होंने गुरपतवंत पन्नू मर्डर प्लॉट किया, हालांकि अज बड़ी लीड स्टोरी साडे कोल जानकारी बड़ी डिटेल सी, लेकिन बहुत ज़्यादा डिटेल सी कि उहदी निखिल गुप्ते दी जिहड़ी है बहुत सारी डिटेल कि पहला भी अरैसट होया है, उहदे पासपोर्टां दी डिटेल भी आई कि उहदे कोल पाकिस्तानी पासपोर्ट भी सी और किस लैवल दे उत्ते। सो ये एक वखरा जदों 3 नवंबर तो ये हीयरिंग शुरू होएगी दी निखिल गुप्ता दी न्यूयॉर्क कोर्ट च, तो बहुत सारे ऐसे इंकशाफ होणगे जिस तो अंदाज़ा लाना जिहड़ा है वो औखा नहीं होएगा कि किवें इंडियन एजेंसीज़ ने उस राहीं किस किस्म के काम लए। तो जे जिन्हों कहते हैं कि भाई जे इफ द बर्ड स्टार्टेड सिंगिंग, ये कहते हैं भी उन्हें अपना शुरू कर लिया फिर तो सिंग ही नहीं करेगा, डांस भी करेगा नाल, लेकिन लेट भी सी क्योंकि अज ये मेन जानकारी भी सी, लेकिन क्योंकि डिटेल बहुत ज़्यादा सी 28-30 पेजिज जड़े अड अड डिटैक्टिव जिन्होंने उन्होंने इंटरव्यू किया। सो मेरे को इन्ना वक्त नहीं सी कि मैं वो सारे थॉरोली और जदों तक किसी टॉपिक ते फुल कमांड ना होए जां उसदियां इन एंड आउट का मैनू ऐसा पता ना होए तो मैं उसनूं डिस्कस नहीं करता। पर असीं भारत की विदेश नीति फ्लॉप होना और इस वेले भारत का आइसोलेट होना
ਉਹਨੂੰ ਜੇ ਇਸ ਸਾਰੇ ਕੰਟੈਕਸਟ ਦੇ ਵਿੱਚ ਦੇਖੀਏ ਤੇ ਨਰਿੰਦਰ ਮੋਦੀ ਉਹ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਹੈ ਜਿਹਨੇ ਸਭ ਤੋਂ ਜ਼ਿਆਦਾ ਟਰੈਵਲ, ਕਿੰਨੇ ਅਰਬ ਰੁਪਏ ਦਾ ਬਜਟ ਹੈ ਪਰ 100 ਤੋਂ ਜ਼ਿਆਦਾ ਮੁਲਕਾਂ ਦਾ ਜਾਂ ਪਤਾ ਨਹੀਂ 51 ਤੋਂ ਜ਼ਿਆਦਾ ਮੁਲਕਾਂ 'ਚ, ਕਈਆਂ 'ਚ ਤਾਂ ਕਿੰਨੀ ਵਾਰੀ ਮੋਸਟ ਟਰੈਵਲਡ ਪ੍ਰਾਈਮ ਮਿਨਿਸਟਰ ਬਣਿਆ। ਚਾਈਨਾ ਦੇ ਵਿੱਚ ਜਦੋਂ ਇਹ ਗੁਜਰਾਤ ਦਾ ਚੀਫ ਮਿਨਿਸਟਰ ਹੁੰਦੇ ਆ ਵੀ ਬਹੁਤ ਵਾਰ ਇਹ ਜਾਂਦਾ ਰਿਹਾ ਔਰ ਇਹ ਇਹਨਾਂ ਦੇ RSS ਦੇ ਆਈਡੀਆਲੋਗ ਸੁਬਰਾਮਨੀਅਮ ਸਵਾਮੀ ਦਾ ਕਹਿਣਾ ਹੈ ਕਿ ਜਦੋਂ ਨਰਿੰਦਰ ਮੋਦੀ ਚਾਈਨਾ ਜਾਂਦਾ ਸੀ ਉਦੋਂ S ਜੈਸ਼ੰਕਰ ਜਿਹੜਾ ਹੈ ਉਹ ਐਂਬੈਸਡਰ ਸੀ ਉੱਥੇ, ਡਿਪਲੋਮੈਟ ਸੀ ਜਿਹੜਾ ਇੰਡੀਆ ਦਾ, ਔਰ ਉਹਨੇ ਜਿਹੜਾ ਲਫ਼ਜ਼ ਅੱਗੇ ਨਹੀਂ ਉਹਨੇ ਕਿਹਾ ਵੀ ਜਿਹੜਾ ਮੋਦੀ ਮੌਜ ਮਸਤੀ ਲਈ ਜਾਂਦਾ ਸੀ ਔਰ ਜੇ ਚੀਨ ਦੇ ਸਾਹਮਣੇ ਜਿਹੜਾ ਉਹ ਅੱਖ ਨਹੀਂ ਚੁੱਕਦਾ ਜਾਂ ਬੋਲਿਆ ਨਹੀਂ ਹੈ ਤਾਂ ਉਹਦਾ ਕਾਰਨ ਹੈ ਕਿ ਚੀਨ ਦੇ ਕੋਲ ਇਸ ਦੇ ਬਾਰੇ ਬੜੇ ਜਿਹੜੀ ਆ ਐਸੇ ਭੇਤ ਨੇ ਜਿਹੜੇ ਇਸ ਸਾਰੇ ਦਾ ਹੀ ਨਹੀਂ BJP ਦਾ ਵੀ ਬੇੜਾ ਗਰਕ ਕਰ ਸਕਦੇ ਨੇ। ਸੁਬਰਾਮਨਿਅਮ ਸਵਾਮੀ ਨੇ ਕਿਹਾ ਮੇਰੇ ਕੋਲ ਵੀ ਨੇ ਲੇਕਿਨ ਮੈਂ ਪਾਰਟੀ ਦੇ ਕਰਕੇ ਕਿ ਵੀ ਇਸ ਨਾਲ BJP ਨੂੰ ਨੁਕਸਾਨ ਹੋਏਗਾ। ਸੋ ਬਹੁਤ ਵਾਰ ਤੁਸੀਂ ਬਿਨਾਂ ਕਹੇ ਵੀ ਇਹ ਗੱਲ ਕਹਿ ਦਿੰਦੇ ਹੋ ਔਰ ਇਸ ਸਾਰੇ ਦਾ ਨਤੀਜਾ ਇਹ ਹੈ ਕਿ ਵੀ ਨਾ ਸਿਰਫ S ਜੈਸ਼ੰਕਰ ਨੇ ਔਰ ਮੋਦੀ ਔਰ ਅਮਿਤ ਸ਼ਾਹ ਔਰ ਅਜੀਤ ਡੋਵਲ ਦੀਆਂ ਨੀਤੀਆਂ, ਪਹਿਲਾਂ ਤਾਂ ਉਹਨਾਂ ਨੇ ਭਾਰਤ ਦਾ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਖਾਸ ਤੌਰ ਤੇ ਫੋਰਨ ਪਾਲਿਸੀ ਦੇ ਵਿੱਚ ਨਾਨ ਅਲਾਈਨਮੈਂਟ ਦੀ ਲਾਈਨ ਸੀ ਉਸ ਨੂੰ ਡਿਸਟਰੋਏ ਕੀਤਾ। ਉਹਨਾਂ ਨੇ ਜਦੋਂ ਸੋਵੀਅਤ ਯੂਨੀਅਨ ਜਿਹੜਾ ਹੈ ਉਹ ਤਾਂ ਟੁੱਟ ਗਿਆ ਸੀ 1988-89 ਵਿੱਚ, ਰਸ਼ੀਆ ਐਜ਼ ਏ ਐਂਟਿਟੀ ਸੀ, ਸੈਂਟਰਲ ਏਸ਼ੀਅਨ ਰਿਪਬਲਿਕ ਅੱਡ ਹੋਏ, ਲੇਕਿਨ ਜਿਹੜੇ ਉਸ ਤੋਂ ਬਾਅਦ ਦੇ ਪ੍ਰਾਈਮ ਮਿਨਿਸਟਰ ਆਏ ਬੇਸ਼ੱਕ ਮਨਮੋਹਨ ਸਿੰਘ ਤੱਕ ਪਹੁੰਚਦੇ ਆ ਅਮਰੀਕਾ ਦੇ ਨਾਲ ਔਰ 9/11 ਤੋਂ ਬਾਅਦ ਅਮਰੀਕਾ ਵੱਲ ਝੁਕਾਅ ਹੋ ਗਿਆ ਸੀ, ਲੇਕਿਨ ਇਸ ਸਾਰੇ ਪੀਰੀਅਡ 'ਚ ਇਹਦੇ ਬਾਵਜੂਦ ਕਿ ਮਨਮੋਹਨ ਸਿੰਘ ਦੇ ਪੀਰੀਅਡ 'ਚ ਮੁੰਬਈ ਬੰਬ ਧਮਾਕੇ ਵੀ ਹੋਏ, ਉਸ ਦੇ ਉੱਤੇ ਬਹੁਤ ਸਾਰਾ ਦਬਾਅ ਸੀ ਕਿ ਪਾਕਿਸਤਾਨ ਤੇ ਅਟੈਕ ਕੀਤਾ ਜਾਏ ਔਰ ਦੂਸਰਾ, ਲੇਕਿਨ ਉਸ ਨੇ ਉਸ ਸਿਚੁਏਸ਼ਨ ਨੂੰ ਵੀ ਹੈਂਡਲ ਕੀਤਾ। ਅਮਰੀਕਾ ਦੇ ਨਾਲ ਦੋਸਤੀ ਹੁੰਦਿਆਂ ਵੀ ਕੋਈ ਚੀਨ ਦੇ ਨਾਲ ਹੌਸਟਿਲਿਟੀ ਵਾਲੀ ਉਸ ਕਿਸਮ ਦੀ ਲਾਈਨ ਨਹੀਂ ਰੱਖੀ, ਰਾਦਰ ਉਸ ਪੀਰੀਅਡ ਦੇ ਵਿੱਚ ਬੜੀ ਸਮੂਥਲੀ 10 ਸਾਲ ਮਨਮੋਹਨ ਸਿੰਘ ਦਾ ਪੀਰੀਅਡ ਰਿਹਾ। ਬੇਸ਼ੱਕ ਹਥਿਆਰਾਂ ਦੀ ਖਰੀਦ ਦਾ ਪੈਟਰਨ ਸ਼ੁਰੂ ਹੋ ਗਿਆ ਸੀ ਮਨਮੋਹਨ ਸਿੰਘ ਪੀਰੀਅਡ 'ਚ ਹੀ, ਰੂਸ ਦੀ ਥਾਂ ਤੇ ਜਿਹੜਾ ਉਹ ਅਮਰੀਕਾ ਤੋਂ ਔਰ ਇਜ਼ਰਾਈਲ ਤੋਂ, ਲੇਕਿਨ ਮੋਦੀ ਤੱਕ ਪਹੁੰਚਦਿਆਂ ਮੋਦੀ ਨੇ ਸਾਰੀ ਜਿਹੜੀ ਨਾਨ ਅਲਾਈਨਮੈਂਟ ਦੀ ਲਾਈਨ ਜਾਂ ਇੱਕ ਬੈਲੈਂਸ ਰੱਖਣ ਦੀ ਲਾਈਨ ਸੀ ਉਸ ਨੂੰ ਛਿੱਕੇ ਤੇ ਟੰਗਿਆ, ਕਿਉਂਕਿ ਪਿਛਲੇ ਸਾਰੇ ਉਹਦੇ ਪੀਰੀਅਡ ਤੱਕ ਫਲਸਤੀਨੀ ਵਰਸਸ ਇਜ਼ਰਾਈਲ ਦੇ ਮੁੱਦੇ ਦੇ ਉੱਤੇ ਵੀ ਭਾਵੇਂ ਇਜ਼ਰਾਈਲੀ ਇੰਟੈਲੀਜੈਂਸ ਮੌਸਾਦ ਦੇ ਨਾਲ ਭਾਰਤ ਦੀਆਂ ਸਾਂਝਾਂ ਪੁਰਾਣੀਆਂ ਚਲੀਆਂ ਜਾਂਦੀਆਂ ਨੇ। 1991 ਦੇ ਵਿੱਚ ਜਦੋਂ ਨਰਸਿਮਹਾ ਰਾਓ ਨੇ ਇਜ਼ਰਾਈਲ ਨੂੰ ਜਿਹੜਾ ਆਪਣਾ ਪਹਿਲਾ ਦਫ਼ਤਰ ਖੋਲ੍ਹਣ ਦਾ ਹੱਕ ਦਿੱਤਾ, ਚਾਰਜ ਡੀ ਅਫੇਅਰ ਇਜ਼ਰਾਈਲ ਦਾ ਹੈ, ਸੋ ਉਹ ਚੱਲ ਰਿਹਾ ਸੀ, ਲੇਕਿਨ ਓਪਨਲੀ ਕਦੇ ਵੀ ਭਾਰਤ ਨੇ ਫਲਸਤੀਨੀਆਂ ਦਾ ਸਾਥ ਨਹੀਂ ਸੀ ਛੱਡਿਆ। ਫਲਸਤੀਨੀ ਅੱਡ ਸਟੇਟ ਦਾ ਉਹਨਾਂ ਦਾ ਪਾਰਟ ਰਿਹਾ। ਇਜ਼ਰਾਈਲ ਦੇ ਨਾਲ ਕੋਈ ਇਸ ਕਿਸਮ ਦਾ ਖੁੱਲ੍ਹਮ ਖੁੱਲ੍ਹਾ ਜਿਹੜਾ ਉਹ ਬਗਲਗਿਰੀ ਨਹੀਂ ਸੀ ਕਿ ਵੀ ਉਹਨਾਂ ਦੇ ਲਈ, ਲੇਕਿਨ ਉਹਨਾਂ ਨੇ ਈਵਨ ਇਹ ਬੈਲੈਂਸ, ਕਿਉਂਕਿ ਉਹ ਤਾਂ ਭਾਰਤ ਦੇ ਮੁਸਲਮਾਨਾਂ ਨੂੰ ਵੀ ਤਕਲੀਫ ਦੇਣਾ ਚਾਹੁੰਦੇ ਸੀ, ਉਹਨਾਂ ਨੂੰ ਭੁੱਲ ਗਿਆ ਵੀ ਪਿਛਲੀਆਂ ਹਕੂਮਤਾਂ ਦੀ ਕਮਿਟਮੈਂਟ ਫਲਸਤੀਨੀਆਂ ਨਾਲ ਕੀ ਰਹੀ ਹੈ, ਜਾਂ 20 ਕਰੋੜ ਭਾਰਤ ਦੇ ਮੁਸਲਮਾਨ ਵੀ ਨੇ ਜਿਨ੍ਹਾਂ ਦੀਆਂ ਹਮਦਰਦੀਆਂ ਜ਼ਾਹਰ ਹੈ, ਜਿਹੜੇ ਈਵਨ ਜਸਟਿਸ ਲਵਿੰਗ ਹਿੰਦੂ ਨੇ ਉਹਨਾਂ ਦੀਆਂ ਵੀ ਹਮਦਰਦੀਆਂ ਨੇ ਕਿ ਭਾਈ ਚਲੋ ਜੋ ਹੋਇਆ ਸੋ ਹੋਇਆ, ਕਿ ਵੀ ਇਜ਼ਰਾਈਲ ਔਰ ਫਲਸਤੀਨ ਨਾਲ ਮੁਲਕ ਹੋਣੇ ਚਾਹੀਦੇ ਨੇ, ਲੇਕਿਨ ਭਾਰਤ ਪੂਰੀ ਤਰ੍ਹਾਂ ਇਜ਼ਰਾਈਲ ਦੇ ਨਾਲ ਬਗਲਗੀਰ ਹੋਇਆ। ਨੈਤਨਯਾਹੂ ਦੇ ਨਾਲ ਸਮੁੰਦਰ ਦੇ ਕੰਢੇ ਉਹਦੇ ਨਾਲ ਜਿਹੜਾ ਉਹ ਸੈਰਾਂ ਵੀ ਕੀਤੀਆਂ ਔਰ ਨਤੀਜੇ ਦੇ ਤੌਰ ਤੇ ਹਥਿਆਰ ਵੀ ਇਜ਼ਰਾਈਲ ਤੋਂ $4-5 ਬਿਲੀਅਨ ਦੇ ਖਰੀਦਣੇ ਵਧਾ ਦਿੱਤੇ। ਹੋਰ ਮੌਸਾਦ ਦੇ ਨਾਲ ਕੀ ਕੋਲੈਬੋਰੇਸ਼ਨ ਹੋਈ, ਪਰ ਅਸੀਂ ਇਹ ਦੇਖਦੇ ਹਾਂ ਕਿ ਜੋ ਕੁਛ ਨੈਤਨਯਾਹੂ ਫਲਸਤੀਨ 'ਚ ਵੈਸਟ ਬੈਂਕ ਔਰ ਗਾਜ਼ਾ 'ਚ ਉਹੀ ਲਾਈਨ ਮੋਦੀ ਨੇ ਕਸ਼ਮੀਰ ਦੇ ਵਿੱਚ ਕੀਤੀ। ਉਹਦੀ ਡੈਮੋਗ੍ਰਾਫੀ ਬਦਲਣ ਲਈ ਉਹਦਾ ਸੂਬੇ ਦਾ ਸਟੇਟਸ ਵੀ ਤੋੜਤਾ, ਲਦਾਖ ਨੂੰ ਅੱਡ ਯੂਨੀਅਨ ਟੈਰੀਟਰੀ ਬਣਾ ਦਿੱਤਾ, 3 ਡਰਟੀ ਡੀਜ਼ ਡੈਮੋਗ੍ਰਾਫੀ ਬਦਲਣ ਲਈ ਰੀਡਿਸਟ੍ਰਿਕਟਿੰਗ ਔਰ ਦੂਜਾ ਇਹ ਪਾਰਟ ਸ਼ੁਰੂ ਕੀਤਾ ਔਰ ਇੰਟਰਨੈਸ਼ਨਲ ਲੈਵਲ ਤੇ ਖੁੱਲ੍ਹ ਕੇ ਜਿੱਥੇ ਨੈਤਨਯਾਹੂ ਨੂੰ ਵੀ ਇਨਵਾਈਟ ਕੀਤਾ, ਆਪ ਵੀ ਗਿਆ। ਔਰ ਇਹ ਜਿਹੜਾ 2 ਕਿਲਰਸ ਜਿਹੜੇ ਮਾਸ ਕਿਲਰ, ਕਿਉਂਕਿ ਮੋਦੀ ਵੀ 2002 'ਚ ਹਜ਼ਾਰਾਂ ਮੁਸਲਮਾਨਾਂ ਦੇ ਕਤਲੇਆਮ ਦੇ ਲਈ ਜ਼ਿੰਮੇਵਾਰ ਹੈ, ਇਸ ਲਈ
ਮੇਅਰ ਕੈਂਡੀਡੇਟ ਮਮਦਾਨੀ ਨੇ ਜਦੋਂ ਪ੍ਰੈਸ ਕਾਨਫਰੰਸ 'ਚ ਕਿਹਾ, ਉਹਨੇ ਕਿਹਾ ਕਿ ਭਾਈ ਮੈਂ ਜਦੋਂ ਇਹ ਕਹਿੰਦਾ ਵੀ ਮੈਂ ਗੁਜਰਾਤੀ ਮੁਸਲਮਾਨ ਹੈ, ਤੇ ਲੋਕਾਂ ਨੂੰ ਹੈਰਾਨੀ ਹੁੰਦੀ ਹੈ ਵੀ ਗੁਜਰਾਤ 'ਚ ਅਜੇ ਮੁਸਲਮਾਨ ਨੇ, ਕਿ ਵੀ ਮੋਦੀ ਨੇ ਇਸ ਲੈਵਲ ਦਾ ਜਿਹੜਾ ਮੈਸੈਕਰ ਕੀਤਾ। ਉਹਨੇ ਕਿਹਾ ਇਸ ਲਈ ਮੋਦੀ ਵੀ ਉਸੇ ਤਰ੍ਹਾਂ ਦਾ ਵਾਰ ਕ੍ਰਿਮੀਨਲ ਹੈ ਜਿਵੇਂ ਦਾ ਨੇਤਨਯਾਹੂ ਹੈ। ਇਹ ਬਹੁਤ ਵੱਡੀ ਗੱਲ ਹੈ ਕਿ ਵੀ ਇਸ ਲੈਵਲ ਤੇ, ਜਦੋਂ ਕਿ ਅੱਜ ਹਾਲ ਇਹ ਹੈ ਵੀ ਈਵਨ ਵਿਦ ਇਨ ਇੰਡੀਆ ਵੀ ਕਾਂਗਰਸ ਨੇ ਗੁਜਰਾਤ ਦੇ ਮੁਸਲਮਾਨਾਂ ਦੇ ਇਸ਼ੂ ਨੂੰ ਜਿਹੜਾ ਉਹ ਮੈਂਸ਼ਨ ਵੀ ਨਹੀਂ ਕਰਦੇ ਹੁਣ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜਿਹਦੇ ਨਾਲ ਪੋਲਰਾਈਜੇਸ਼ਨ ਹੋਏਗੀ, ਹਿੰਦੂ ਨਾਰਾਜ਼ ਹੋਣਗੇ। ਹੁਣ ਇੱਕ ਪਾਸੇ ਇਹ ਨੀਤੀ ਬਦਲੀ, ਦੂਸਰੇ ਪਾਸੇ ਜਿੱਥੇ ਅਮਰੀਕਾ ਦੇ ਨਾਲ ਪੂਰੀ ਬਗਲਗਿਰੀ ਦਾ ਔਰ ਦੂਸਰਾ ਅਹਿਸਾਸ ਕਰਾਇਆ, ਪਰ ਨਾਲ ਦੀ ਨਾਲ ਇੱਕ ਪਾਸੇ ਤਾਂ ਅਮਰੀਕਾ ਨੂੰ ਇਹ ਯਕੀਨ ਦਹਾਨੀ ਕਰਾਈ ਕਿ ਜੀ ਅਸੀਂ ਜਿਹੜੀ ਤੁਹਾਡੀ ਨੀਤੀ ਅਗੇਂਸਟ ਚਾਈਨਾ ਹੈ, ਅਸੀਂ ਉਹਦੇ ਲਈ ਬੁਲਵਾਕ ਬਣਨ ਲਈ ਤਿਆਰ ਹਾਂ। ਇਸ ਲਈ ਅਮਰੀਕਾ ਨੇ ਲੌਜਿਸਟਿਕਲ ਜਿਹੜੀਆਂ ਨੇ ਸਾਂਝਾਂ ਵੀ ਔਰ ਦੂਸਰੀਆਂ ਵੀ, ਔਰ ਟਰੰਪ ਆਪਣੀ ਪਿਛਲੀ ਟਰਮ ਵੇਲੇ ਇੰਡੀਆ ਨੂੰ ਕੁਆਡ ਦੇ ਵਿੱਚ ਲੈ ਆਇਆ ਕਿ ਭਾਈ ਜਿਹੜੀ ਹੈ ਉਹ ਚਾਈਨਾ ਨੂੰ ਘੇਰਨਾ ਹੈ। ਔਰ ਜਿਉਂ ਹੀ ਕੁਆਡ ਬਣੀ, ਜਿਹੜਾ ਸਭ ਤੋਂ ਕਲੋਜ਼ ਐਲਾਈ ਇੰਡੀਆ ਦਾ ਸੀ ਰਸ਼ੀਆ, ਉਹਨੇ ਬਿਆਨ ਦਿੱਤਾ ਕਿ ਵੀ ਇਹ ਦਿਸ ਇਜ਼ ਏਸ਼ੀਆਜ਼ ਨੈਟੋ, ਕਿ ਜਿਵੇਂ 32-33 ਮੁਲਕਾਂ ਦੀ ਰਿਪਰੈਜ਼ੈਂਟੇਟਿਵ ਬਾਡੀ ਨੈਟੋ ਵੈਸਟਰਨ ਯੂਰਪ ਦੇ ਪਹਿਲੇ ਪੀਰੀਅਡ ਦੇ ਖੜੇ ਕੀਤੇ ਗਏ ਸੀ ਸੋਵੀਅਤ ਯੂਨੀਅਨ ਨੂੰ ਘੇਰਨ ਦੇ ਲਈ, ਇਵੇਂ ਹੀ। ਸੋ ਇਹ ਬਹੁਤ ਵੱਡਾ ਜਿਹੜਾ ਇਹ ਇੱਕ ਧੱਬਾ ਸੀ, ਲੇਕਿਨ ਭਾਰਤ ਗੋ ਹੈਡ ਕੀਤਾ। ਉਹਨਾਂ ਨੂੰ ਲੱਗਾ ਵੀ ਹੁਣ ਰਸ਼ੀਅਨ ਟਾਈਮ ਤਾਂ ਮੁੱਕ ਗਿਆ। ਲੇਕਿਨ ਜਦੋਂ ਅਮਰੀਕਾ ਨੇ, ਜੇ ਅਮਰੀਕਾ ਤੋਂ ਔਰ ਉਹਦੇ ਥੱਲੇ ਬਹੁਤ ਸਾਰੇ ਕੰਸੈਸ਼ਨ ਅਮਰੀਕਾ ਤੋਂ ਲਏ, ਡੀ-ਹਾਈਫਨੇਟ ਪਾਕਿਸਤਾਨ ਤੋਂ ਕਰਵਾ ਦਿੱਤੀ ਫੋਰਨ ਪਾਲਿਸੀ, ਔਰ ਜਿਹੜੀ ਹੈ ਉਹ ਮੇਰੀ ਟਾਈਮ ਜਾਂ ਉਸ ਖਿੱਤੇ ਦੇ ਵਿੱਚ ਸਮੁੰਦਰ ਦੇ ਵਿੱਚ ਜੁਆਇੰਟ ਐਕਸਾਈਜ਼ਸ ਔਰ ਇਹ ਉਹ, ਉਹਨਾਂ ਨੂੰ ਲੱਗਾ ਕਿ ਜੀ ਹੁਣ ਅਮਰੀਕਾ ਸਾਡਾ ਯਾਰ ਹੈ। ਪਰ ਜਦੋਂ ਅਗੇਨ ਅਮਰੀਕਾ ਦੇ ਪਰਖ ਦਾ ਟਾਈਮ ਆਇਆ ਅਮਰੀਕਾ ਵੱਲੋਂ ਕਿ ਬਈ ਦੋਸਤ ਹੈ ਕਿ ਨਹੀਂ ਭਾਰਤ, ਯੂਕਰੇਨ, ਜਦੋਂ ਰਸ਼ੀਆ ਨੇ ਯੂਕਰੇਨ ਤੇ ਅਟੈਕ ਕੀਤਾ ਤੇ ਭਾਰਤ ਨੇ ਕਿਵੇਂ ਨਾ ਸਿਰਫ ਕਿ ਉਸਨੇ ਉਹਨੂੰ ਕੰਡੈਮ ਨਹੀਂ ਕੀਤਾ ਰਸ਼ੀਆ ਨੂੰ, ਜਿਹੜੀਆਂ ਰਸ਼ੀਅਨ ਸੈਂਕਸ਼ਨਸ ਰਸ਼ੀਆ ਦੇ ਉੱਤੇ ਲੱਗੀਆਂ ਯੂਰਪ ਵੱਲੋਂ, ਅਮਰੀਕਾ ਵੱਲੋਂ, ਹੰਡਰਡਸ ਆਫ ਸੈਂਕਸ਼ਨਸ ਨੇ, ਲੇਕਿਨ ਭਾਰਤ ਨੇ ਜਿਹੜਾ ਉਹ ਉਹਦੇ ਆਪਣੇ ਲਈ ਤਾਂ ਕਰੂਡ ਆਇਲ ਬਾਏ ਕੀਤਾ ਹੀ ਕੀਤਾ, 20 ਗੁਣਾ ਜ਼ਿਆਦਾ ਆਇਲ ਬਾਏ ਕਰਕੇ ਉਹਨੂੰ ਰੀਪ੍ਰੋਸੈਸ ਕਰਕੇ ਫਿਰ ਯੂਰਪ ਦੀ ਮਾਰਕੀਟ 'ਚ ਵੇਚਿਆ। ਨਤੀਜੇ ਦੇ ਤੌਰ ਤੇ ਇਹਨਾਂ 2-3 ਸਾਲਾਂ ਦੇ ਵਿੱਚ ਰਸ਼ੀਆ ਦੀ ਇਕੋਨਮੀ ਸਗੋਂ ਹੋਰ ਉੱਪਰ ਨੂੰ ਗਈ। ਸੋ ਇਸ ਗੱਲ ਨੂੰ ਅਮਰੀਕਾ ਨੇ ਵੀ ਰਿਅਲਾਈਜ਼ ਕੀਤਾ ਵੀ ਕੀ ਹੈ। ਫਿਰ ਜਿਹੜੀ ਭਾਰਤ ਦੀ ਜੰਗੀ ਕੈਪੈਸਿਟੀ ਸੀ ਉਹ ਪਹਿਲਾਂ ਗਲਵਾਨ ਦੇ ਵਿੱਚ ਕੋਵਿਡ ਦੇ ਚੱਲਦਿਆਂ ਪਰਖੀ ਗਈ, ਔਰ ਹੁਣ ਜਿਹੜਾ 7 ਮਈ ਤੋਂ 10 ਮਈ ਤੱਕ 4 ਰੋਜ਼ਾ ਡਰੋਨ ਮਿਸਲ ਜਿਹੜੀ ਹੈ ਜੰਗ ਹੋਈ ਹੈ, ਉਹਦੇ 'ਚ ਵੀ ਭਾਰਤ ਬਿਲਕੁਲ ਡਿੱਗਿਆ। ਔਰ ਉਸ ਮਾਮਲੇ 'ਚ ਵੀ ਜਦੋਂ ਅਸੀਂ ਭਾਰਤ ਦੀ ਨੀਤੀ, ਈਵਨ ਜਿਹੜਾ ਕਦੇ ਟਰੰਪ ਦੇ ਨਾਲ ਨਿੱਜੀ ਯਾਰੀ ਦਾ ਅਬ ਕੀ ਬਾਰ ਟਰੰਪ ਸਰਕਾਰ ਇੱਥੇ ਵੀ ਨਮਸਤੇ ਟਰੰਪ ਔਰ ਉੱਥੇ ਗੁਜਰਾਤ ਦੇ ਵਿੱਚ ਵੀ ਕੀਤਾ, ਲੇਕਿਨ ਫਿਰ ਇੱਕ ਪੀਰੀਅਡ ਇਹ ਆਇਆ ਕਿ ਵੀ ਉਹਨੂੰ ਲੱਗਿਆ ਵੀ ਹੁਣ ਬਾਈਡਨ ਦੇ ਨਾਲ ਮੇਰੀ ਯਾਰੀ ਹੋ ਗਈ ਹੈ ਤੇ ਟਰੰਪ ਨੂੰ ਡੰਪ ਕਰਨ ਦੀ ਕੋਸ਼ਿਸ਼ ਕੀਤੀ। ਅਮਰੀਕਾ ਆ ਕੇ ਉਹਨੂੰ ਮਿਲਣ ਤੋਂ ਵੀ ਨਾ ਕਰ ਦਿੱਤੀ। ਉਦੋਂ ਜੇ ਪ੍ਰੈਜ਼ੀਡੈਂਟ ਨਹੀਂ ਸੀ, ਉਹ ਨੋਮੀਨਲੀ ਲਈ ਰਨ ਕਰ ਰਿਹਾ ਸੀ ਤੇ ਟਰੰਪ ਨੇ ਵੀ, ਜਿਵੇਂ ਹੁਣ ਇਹ ਸਾਰੇ, ਜਦੋਂ ਕਿਸੇ ਨੇ ਕੱਲ ਵੀ ਪੁੱਛਿਆ ਕਿਸੇ ਐਕਸਪਰਟ ਨੂੰ ਕਿ ਵੀ 14ਵੀਂ ਵਾਰੀ ਆ ਟਰੰਪ ਨੇ ਹੇਗ 'ਚ ਜਾ ਕੇ ਵੀ ਕਿਹਾ ਕਿ ਜੀ ਮੈਂ ਇੰਡੀਆ ਔਰ ਪਾਕਿਸਤਾਨ 'ਚ ਜੰਗਬੰਦੀ ਕਰਾਈ ਔਰ ਨਹੀਂ ਤਾਂ ਇਹਨਾਂ ਨੇ, ਉਹ ਕਹਿੰਦਾ ਵੀ ਹੀ ਇਜ਼ ਟੀਜ਼ਿੰਗ ਮੋਦੀ, ਕਿ ਵੀ ਇਹ ਬਾਰ-ਬਾਰ ਉਹਦਾ ਕਹਿਣਾ, ਅਦਰਵਾਈਜ਼ ਤਾਂ ਕੋਈ ਇੱਕ ਵਾਰ 2 ਵਾਰ ਤੇ 15ਵੀਂ ਵਾਰ ਹੁਣ ਕਿਹਾ ਕਿ ਵੀ ਉਹਨੇ ਕਿਹਾ ਵੀ ਹੀ ਇਜ਼ ਟੀਜ਼ਿੰਗ ਮੋਦੀ, ਵੀ ਮੋਦੀ ਨਾਲ ਉਹਨੇ। ਔਰ ਫਿਰ ਜੋ ਇੰਡੀਆ ਨੂੰ ਟੈਰਿਫ ਕਿੰਗ ਔਰ ਦੂਜਾ, ਔਰ ਜਿਵੇਂ ਇੱਥੋਂ ਚੇਨਸ ਔਰ ਸ਼ੈਕਲਸ ਦੇ ਵਿੱਚ ਇਲੀਗਲਸ ਨੂੰ ਭੇਜਿਆ, ਔਰ ਜਿਹੜਾ ਯਾਨੀ ਪਬਲਿਕ ਹਿਊਮਿਲੇਸ਼ਨ ਜਿਹਨੂੰ ਕਹਿੰਦੇ ਨੇ ਇੰਡੀਆ ਦੀ। ਔਰ ਇਸ ਸਾਰੇ ਪੀਰੀਅਡ 'ਚ ਕਿਉਂਕਿ ਰਸ਼ੀਆ ਨੇ ਤਾਂ ਇਹ ਆਲਮੋਸਟ ਐਡਮਿਟ ਕਰ ਲਿਆ ਹੋਇਆ ਵੀ ਚੀਨ ਦਾ ਉਹਨੇ ਛੋਟਾ ਭਰਾ ਬਣ ਕੇ ਸਰਵਾਈਵ ਕਰਨਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਬੇਸ਼ੱਕ ਯੂਕਰੇਨੀਅਨ ਵਾਰ ਦੇ ਵਿੱਚ ਚਾਈਨਾ ਦੀ ਆਫੀਸ਼ੀਅਲ ਪੋਜੀਸ਼ਨ ਤਾਂ ਨਿਊਟਰਲ ਵਾਲੀ ਹੈ, ਕਿਉਂਕਿ ਯੂਕਰੇਨ ਨੂੰ ਵੀ ਉਹ ਆਪਣਾ ਐਲਾਈ ਕਹਿੰਦਾ, ਪਰ ਇਸ ਕੋਈ ਸ਼ੱਕ ਨਹੀਂ ਹੈ ਕਿ ਚੀਨ ਹੈਲਪ ਕਰਦਾ। ਪਰ ਹੁਣ ਅਸੀਂ ਜੇ ਭਾਰਤ ਦੀ ਪੋਜੀਸ਼ਨ ਵੱਲ ਆਈਏ ਕਿ ਵੀ ਇਹਨਾਂ ਦਾ ਜਿਹੜਾ ਫੌੜ ਫੜਕ ਇਹਨਾਂ ਨੇ ਬਣਾਇਆ ਹੋਇਆ ਸੀ ਆਪਣੇ ਆਪ ਨੂੰ, ਵੱਡੀ ਪਾਵਰ, ਰੀਜਨਲ ਪਾਵਰ, ਆਪਣਿਆਂ ਲੋਕਾਂ ਨੂੰ ਤਾਂ ਵਿਸ਼ਵ ਗੁਰੂ ਬਣੇ ਹੋਏ ਸੀ, ਉਹ ਚੀਨ ਦੇ ਸਾਹਮਣੇ ਡਾਇਰੈਕਟ ਕਨਫਰੰਟੇਸ਼ਨ ਨਾਲ ਗਲਵਾਨ ਵੈਲੀ 'ਚ ਇਹਨਾਂ ਦਾ ਟੁੱਟ ਗਿਆ। ਪਾਕਿਸਤਾਨ ਨੇ 4 ਦਿਨਾਂ ਦੇ ਵਿੱਚ ਕੁੱਟ ਕੇ ਲੰਮੇ ਪਾ ਕੇ ਜਿਹੜਾ ਇਹਨਾਂ ਦੀ
ਜਿਹੜੀ ਇਹਨੂੰ ਖੁਦ ਇਹ ਲਫ਼ਜ਼ ਕਹਿੰਦੇ ਨੇ ਹਿੰਕੜੀ ਨਿਕਾਲਦੀ। ਹਾਂਜੀ ਇਹਨਾਂ ਦਾ ਜਿਹੜਾ ਗਰੂਰ ਹੈ, ਸੱਤ ਅਸਮਾਨੀ ਜਿਹੜਾ ਚੜ੍ਹਿਆ ਹੋਇਆ ਸੀ, ਉਹ ਪਤਾਲ ਦੇ ਵਿੱਚ ਦਫਨ ਕਰ ਦਿੱਤਾ। ਹੁਣ ਅਸੀਂ ਜੇ ਇਸ ਕਰੰਟ ਪੀਰੀਅਡ ਦੇ ਵਿੱਚ ਵੀ ਦੇਖੀਏ, ਇਸ ਲਈ ਈਰਾਨ ਇਜ਼ਰਾਈਲ ਕਨਫਲਿਕਟ ਹੋਏ, यूक्रेन कन्फ्लिक्ट हुए, किसी ने भारत को नहीं पूछा। हालांकि उत्थे अपने लोगों को मोदी जी जब चाहें समझौता करा सकते हैं रूस और यूक्रेन का भी। एन जिदन ईरान इजराइल का जोड़ा ट्रूस है या सीज फायर है ट्रंप ने अनाउंस किया, उदन इंडियन फॉरेन मिनिस्ट्री कहते हैं जी असी तैयार हैं ईरान और इजराइल ਦੇ ਵਿੱਚ ਕੋਈ ਵੀ ਗੱਲਬਾਤ ਕਰਾਉਣ ਲਈ, ਕਿਉਂਕਿ ਸਾਡੇ ਦੋਨਾਂ ਨਾਲ ਬੜੇ ਚੰਗੇ ਸੰਬੰਧ। ਪਰ ਇਸ ਸਾਰੇ ਪੀਰੀਅਡ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਵੀ ਕਿਵੇਂ ਭਾਰਤ ਦੇ ਰਾਹ ਏਜੰਸੀ ਦੇ ਬੰਦਿਆਂ ਨੇ ਜਿਹੜਾ ਉਹ ਮੁਸਾਦ ਲਈ ਕੰਮ ਕੀਤਾ। ਈਰਾਨ ਦੇ ਵਿੱਚ ਇਸ ਵੇਲੇ ਇਹਨਾਂ ਦੇ ਬੰਦੇ ਫੜੇ ਹੋਏ ਨੇ, ਇਹਨਾਂ ਦੇ ਡਿਪਲੋਮੈਟ ਵੀ ਉਹਦੇ 'ਚ ਇਨਵੋਲਵ ਸੀ। ਗਿਣਤੀ ਕਿੰਨੀ ਹੈ? ਉਹ 7 ਤੋਂ 70 ਤੱਕ ਕੋਰਟ ਹੋ ਰਹੀ ਹੈ। ਇਸ ਲਈ ਈਰਾਨ ਨੇ ਬੇਸ਼ੱਕ ਭਾਰਤ ਦੇ ਕੁਛ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਈਰਾਨ ਨੂੰ ਸਪੋਰਟ ਕੀਤਾ, ਪਰ ਉਹਦੇ 'ਚ ਇੰਡੀਅਨ ਗਵਰਨਮੈਂਟ ਨਹੀਂ ਹੈ। ਸੋ ਈਵਨ ਗਵਾਂਢ ਦੇ ਮੁਲਕ ਕਿਵੇਂ ਹੱਥਾਂ 'ਚੋਂ ਅਸੀਂ ਫੋਰਨ ਪਾਲਿਸੀ ਫੇਲਿਅਰ ਦੀ ਗੱਲ ਕਰ ਰਹੇ ਹਾਂ। ਬੰਗਲਾਦੇਸ਼ ਜਿਹੜਾ ਭਾਰਤ ਨੇ ਫੌਜ ਭੇਜ ਕੇ ਪਾਕਿਸਤਾਨ ਨੂੰ 2 ਹਿੱਸਿਆਂ 'ਚ ਵੰਡਿਆ, ਅੱਜ ਬੰਗਲਾਦੇਸ਼ ਜਿਹੜਾ ਉਹ ਇੰਡੀਪੈਂਡੈਂਟ ਫੋਰਨ ਪਾਲਿਸੀ ਨਹੀਂ, ਬੰਗਲਾਦੇਸ਼, ਚਾਈਨਾ ਔਰ ਪਾਕਿਸਤਾਨ ਉਹਨਾਂ ਦੀ ਟਰਾਇਓ ਜਿਹੜੀ ਆ, ਉਹਨਾਂ ਦੀਆਂ ਮੀਟਿੰਗਸ ਚੀਨ ਦੇ ਵਿੱਚ, ਉਹਨਾਂ ਦੇ ਯੂਨਾਨ ਪ੍ਰੋਵਿੰਸ ਦੇ ਵਿੱਚ ਹੋ ਰਹੀਆਂ ਨੇ। ਔਰ ਇਸੇ ਤਰ੍ਹਾਂ ਈਵਨ ਨੇਪਾਲ ਜਿਹੜਾ ਲੈਂਡ ਲੌਕਡ, ਜਿਨ੍ਹਾਂ ਦੇ ਚੁੱਲ੍ਹਿਆਂ 'ਤੇ ਰੋਟੀ ਪੱਕਦੀ ਹੈ, ਜਦੋਂ ਇਹਨਾਂ ਦੇ ਟਰੱਕ ਜਿਹੜੇ ਨੇ ਬਾਈ ਲੈਂਡ ਉੱਥੇ ਪਹੁੰਚਦੇ ਨੇ, ਨੇਪਾਲ ਵੀ ਇਹਨਾਂ ਦੇ, ਈਵਨ ਭੂਟਾਨ ਉਹਨੇ ਇਹਨਾਂ ਨੂੰ ਬਾਈਪਾਸ ਕਰਕੇ ਚੀਨ ਦੇ ਨਾਲ ਡੋਕਲਾਮ ਔਰ ਦੂਸਰੇ ਮੁੱਦੇ 'ਤੇ ਗੱਲਬਾਤ ਸ਼ੁਰੂ ਕਰ ਲਈ। ਸੋ ਹੁਣ ਇੱਕ ਵੀ ਮੁਲਕ ਨਾ ਤਾਂ ਸਾਊਥ ਏਸ਼ੀਆ ਦੇ ਵਿੱਚ ਇੰਟਰਨੈਸ਼ਨਲੀ ਟੋਟਲੀ ਆਈਸੋਲੇਟ, ਅਮਰੀਕਾ ਦਾ ਪੂਰਾ ਡਿਸਟਰਸਟ ਇਹਨਾਂ ਦੇ ਉੱਤੇ। ਰਸ਼ੀਆ ਦੇ ਹਵਾਲੇ ਨਾਲ ਰਸ਼ੀਆ ਨੇ ਇਹਨਾਂ ਨੂੰ ਕੋਈ ਘਾਹ ਨਹੀਂ ਪਾਇਆ ਹੈ, ਔਰ ਜਿੱਥੇ ਵੀ ਕੋਈ ਇਸ਼ੂ ਆਇਆ, ਜੇ ਚਾਈਨਾ ਨਾਲ ਟਕਰਾਅ ਦਾ ਹੈ ਤਾਂ ਰਸ਼ੀਆ ਚਾਈਨਾ ਦੇ ਨਾਲ ਖਲੋਤਾ ਹੈ। ਈਵਨ ਰਸ਼ੀਆ ਨੇ ਪਾਕਿਸਤਾਨ ਦੇ ਨਾਲ ਵੀ ਡੀਲ ਬਣਾ ਲਈ, ਉਹਨਾਂ ਦੇ ਨਾਲ ਜੁਆਇੰਟ ਐਕਸਰਸਾਈਜ਼ ਵੀ ਕੀਤੀਆਂ। ਹੁਣ ਇਹ ਸਾਰਾ ਪਿਛੋਕੜ ਇਸ ਲਈ ਸਮਝਣਾ ਜ਼ਰੂਰੀ ਹੈ ਕਿ ਜਦੋਂ ਅਸੀਂ ਕੱਲ੍ਹ ਸਾਡਾ ਜਿਹੜਾ ਸੈਗਮੈਂਟ SCO ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੇ ਉੱਤੇ ਸੀ ਕਿ ਵੀ ਰਾਜਨਾਥ ਸਿੰਘ ਜਾ ਕੇ ਬੈਠਾ ਹੈ, ਅਜੀਤ ਡੋਵਲ ਬੈਠਾ ਹੈ। ਹਾਲਾਂ ਜਿਹੜਾ SCO ਦਾ ਅਸਲੀ ਸੰਮੇਲਨ ਹੈ ਉਹ ਜੁਲਾਈ ਦੇ ਪਹਿਲੇ ਹਫਤੇ 'ਚ ਹੋਣਾ ਹੈ। ਬ੍ਰਾਜ਼ੀਲ ਦੀ ਰਾਜਧਾਨੀ ਹੈ ਜਿਹੜਾ ਉਸ ਦੀ, ਚਲੋ ਇੱਕ ਟਿਪੀਕਲ ਜਿਹਾ ਨਾਂ ਹੈ, ਰਿਓ ਕਿ ਕੀ ਉਹਨੂੰ ਕਹਿੰਦੇ ਨੇ, ਉਸ ਦੇ ਵਿੱਚ। ਲੇਕਿਨ ਇਹ ਉਸ ਦਾ ਇੱਕ ਕਾਈਂਡ ਆਫ ਪ੍ਰੈਪਰੇਟਰੀ ਸੈਸ਼ਨ ਹੀ ਹੈ। ਔਰ ਮੈਂ ਇਹ ਵੀ ਦੱਸ ਦਿਆਂ ਕਿ ਵੀ SCO ਇੱਕ ਬੜੀ ਪਾਵਰਫੁਲ ਬਾਡੀ ਹੈ। ਜਿਵੇਂ ਨੈਟੋ ਬਣੀ ਜਾਂ ਦੂਸਰੇ ਬਾਡੀਜ਼ ਯੂਰਪ ਦੇ ਵਿੱਚ ਅੱਡ ਅੱਡ ਇਕਨੋਮਿਕਲ ਫੋਰਮ G7, G20। ਸੋ ਇਹ 2001 ਦੇ ਵਿੱਚ 6 ਮੁਲਕਾਂ ਨੇ ਮਿਲ ਕੇ ਇਸ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਵਿੱਚ ਜ਼ਾਹਰ ਹੈ ਚਾਈਨਾ ਔਰ ਰਸ਼ੀਆ ਸੀ। ਔਰ ਇਸ ਦੇ ਨਾਲ ਫਿਰ ਜਿਹੜੇ 4 ਰਿਪਬਲਿਕ, ਸੈਂਟਰਲ ਏਸ਼ੀਅਨ ਰਿਪਬਲਿਕ ਸੋਵੀਅਤ ਯੂਨੀਅਨ 'ਚੋਂ ਟੁੱਟੇ, ਉਹਨਾਂ ਦੇ ਵਿੱਚ ਜਿਹੜਾ ਕਜ਼ਾਕਿਸਤਾਨ, ਕਿਰਗਿਸਤਾਨ, ਤਾਜ਼ਿਕਸਤਾਨ ਤੇ ਉਜ਼ਬੇਕਿਸਤਾਨ। ਸੋ ਇਹ 4 ਸਥਾਨ ਤੁਸੀਂ ਉਹਨਾਂ ਦੀ ਜਿਓਗ੍ਰਾਫੀਕਲ ਦੇਖੋ, ਕਿਉਂਕਿ ਰਸ਼ੀਆ ਦੇ ਨਾਲ ਵੀ ਬਾਰਡਰ ਲੱਗਦਾ ਹੈ ਔਰ ਇਧਰੋਂ ਚਾਈਨਾ ਦੇ ਵੀ ਕਰੀਬ ਨੇ। ਸੋ ਇਹਨਾਂ 6 ਮੁਲਕਾਂ ਨੇ 2001 ਦੇ ਵਿੱਚ SCO ਬਣਾਈ। 2017 ਦੇ ਵਿੱਚ ਭਾਰਤ ਔਰ ਪਾਕਿਸਤਾਨ, ਇਹ 2 ਮੁਲਕ ਵੀ ਜਿਹੜੇ ਨੇ ਉਹਨਾਂ ਨੂੰ SCO, ਦੋਨਾਂ ਦੀ ਡਿਜ਼ਾਇਰ ਸੀ ਕਿ ਜੀ ਅਸੀਂ ਵੀ ਇਸ ਰੀਜਨਲ ਬਾਡੀ ਦਾ ਹਿੱਸਾ ਬਣੀਏ। ਸੋ 2017 ਦੇ ਵਿੱਚ ਭਾਰਤ ਔਰ ਪਾਕਿਸਤਾਨ ਵੀ ਇਹਦੇ ਮੈਂਬਰ ਬਣੇ ਔਰ 2023 ਦੇ ਵਿੱਚ ਈਰਾਨ ਇਸ ਦਾ ਮੈਂਬਰ ਬਣਿਆ। ਪਰ ਇਹ ਜਿਹੜੀ ਕੁਇੰਗ ਦਾਓ 'ਚ 2 ਰੋਜ਼ਾ ਇਹਨਾਂ ਦੀ ਜਿਹੜੀ SCO ਦੀ ਮੀਟਿੰਗ ਹੋਈ, ਕਿਉਂਕਿ ਜਿਹੜੀ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਵੀ ਜਿਹੜਾ ਉਹਨਾਂ ਦਾ ਵੱਡਾ ਸੈਸ਼ਨ ਉਹ ਇੱਕ ਵੱਖਰਾ ਫਾਰਮੈਟ ਹੈ ਬ੍ਰਿਕਸ ਦਾ, ਜਿਹੜਾ ਬ੍ਰਾਜ਼ੀਲ ਦੇ ਵਿੱਚ ਹੋਣਾ, ਉਹਨਾਂ ਦੀ ਕੈਪੀਟਲ ਦੇ ਵਿੱਚ। ਔਰ ਇਹਦੀ ਟਾਈਮਿੰਗ ਕਿਉਂਕਿ ਇੱਕ ਹਫ਼ਤੇ ਦੇ ਇਹਨਾਂ ਦੇ ਵਿਚਾਲੇ ਫਰਕ ਸੀ, ਸੋ ਐਂ ਲੱਗਦਾ ਸੀ ਕਿ SCO ਦੇ ਜਿਹੜੇ ਫੈਸਲੇ ਨੇ ਉਹੀ ਅਲਟੀਮੇਟਲੀ ਜਾ ਕੇ ਬ੍ਰਿਕਸ ਦੇ ਵਿੱਚ ਵੀ ਜਿਹੜੇ ਨੇ ਉਹ ਲਾਗੂ ਹੋਣਗੇ। ਔਰ ਇਸ 'ਚ ਭਾਰਤ ਈਵਨ ਇਹਨਾਂ 9 ਮੁਲਕਾਂ ਦੇ ਵਿੱਚ ਇਕੱਲਾ ਰਹਿ ਗਿਆ। ਜੁਆਇੰਟ ਸਟੇਟਮੈਂਟ ਦੇ ਵੇਲੇ 8 ਮੁਲਕਾਂ ਦੇ
ਰਿਪਰੈਜ਼ੈਂਟੇਟਿਵ ਨੇ ਦਸਤਖਤ ਕੀਤੇ। ਅਸੀਂ ਦੱਸਾਂਗੇ ਵੀ ਕਿਉਂ ਇਕੱਲਾ ਰਹਿ ਗਿਆ, ਪਰ ਜਿਹੜੀ ਮੀਟਿੰਗ ਇਹਨਾਂ ਦੀ ਜਿਹੜੀ ਹੈ ਉਹ ਬ੍ਰਾਜ਼ੀਲ ਦੇ ਵਿੱਚ ਬ੍ਰਿਕਸ ਦੇ ਹਵਾਲੇ ਨਾਲ ਹੋਣ ਜਾ ਰਹੀ ਸੀ, ਉਹਦੇ ਬਾਰੇ ਆਲਰੇਡੀ ਕਿਉਂਕਿ ਬ੍ਰਾਜ਼ੀਲ ਦੇ ਪ੍ਰੈਜ਼ੀਡੈਂਟ ਨੇ ਨਰਿੰਦਰ ਮੋਦੀ ਨੂੰ ਸਪੈਸ਼ਲ ਡਿਨਰ ਰੱਖ ਲਿਆ ਉਹਦੇ ਲਈ, ਕਿਉਂਕਿ ਇੰਡੀਆ ਬ੍ਰਿਕਸ ਦਾ ਮੈਂਬਰ ਹੈ। ਤੇ ਅੱਜ ਜਿਹੜੀ ਮੇਨ ਖਬਰ ਹੈ ਕਿ ਚਾਈਨਾ ਦੇ ਸ਼ੀ ਜਿਨਪਿੰਗ ਨੇ ਬ੍ਰਾਜ਼ੀਲ ਨੂੰ ਕਿਹਾ ਕਿ ਵੀ ਮੈਂ ਉਹਦੇ 'ਚ ਨਹੀਂ ਆਵਾਂਗਾ, ਸਾਡਾ ਪ੍ਰਾਈਮ ਮਿਨਿਸਟਰ ਆਏਗਾ। ਸੋ ਇਸ ਤੋਂ ਪਹਿਲਾਂ G20 ਦੀ ਮੀਟ ਵੀ ਜਦੋਂ ਦਿੱਲੀ 'ਚ ਹੋਈ ਤਾਂ ਕਿਉਂਕਿ ਇੰਡੀਆ ਹੋਸਟ ਕਰ ਰਿਹਾ ਸੀ, ਮੋਦੀ ਕਰ ਰਹੇ ਸੀ, ਉਹਦੇ 'ਚ ਵੀ ਉਹਨੇ ਆਪਣੀ ਐਬਸੈਂਸ ਰੱਖ ਲਈ ਸੀ। ਸੋ ਇਹ ਇੱਕ ਬਹੁਤ ਵੱਡਾ ਧੱਜਕਾ ਹੈ। ਹਾਲਾਂ ਬ੍ਰਾਜ਼ੀਲ ਦਾ ਪਿਛਲੇ ਮਹੀਨੇ ਹੀ ਬ੍ਰਾਜ਼ੀਲ ਦਾ ਪ੍ਰੈਜ਼ੀਡੈਂਟ ਚੀਨ ਤੋਂ ਹੋ ਕੇ ਗਿਆ, ਔਰ ਅੱਜ ਇਹਦੇ ਨਾਲ ਰਿਲੇਟਡ ਹੀ ਖਬਰ ਜਿਹੜੀ ਆ ਉਹ ਗਾਰਡੀਅਨ ਦੇ ਵਿੱਚ ਵੀ ਉਹਨਾਂ ਨੇ ਮੁੱਖ ਖਬਰ ਬਣਾਈ, ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਸ਼ੀ ਜਿਨਪਿੰਗ ਟੂ ਸਕਿਪ BRICS summit in Brazil after India's Modi offered state dinner. Chinese president has never missed a BRICS summit before. ਹੁਣ ਇਹ ਹੈ ਭਾਰਤ ਦੇ ਮੂੰਹ ਤੇ ਵੀ ਚਪੇੜ ਤੇ ਬ੍ਰਾਜ਼ੀਲ ਨੂੰ ਵੀ ਇਸ ਮੈਸੇਜ ਦਿੱਤਾ ਹੈ ਕਿ ਵੀ ਇਹ ਤੁਹਾਡੀ ਜਿਹੜੀ ਹੈ ਗੱਲ ਸਾਨੂੰ ਕਬੂਲ ਨਹੀਂ ਹੈ। ਔਰ ਇਹ ਉਹਨਾਂ ਦੀ ਕੈਪੀਟਲ ਹੈ ਰੀਓ ਡੀ ਜੈਨੀਰੋ, ਇਹ ਟਿਪੀਕਲ ਸਪੈਨਿਸ਼ ਨੇਮ ਹੋਏਗਾ। ਉਸ ਦੇ ਵਿੱਚ ਜਿਹੜੀ ਹੈ ਉਹ ਨੈਕਸਟ ਵੀਕ 6 ਤੇ 7 ਜੁਲਾਈ ਨੂੰ ਹੋਣੀ ਹੈ, ਜਿਸ 'ਚ ਇਹ 17ਵੀਂ ਐਨੂਅਲ ਬ੍ਰਿਕਸ ਸਮਿਟ ਹੈ। ਸੋ ਜ਼ਾਹਰ ਹੈ ਕਿ ਭਾਈ ਇਸ ਤੋਂ ਉਹਨੇ ਚਾਈਨਾ ਨੇ ਕਿਨਾਰਾ ਕਰ ਲਿਆ। ਹੁਣ ਅੱਜ ਕਿਉਂ ਭਾਰਤੀ ਮੀਡੀਆ 'ਚ ਸਾਰੀਆਂ ਖਬਰਾਂ ਜਿਹੜੀਆਂ ਇਹ ਕਹਿੰਦੀਆਂ ਨੇ ਕਿ SCO ਦੀ ਫਾਈਨਲ ਜਿਹੜੀ ਸਟੇਟਮੈਂਟ ਹੈ ਉਹਦੇ ਤੋਂ ਬਾਅਦ ਇਹ ਲੱਗਦਾ ਵੀ ਭਾਰਤ ਬਿਲਕੁਲ ਅਲੱਗ ਥਲੱਗ ਪੈ ਗਿਆ। ਹੁਣ ਰਾਜਨਾਥ ਸਿੰਘ ਨੇ ਜਿਹੜੀ ਆਪਣੀ ਪ੍ਰੈਜੈਂਟੇਸ਼ਨ ਦਿੱਤੀ, ਜਿਹਦਾ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ, ਉਹ ਡਬਲ ਸਟੈਂਡਰਡ, ਦਹਿਸ਼ਤਗਰਦੀ, ਪਹਿਲਗਾਮ ਔਰ ਦੂਸਰਾ ਤੀਸਰਾ। ਹੁਣ ਪਾਕਿਸਤਾਨ ਦੇ ਨੁਮਾਇੰਦਿਆਂ ਨੇ ਖਾਸ ਤੌਰ ਤੇ ਬਲੋਚਿਸਤਾਨ ਦੇ ਵਿੱਚ ਕਿਵੇਂ ਇੰਡੀਅਨ ਇੰਟਰਫੀਅਰੈਂਸ ਹੈ, ਕਿਉਂਕਿ ਫੋਰਨ ਇੰਟਰਫੀਅਰੈਂਸ ਹੈ, ਕੁਲਭੂਸ਼ਣ ਯਾਦਵ ਨੇ ਕੀ ਇੰਕਸ਼ਾਫ ਕੀਤੇ ਨੇ, ਔਰ ਹੁਣ ਤੱਕ ਪਾਕਿਸਤਾਨ ਜਿਸ ਮੁੱਦੇ ਦੇ ਉੱਤੇ ਬੜਾ ਡਿਫੈਂਸਿਵ ਜਿਹਾ ਪਲੇ ਕਰਦਾ ਸੀ, ਓਫੈਂਸਿਵ ਹੋ ਕੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਇੰਟਰਨੈਸ਼ਨਲ ਇੰਟਰਫੀਅਰੈਂਸ ਹੈ ਜਾਂ ਦੂਜੀ ਬਲੋਚਿਸਤਾਨ 'ਚ ਇਸ ਨੂੰ ਸ਼ਾਮਲ ਕੀਤਾ ਜਾਏ ਫਾਈਨਲ ਸਟੇਟਮੈਂਟ ਦੇ ਵਿੱਚ ਕਿ ਭਾਈ ਅਸੀਂ ਵਿਕਟਮ ਹੈ ਇਸ ਇੰਟਰਫੀਅਰੈਂਸ ਦੇ, ਔਰ ਇਹ ਰੋਕਿਆ ਜਾਏ। ਹੁਣ ਇੰਡੀਆ ਦੀ ਦਲੀਲ ਸੀ ਕਿ ਵੀ ਜੇ ਬਲੋਚਿਸਤਾਨ ਦਾ ਜਾਂ ਦੂਜਾ ਹੁੰਦਾ ਹੈ ਤੇ ਪਹਿਲਗਾਮ ਨੂੰ ਵੀ ਸ਼ਾਮਲ ਕੀਤਾ ਜਾਏ ਕਿ ਪਹਿਲਗਾਮ ਦੇ ਵਿੱਚ 28 ਬੇਗੁਨਾਹ ਮਾਰੇ ਗਏ ਦੂਜੇ। ਲੇਕਿਨ ਪਾਕਿਸਤਾਨ ਦੇ ਕੋਲ ਤਾਂ ਐਵੀਡੈਂਸ ਸੀ, ਕੁਲਭੂਸ਼ਣ ਯਾਦਵ ਦੀ ਐਵੀਡੈਂਸ ਹੈ, ਉਹਨਾਂ ਨੇ BLA ਜਿਹੜੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਆ ਉਹਨਾਂ ਦੇ ਡਾਕੂਮੈਂਟ ਭਾਰਤ ਦੇ ਕੋਲ, ਕਿਉਂਕਿ ਇਹ ਤਾਂ ਫਾਲਸ ਫਲੈਗ ਆਪਰੇਸ਼ਨ ਸੀ। ਔਰ ਜਿਵੇਂ ਅੱਜ ਇੱਕ ਕਮੈਂਟੇਟਰ ਕਹਿ ਰਿਹਾ ਸੀ, ਜੇ ਦੁਨੀਆ 'ਚ ਕੋਈ ਦੋ ਮਾਹਿਰ ਦੇਸ਼ ਦੇਖਣੇ ਹੋਣ ਜਿਹੜੇ ਫਾਲਸ ਫਲੈਗ ਆਪਰੇਸ਼ਨ ਦੇ ਐਕਸਪਰਟ ਨੇ ਤਾਂ ਇਜ਼ਰਾਈਲ ਔਰ ਭਾਰਤ ਹੈ। ਸੋ ਭਾਰਤ ਦੇ ਕੋਲ ਕੋਈ ਸਬੂਤ ਨਹੀਂ ਸੀ। ਔਰ ਹਾਲਾਂ ਪਾਕਿਸਤਾਨ ਤੇ ਹਮਲਾ ਕਰਨ ਹੁਣ ਹੋਇਆ ਜੀ, ਫਲਾਣੇ ਸ੍ਰੀਨਗਰ ਦੇ ਨੇੜਿਓਂ 4 ਬੰਦੇ ਫੜ ਲਏ ਜਾਂ ਦੂਜੇ, ਉਹ ਪਹਿਲਗਾਮ ਲਈ ਜ਼ਿੰਮੇਵਾਰ ਸੀ, ਉਹਨਾਂ 'ਚ ਕੋਈ ਪਾਕਿਸਤਾਨੀ ਵੀ ਨਹੀਂ ਹੈ ਵੀ ਤੁਸੀਂ ਅਟੈਕ ਵੀ ਕੀਤਾ। ਸੋ ਨਤੀਜੇ ਦੇ ਤੌਰ ਤੇ 9 ਦੇ 9 ਮੁਲਕਾਂ ਨੇ ਜਿਹੜੇ ਨੇ ਭਾਰਤ ਨੂੰ ਪਾਸੇ ਰੱਖ ਕੇ 8 ਮੁਲਕਾਂ ਨੇ ਜਿਹੜਾ ਉਹ ਭਾਰਤ ਦੇ ਦਾਅਵੇ ਨੂੰ ਨਹੀਂ ਮੰਨਿਆ, ਪਹਿਲਗਾਮ ਨੂੰ ਉਹਨਾਂ ਨੇ ਸ਼ਾਮਲ ਨਹੀਂ ਕੀਤਾ। ਔਰ ਭਾਰਤ ਦੇ ਰਾਜਨਾਥ ਸਿੰਘ ਨੇ ਕਿਹਾ ਜੀ ਅਸੀਂ ਦਸਤਖਤ ਨਹੀਂ ਕਰਦੇ, ਉਹਨਾਂ ਨੇ ਕਿਹਾ ਮਤ ਕਰੋ। ਔਰ ਬਾਕੀ 8 ਮੁਲਕਾਂ ਨੇ, ਦਾ ਮਤਲਬ ਰੂਸ ਵੀ ਹੈ ਉਹਦੇ 'ਚ, ਚੀਨ ਵੀ ਹੈ, ਚੀਨ ਤਾਂ ਹੈ ਹੀ ਹੈ, ਈਰਾਨ ਵੀ ਹੈ, ਔਰ ਇਹ ਸਾਰੇ ਜਿਹੜੇ ਅਸੀਂ 4 ਵੱਡੇ ਮੈਂਸ਼ਨ ਕੀਤੇ ਨੇ, ਕਜ਼ਾਕਿਸਤਾਨ, ਕਿਰਗਿਸਤਾਨ, ਤਾਜ਼ਕਿਸਤਾਨ ਔਰ ਉਜ਼ਬੇਕਿਸਤਾਨ, ਇਹਨਾਂ ਦੇ ਨੁਮਾਇੰਦਿਆਂ ਨੇ ਵੀ ਪਹਿਲਗਾਮ ਦੀ ਗੱਲ ਨੂੰ ਤਾਂ ਬਿਲਕੁਲ ਇਗਨੋਰ ਕੀਤਾ ਔਰ ਉਹਨਾਂ ਨੇ ਬਲੋਚਿਸਤਾਨ ਨੂੰ ਇਹ ਜਿਹੜਾ ਐਡਮਿਟ ਕੀਤਾ ਕਿ ਭਾਈ ਉੱਥੇ ਫੋਰਨ ਇੰਟਰਫੇਰੈਂਸ ਹੋ ਰਹੀ ਹੈ। ਔਰ ਇਸ ਦੇ ਉੱਤੇ ਜਿਹੜਾ ਸਾਬਕਾ ਫਾਈਨੈਂਸ ਮਿਨਿਸਟਰ ਇੰਡੀਆ ਦਾ ਰਿਹਾ ਯਸ਼ਵੰਤ ਸਿਨਹਾ, ਉਹਨੇ BBC ਨੂੰ ਕਿਹਾ ਕਿ ਭਾਰਤ ਦੁਨਿਆਵੀ ਮੰਚ ਦੇ ਉੱਤੇ ਪੂਰੀ ਤਰ੍ਹਾਂ ਅਲੱਗ ਥਲੱਗ ਹੋ ਗਿਆ। SCO ਦੀ ਪ੍ਰੈਸ ਰਿਲੀਜ਼ ਇਸ ਦੀ ਤਾਜ਼ਾ ਉਦਾਹਰਣ ਹੈ ਕਿ ਜਿਸ ਨੇ ਪਹਿਲਗਾਮ 'ਚ ਹੋਇਆ ਆਤੰਕੀ ਹਮਲੇ ਨੂੰ ਤਾਂ ਨਜ਼ਰਅੰਦਾਜ਼ ਕਰਤਾ, ਪਰ ਇਸ ਦੇ ਵਿੱਚ ਬਲੋਚਿਸਤਾਨ ਦਾ ਜ਼ਿਕਰ ਕੀਤਾ ਗਿਆ। ਔਰ ਇਹੀ ਗੱਲ ਜਿਹੜੀ ਹੈ ਈਵਨ ਕਾਂਗਰਸ ਦੇ ਨੁਮਾਇੰਦੇ ਨੇ ਵੀ ਕਹੀ, ਔਰ ਉਹਨੇ ਵੀ ਕਾਂਗਰਸ ਦਾ ਜਿਹੜਾ ਸ਼ਮਾ ਮੁਹੰਮਦ ਉਹਨਾਂ ਦਾ ਜੁਆਇੰਟ ਸੈਕਟਰੀ ਹੈ, ਉਹਨਾਂ ਨੇ ਕਿਹਾ ਕਿ ਜੀ ਇਹ ਪਹਿਲਗਾਮ ਦਾ ਜ਼ਿਕਰ ਤੱਕ ਨਹੀਂ ਹੋਇਆ ਔਰ ਹੁਣ ਬਲੋਚਿਸਤਾਨ ਵੀ ਇੰਟਰਨੈਸ਼ਨਲ ਇਸ਼ੂ ਬਣ ਗਿਆ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਸ਼ੋਅ ਕਰਦਾ ਹੈ ਕਿ ਭਾਰਤ ਦੀ ਬੜੀ ਬੁਰੀ ਤਰ੍ਹਾਂ ਹਾਰ ਹੋਈ ਹੈ। ਔਰ ਜ਼ਾਹਰ ਹੈ ਬਾਕੀ ਸਾਰੇ ਇੰਟਰਨੈਸ਼ਨਲ ਮੀਡੀਆ ਨੇ ਵੀ ਕਿਹਾ
ਵੀ ਇਹ ਪਾਕਿਸਤਾਨ ਦੀ ਬਹੁਤ ਵੱਡੀ ਡਿਪਲੋਮੈਟਿਕ ਵਿਕਟਰੀ ਹੈ ਅੱਛਾ ਕਿ ਜਿੱਥੇ ਬਲੋਚਿਸਤਾਨ ਦੇ ਵਿੱਚ ਜਿੰਨੀ ਹਿੰਸਾ, ਜਿਵੇਂ ਪਿੱਛੇ ਟ੍ਰੇਨ ਹਾਈਜੈਕ ਕੀਤੀ ਇੰਡੀਆ ਕਰਵਾ ਰਿਹਾ ਸੀ ਔਰ ਉਸ ਦਾ ਕੋਈ ਦੁਨੀਆ 'ਚ ਨੋਟਿਸ ਨਹੀਂ ਸੀ ਲੈਂਦਾ, ਇਹ ਪਹਿਲਾ ਵੱਡਾ ਫੋਰਮ ਬਣ ਗਿਆ SCO ਜਿਹਦੇ 'ਚ ਬਲੋਚਿਸਤਾਨ ਦੇ ਵਿੱਚ ਵੀ ਇਹ ਜਿਹੜੀ ਟਰਾਂਸਨੈਸ਼ਨਲ ਜਿਹੜੀ ਹੈ ਉਹਨਾਂ ਦੀ ਨੀਤੀ ਔਰ ਇਸ ਨੇ ਜਿਹੜਾ ਔਰ ਹੁਣ ਕਿਉਂਕਿ ਐਸ ਜੈ ਸ਼ੰਕਰ ਔਰ ਦੂਜੇ ਦਾ ਇੰਨਾ ਜਲੂਸ ਨਿਕਲ ਰਿਹਾ ਕਿ ਸ਼ਸ਼ੀ ਥਰੂਰ ਜਿਹਨੂੰ ਪਹਿਲਾਂ 59 ਨੁਮਾਇੰਦੇ MP ਔਰ ਦੂਜੇ 39 ਮੁਲਕਾਂ ਦੇ ਵਿੱਚ ਭੇਜੇ ਔਰ ਇਹ ਲੱਗ ਰਿਹਾ ਕਿ ਵੀ ਸ਼ਸ਼ੀ ਥਰੂਰ ਨੂੰ ਨਵਾਂ ਫੋਰਨ ਮਿਨਿਸਟਰ ਬਣਾਇਆ ਜਾ ਸਕਦਾ ਹੈ। ਕਾਂਗਰਸ ਵੀ ਉਹਨੂੰ ਕਰਸ ਕਰ ਰਹੀ ਹੈ, ਉਹ ਬੜਾ ਮੋਦੀ ਦੀ ਤਾਰੀਫ ਕਰ ਰਿਹਾ, ਪਰ ਇਹ ਲੱਗਦਾ ਹੈ ਕਿ ਭਾਈ ਇੰਡੀਆ ਦਾ ਇਕੱਲੀ ਜਦੋਂ ਫੋਰਨ ਪਾਲਿਸੀ ਹੀ ਜਿਹੜੀ ਆ ਉਹ ਕਲੈਪਸ ਨਹੀਂ ਹੈ, ਇਹਨਾਂ ਦਾ ਐਜ਼ ਏ ਮੁਲਕ ਵੀ ਜਿਹੜਾ ਸਾਰਾ ਜਲੂਸ ਔਰ ਇੱਕ ਕਮਜ਼ੋਰ ਮੁਲਕ ਜਿਹੜਾ ਦਹਿਸ਼ਤਗਰਦੀ ਨੂੰ ਇਸਤੇਮਾਲ ਕਰਦਾ ਹੈ ਸਟੇਟ ਵੈਪਨ ਦੇ ਤੌਰ ਤੇ ਵਿਦਨ ਮਾਈਨੋਰਟੀਜ਼ ਅਕਲੀਤਾਂ ਨੂੰ ਦਬਾਉਣ ਲਈ ਵੀ, ਔਰ ਉਹ ਟੈਰਰ ਵੈਪਨ ਨੂੰ ਯੂਜ਼ ਕਰਦਾ ਹੈ ਸਿੱਖਾਂ ਦੀ ਔਰ ਕਸ਼ਮੀਰੀਆਂ ਦੀ, ਉਹਨਾਂ ਦੀ ਡਾਈਸੈਂਟ ਜਾਂ ਉਹਨਾਂ ਦੇ ਆਜ਼ਾਦੀ ਤਹਿਰੀਕਾਂ ਨੂੰ ਦਬਾਉਣ ਲਈ ਵੀ, ਔਰ ਈਵਨ ਪਾਕਿਸਤਾਨ ਦੇ ਵਿੱਚ ਬਲੋਚਿਸਤਾਨ ਦੇ ਵਿੱਚ ਸਿੱਧੇ ਤੌਰ ਤੇ ਇੰਟਰਫੀਅਰ ਕਰ ਰਿਹਾ ਹੈ ਦਹਿਸ਼ਤਗਰਦੀ ਰਾਹੀਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਔਰ ਬ੍ਰੇਕ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੀ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵੀਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਮਰਨ ਮੁਨਸਾ ਸੂਰਿਆ ਹੱਕ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਅਤੇ ਜੂਨ 1984 ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਟੁਲੈਰੀ ਕੈਲੀਫੋਰਨੀਆ ਵਿਖੇ 4, 5 ਅਤੇ 6 ਜੁਲਾਈ ਨੂੰ ਕਰਵਾਏ ਜਾ ਰਹੇ ਹਨ। ਸ਼ੁੱਕਰਵਾਰ ਅਤੇ ਸ਼ਨੀਚਰਵਾਰ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਕਵੀਸ਼ਰੀ ਜਥਾ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਅਤੇ ਭਾਈ ਗੁਰਲਾਲ ਸਿੰਘ ਦਮਦਮੀ ਟਕਸਾਲ ਵਾਲੇ ਹਾਜ਼ਰੀ ਭਰਨਗੇ। ਉਪਰੰਤ ਪੰਥਕ ਆਗੂ ਸਹਿਬਾਨ ਅਤੇ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ। ਸਮੂਹ ਸਿੱਖ ਸੰਗਤਾਂ ਅਤੇ ਪਾਰਟੀ ਆਗੂਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ, ਮਰਨ ਮੁਨਸਾ ਸੂਰਿਆ ਹੱਕ ਹੈ। ਤਪਤ ਕੜਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਭਾਣੇ ਦੀ ਮੂਰਤ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਿੱਖ ਸੈਂਟਰ ਆਫ ਨਿਊਯਾਰਕ ਇੰਕ ਗੁਰਦੁਆਰਾ ਸਾਹਿਬ ਫਲਸਿੰਗ ਅਤੇ ਕੁਈਨ ਵਿਲੇਜ ਵੱਲੋਂ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 28 ਜੂਨ ਦਿਨ ਸ਼ਨੀਚਰਵਾਰ ਨੂੰ ਮਹਾਨ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਇਸ ਨਗਰ ਕੀਰਤਨ ਵਿੱਚ ਕੇਸਰੀ ਤੇ ਨੀਲੀਆਂ ਦਸਤਾਰਾਂ, ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਤਪਤ ਕੜਾ ਬੁਝ ਗਿਆ, ਗੁਰ ਸੀਤਲ ਨਾਮ ਦਿਓ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਾਲ ਹੀ ਵਿੱਚ ਚੀਨ, ਬੰਗਲਾਦੇਸ਼ ਅਤੇ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਵਿੱਚ ਚੀਨ ਦੇ ਸੂਬੇ ਯੂਨਾਨ ਵਿੱਚ ਇੱਕ 3 ਪੱਖੀ ਮੀਟਿੰਗ ਹੋਈ, ਜਿਸ ਵਿੱਚ ਅੱਡ-ਅੱਡ ਮਸਲਿਆਂ ਨੂੰ ਵਿਚਾਰਿਆ ਗਿਆ।
ਔਰ ਇਸ ਨੂੰ ਲੈ ਕੇ ਭਾਰਤ ਵਿੱਚ ਕਾਫੀ ਚਿੰਤਾ ਹੈ। ਇਸ ਤੋਂ ਫੌਰਨ ਬਾਅਦ ਭਾਰਤ ਨੇ ਬੰਗਲਾਦੇਸ਼ ਨੂੰ ਪੇਸ਼ਕਸ਼ ਕੀਤੀ ਹੈ ਕਿ ਉਹ ਬੰਗਲਾਦੇਸ਼ ਨਾਲ ਗੱਲਬਾਤ ਰਾਹੀਂ ਹਰ ਮਸਲਾ ਹੱਲ ਕਰਨਾ ਚਾਹੁੰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਭਾਰਤ ਨੇ ਔਰ ਉਹਨਾਂ ਦੀ ਖੁਫੀਆ ਏਜੰਸੀ ਰਾਹ ਨੇ ਬੜੀ ਵੱਡੀ ਜਿਹੜੀ ਹੈ ਉਹ ਸਾਜ਼ਿਸ਼ ਕਰਕੇ ਔਰ ਇੱਕ ਵੱਡਾ ਆਪਰੇਸ਼ਨ ਇੰਟੈਲੀਜੈਂਸ ਦੀ ਲੈਂਗੁਏਜ ਕਹਿਣਾ ਹੋਏ ਤੇ ਉਹ ਕਰਕੇ ਮਸ਼ਰਕੀ ਪਾਕਿਸਤਾਨ ਜਿਹੜਾ ਕਿ ਪੂਰਬੀ ਬੰਗਾਲ ਜਿਹਨੂੰ ਕਹਿੰਦੇ ਸੀ ਉਸ ਨੂੰ ਤੋੜਿਆ, ਪਾਕਿਸਤਾਨ ਨਾਲੋਂ ਬੰਗਲਾਦੇਸ਼ ਬਣਾਇਆ। ਸ਼ੇਖ ਮੁਜੀਬੁਰ ਰਹਿਮਾਨ ਨੂੰ ਐਜ਼ ਏ ਪੌਨ, ਐਜ਼ ਏ ਕਠਪੁਤਲੀ ਇਸਤੇਮਾਲ ਕਰਕੇ ਫੇਵਰੇਬਲ ਜਿਹੜੇ ਇੰਡੀਆ ਫੇਵਰਿੰਗ ਸਮਝੌਤੇ ਸੀ ਉਹ ਵੀ ਕੀਤੇ, ਪਾਣੀਆਂ ਦੇ ਮੁੱਦੇ ਤੇ ਵੀ, ਫਰਾਖਾ ਡੈਮ ਦੇ ਮੁੱਦੇ ਤੇ ਵੀ। ਪਰ ਬਹੁਤ ਜਲਦੀ ਬੰਗਾਲੀਆਂ ਦੇ ਵਿੱਚ ਜਦੋਂ ਅਸੀਂ ਲੋਕਾਂ ਦੇ ਸੁਭਾਅ ਕਰੈਕਟਰ ਦੀ ਗੱਲ ਕਰਦੇ ਹਾਂ ਤੇ ਬੰਗਾਲੀ ਇੱਕ ਰੈਵੋਲੂਸ਼ਨਰੀ ਕੌਮ ਵੀ ਨੇ ਔਰ ਉਹਨਾਂ ਦਾ ਜੇ ਤੁਸੀਂ ਹਿਸਟਰੀ ਇਤਿਹਾਸ ਦੇਖੋ ਉਹਨਾਂ 'ਚ ਬੇਸ਼ੱਕ ਉਹ ਪਹਿਰਾਵੇ ਦੇ ਪੱਖੋਂ ਜਾਂ ਦੂਸਰੇ ਉਹਨਾਂ 'ਚ ਤੁਹਾਨੂੰ ਸਾਦਗੀ ਨਜ਼ਰ ਆਏਗੀ ਜਾਂ ਕਈ ਵਾਰ ਕੰਜੂਸਪੁਣਾ ਵੀ ਨਜ਼ਰ ਆਏਗਾ, ਪਰ ਐਸਾ ਕੋਈ ਬੰਗਾਲੀ ਨਹੀਂ ਹੋਏਗਾ ਜਿਹੜਾ ਮਹੀਨੇ 'ਚ 2 ਕਿਤਾਬਾਂ ਨਾ ਪੜ੍ਹਦਾ ਹੋਏ। ਉਹ ਇੰਟੈਲੈਕਟ ਪੱਖੋਂ ਔਰ ਸ਼ਾਇਦ ਉਹਦਾ ਕਾਰਨ ਜਦੋਂ ਅੰਗਰੇਜ਼ਾਂ ਨੇ 1757 ਦੇ ਵਿੱਚ ਬੰਗਾਲ ਫਤਿਹ ਕੀਤਾ ਤਾਂ ਪਹਿਲੀਆਂ ਵੱਡੀਆਂ ਐਜੂਕੇਸ਼ਨ ਇੰਸਟੀਟਿਊਸ਼ਨਸ ਕੈਲਕਟਾ 'ਚ 18th ਸੈਂਚੁਰੀ 'ਚ ਆਈਆਂ। ਪੰਜਾਬ ਤਾਂ ਸਭ ਤੋਂ ਲਾਸਟ 100 ਸਾਲ ਬਾਅਦ ਪੰਜਾਬ ਉਹਨਾਂ ਨੇ ਫਤਿਹ ਕੀਤਾ ਔਰ 19ਵੀਂ ਸਦੀ ਦੇ ਅੱਧ 'ਚ ਆ ਕੇ ਪੰਜਾਬ ਦੇ ਵਿੱਚ ਅੰਗਰੇਜ਼ੀ ਐਜੂਕੇਸ਼ਨ ਆਈ। ਪਰ ਇਸ ਕੋਈ ਸ਼ੱਕ ਨਹੀਂ ਹੈ ਕਿ ਵੀ ਬੰਗਾਲੀ ਉਹ ਕਿਸੇ ਵੀ ਪੱਖ ਦੇ ਹੋਣ, ਉਹ ਭਾਵੇਂ ਹਿੰਦੂ ਬੰਗਾਲੀ ਹੈ ਜਾਂ ਮੁਸਲਮਾਨ ਬੰਗਾਲੀ ਹੈ। ਮੁਸਲਮਾਨ ਬੰਗਾਲੀਆਂ ਨੇ ਹੀ ਪਾਕਿਸਤਾਨ ਬਣਾਇਆ ਕਿਉਂਕਿ ਹਿੰਦੂ ਕਰੈਕਟਰ ਨੂੰ ਜਿੰਨੀ ਜਲਦੀ ਉਹਨਾਂ ਨੇ ਸਭ ਤੋਂ ਪਹਿਲਾਂ ਮਤਾ ਉਹਨਾਂ ਨੇ ਹੀ ਲਿਆਂਦਾ ਸੀ। ਔਰ ਜੇ ਹਿੰਦੂ ਬੰਗਾਲੀਆਂ ਦਾ ਕਹਿਣਾ ਹੋਏ ਤਾਂ ਫਰੀडम ਮੂਵਮੈਂਟ ਦੇ ਵਿੱਚ ਜਾਂ ਪਹਿਲਾਂ ਹਿੰਦੂਆਂ ਦੇ ਵਿਚਲੇ ਰਾਜਾ ਰਾਮ ਮੋਹਨ ਰਾਏ ਜਾਂ ਦੂਸਰਿਆਂ ਨੇ ਜਿਨ੍ਹਾਂ ਨੇ ਸੁਧਾਰਵਾਦੀ ਲਾਈਨ ਰਹੀ, ਬੰਕਮ ਚੰਦਰ ਚੈਟਰਜੀ ਔਰ ਰੈਵੋਲੂਸ਼ਨਰੀ ਲਾਈਨ ਵੀ ਜਿਹਦੇ ਥੱਲੇ ਆਨੰਦ ਮੱਠ ਲਿਖਿਆ ਗਿਆ ਔਰ ਬਾਅਦ ਦੇ ਵਿੱਚ ਰਵਿੰਦਰਨਾਥ ਟੈਗੋਰ ਵਰਗੇ ਔਰ ਦੂਸਰੇ ਲੋਕ ਜਿਹੜੇ ਨੇ ਉਹਨਾਂ ਨੇ ਉਸ ਨੂੰ ਇੰਟੈਲੈਕਟ ਪ੍ਰਦਾਨ ਕੀਤਾ। ਸੋ ਬੰਗਾਲੀਆਂ 'ਚ ਇੱਕ ਆਪਣੇ ਕਿਸਮ ਦਾ ਕਰੈਕਟਰ ਹੈ ਔਰ ਉਹ ਬਹੁਤ ਜਲਦ ਸਮਝ ਆਉਂਦੇ ਨੇ ਕਿ ਇਹ ਠੀਕ ਹੈ। ਇੱਕ ਪਾਕਿਸਤਾਨ ਦੇ ਵਿੱਚ ਅੱਜ ਵੀ ਆਪਣੇ ਆਪ 'ਚ ਡਿਬੇਟ ਹੁੰਦੀ ਹੈ ਕਿ ਜਿਹੜਾ ਬੰਗਾਲੀਆਂ ਦਾ ਟੁੱਟਣਾ ਸੀ ਪਾਕਿਸਤਾਨ ਨਾਲੋਂ ਵੀ ਇਹਦੇ ਪਿੱਛੇ ਇੱਕ ਰੀਜ਼ਨ ਇੰਡੀਆ ਨੇ ਤਾਂ ਆਪਣੀ ਗੇਮ ਖੇਡੀ, ਸਾਜ਼ਿਸ਼ ਕੀਤੀ, ਪਰ ਕਿਤੇ ਨਾ ਕਿਤੇ ਈਵਨ ਕਿਉਂਕਿ ਜਨਰਲ ਅਯੂਬ ਖਾਨ ਨੂੰ ਕੋਟ ਕੀਤਾ ਜਾਂਦਾ ਹੈ 60s ਦੇ ਵਿੱਚ, ਉਹਨੇ ਕਹਿਣਾ ਆਪਣੇ ਇੱਕ ਜਿਹੜਾ ਮਿਨਿਸਟਰ ਨੂੰ ਸੱਦ ਕੇ ਜਿਹੜਾ ਸ਼ਾਇਦ ਬੰਗਾਲੀ ਮੂਲ ਦਾ ਸੀ ਜਾਂ ਦੂਜਾ, ਕਿਉਂਕਿ ਔਨ ਰਿਕਾਰਡ ਨੇ ਚੀਜ਼ਾਂ ਕਿ ਜੀ ਨਾ ਬੰਗਾਲੀਆਂ ਤੋਂ ਸਾਡੀ ਜਾਨ ਛੁਡਾਓ। ਇਹ ਸ਼ਿਕਾਇਤ ਹੀ ਕਰਦੇ ਰਹਿੰਦੇ ਨੇ ਵੀ ਸਾਡੀ ਤੁਸੀਂ ਪਟਸਨ ਲੈ ਗਏ, ਦੂਜਾ ਲੈ ਗਏ ਔਰ ਸਾਨੂੰ ਤੁਸੀਂ ਜਿਹੜਾ ਉਹ ਇਨ ਰਿਟਰਨ ਨਹੀਂ ਦਿੰਦੇ ਕੁਛ ਵੀ ਔਰ ਇਹ ਉਹ। ਸੋ ਮਤਲਬ ਇਹ ਔਰ ਇਹ ਜੇ ਬਿਹੇਵੀਅਰ ਦੇਖਣਾ ਹੋਏ ਕਿ ਜਿਹੜਾ ਉਹ ਭਾਵੇਂ ਜ਼ੁਲਫਿਕਾਰ ਅਲੀ ਭੁੱਟੋ ਵੀ ਇੱਕ ਕਰੈਕਟਰ ਹੈ ਔਰ ਯਹੀਆ ਖਾਨ ਵੀ ਇੱਕ ਕਰੈਕਟਰ ਹੈ ਕਿ ਇਲੈਕਸ਼ਨਾਂ ਜਿੱਤਣ ਤੋਂ ਬਾਅਦ ਵੀ ਜਿਹੜਾ ਉਹਨਾਂ ਦੇ ਹਵਾਲੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਪਾਵਰ ਨਾ ਦੇਣਾ ਇਹ ਇੱਕ ਵੱਖਰੀ ਡਿਬੇਟ ਹੈ। ਪਰ ਇਹਦੇ 'ਚ ਕੋਈ ਜਾਂ ਉਸ ਤੋਂ ਪਹਿਲਾਂ 1950 'ਚ ਜਦੋਂ ਨੈਸ਼ਨਲ ਲੈਂਗੁਏਜ ਦਾ ਇਸ਼ੂ ਆਇਆ ਔਰ ਜਿਹੜਾ ਇਮੀਡੀਏਟਲੀ ਜਿਹੜਾ ਬੰਗਲਾ ਨੂੰ ਇਗਨੋਰ ਕਰਕੇ ਉਰਦੂ ਨੂੰ ਥੋਪਣ ਦੀ ਲਾਈਨ ਸੀ, ਉਹਨੇ ਆਲਰੇਡੀ ਬੈਡ ਬਲੱਡ ਪੈਦਾ ਕਰ ਦਿੱਤਾ ਸੀ। ਲੇਕਿਨ ਜਿਹੜੇ ਜਰਨੈਲਾਂ ਦਾ ਰੁਖ ਸੀ ਅਯੂਬ ਖਾਨ ਦੇ ਵੇਲੇ ਤੋਂ ਹੀ, ਉਹਨੇ ਵੀ ਬੰਗਾਲੀਆਂ ਨੂੰ ਆਈਸੋਲੇਟ ਕੀਤਾ ਔਰ ਆਮ ਲੋਕਾਂ ਦੇ ਵਿੱਚ ਵੀ ਜਿਹੜੀ ਹੈ ਜਦੋਂ ਅਸੀਂ ਦੇਖੀਏ, ਇੱਕ ਉਹਨਾਂ ਦੇ ਇੰਟੈਲੈਕਚੁਅਲ ਕਹਿ ਰਹੇ ਸੀ ਕਿ ਵੀ ਸਾਡੀ ਪੰਜਾਬ ਯੂਨੀਵਰਸਿਟੀ ਲਾਹੌਰ 'ਚ ਬੰਗਾਲੀ ਸਟੂਡੈਂਟ ਜਾਂ ਦੂਜੇ ਸੀ ਪਰ ਅਸੀਂ ਉਹਨਾਂ ਨਾਲ ਘੁਲਦੇ ਮਿਲਦੇ ਨਹੀਂ ਸੀ, ਸਾਨੂੰ ਲੱਗਦਾ ਸੀ ਗੰਦੇ ਨੇ, ਇਹਨਾਂ ਦੇ ਬੋ ਆਉਂਦੀ ਹੈ ਮੱਛੀ ਦੀ, ਕੋਲ ਵੀ ਬੈਠੇ ਹੋਣ ਦੂਜੇ, ਇੱਕ ਜਿਵੇਂ ਤੁਸੀਂ ਕਿਸੇ ਨੂੰ ਊਨ ਨਹੀਂ ਕਰਦੇ ਔਰ ਸ਼ਾਇਦ ਇਸੇ ਹੀ ਜਿਹਨੂੰ ਫਾਲਟ ਲਾਈਨ ਤਾਂ ਤੁਹਾਡਾ ਬਿਹੇਵੀਅਰ ਕ੍ਰੀਏਟ ਕਰਦਾ ਉਹਨੂੰ ਹੀ ਉਹਨਾਂ ਨੇ ਐਕਸਪਲੋਇਟ ਕੀਤਾ ਇੰਡੀਆ ਨੇ। ਲੇਕਿਨ ਉਹ ਇਹ ਸਮਝਦੇ ਸੀ ਕਿ ਜੇ ਅਸੀਂ ਪਾਕਿਸਤਾਨ ਨੂੰ ਤੋੜ ਦਿੱਤਾ, ਬੰਗਲਾਦੇਸ਼ ਹੁਣ ਸਾਡੀ ਕਠਪੁਤਲੀ ਹੈ ਜਿਵੇਂ ਕਵਾਂਗੇ ਉਵੇਂ ਲੇਕਿਨ 3-4 ਸਾਲ ਦੇ ਵਿੱਚ ਹੀ ਸ਼ੇਖ ਮੁਜੀਬੁਰ ਰਹਿਮਾਨ ਤੇ ਉਹਦੇ ਸਾਰੇ ਟੱਬਰ ਦਾ ਫੌਜ ਨੇ ਕੂਕ ਕੀਤਾ। ਦੁਖੀ ਸੀ ਕਿ ਵੀ ਇਹ ਬਹੁਤ ਪ੍ਰੋ ਇੰਡੀਆ ਲਾਈਨ ਦੇ ਥੱਲੇ ਬੰਗਾਲੀਆਂ ਦੇ ਇੰਟਰਸਟ ਵੇਚ ਰਹੇ ਔਰ ਫਿਰ ਉਹਦੇ ਇਹ 2 ਭੈਣਾਂ ਸ਼ੇਖ ਹਸੀਨਾ ਔਰ ਇਹਦੀ ਇੱਕ ਹੋਰ ਭੈਣ ਬਾਹਰ ਸੀ, ਇਹ ਬਚ ਗਏ, ਬਾਕੀ ਦਾ ਟੱਬਰ ਸਾਰਾ ਮਾਰਤਾ ਸੀ। ਲੇਕਿਨ ਫਿਰ ਹੌਲੀ ਇੰਡੀਆ ਦੀ ਰਾਹ ਕਾਮਯਾਬ ਰਹੀ, ਜਿਵੇਂ ਉਹਨੇ ਸ਼ੇਖ ਹਸੀਨਾ ਨੂੰ ਵਾਪਸ ਲਿਆ ਕੇ ਬਿਠਾਇਆ, ਫਿਰ ਕਿੰਨੇ ਸਾਲ ਇਲੈਕਸ਼ਨ ਰਿਗ ਕਰਦੇ ਰਹੇ। ਲੇਕਿਨ
ਪਿਛਲੇ ਪੀਰੀਅਡ 'ਚ ਜਦੋਂ ਉੱਥੇ ਅਗੇਨ, ਕਿਉਂਕਿ ਬੰਗਾਲ ਦੇ ਵਿੱਚ ਜਿੰਨੇ ਵੀ ਰੈਵੋਲੂਸ਼ਨ ਲੀਡ ਹੋਏ ਨੇ ਉਹ ਸਟੂਡੈਂਟਸ ਵੱਲੋਂ ਹੀ ਹੁੰਦੇ ਨੇ। ਈਵਨ ਜਿਹੜਾ ਲੈਂਗੁਏਜ ਇਸ਼ੂ ਦੇ ਉੱਤੇ ਵੀ ਸੀ, ਜਦੋਂ ਉਰਦੂ ਲੈਂਗੁਏਜ ਬਣਾਈ ਗਈ ਉਹ ਵੀ ਢਾਕਾ ਯੂਨੀਵਰਸਿਟੀ 'ਚ ਹੀ ਸੀ, ਔਰ 1952-53 ਚ ਦੇ ਪੀਰੀਅਡ 'ਚ ਹੀ ਕਿੰਨੇ ਸਟੂਡੈਂਟ ਮਾਰੇ ਗਏ ਸੀ ਉੱਥੇ ਇਸ ਮੁੱਦੇ ਤੇ ਜੀ। ਔਰ 1971 ਦੇ ਵਿੱਚ ਵੀ ਜਿਹੜੀ ਮੂਵਮੈਂਟ ਸ਼ੁਰੂ ਕੀਤੀ ਗਈ ਕਿ ਬਈ ਪਾਵਰ ਤੁਸੀਂ ਦੇ ਨਹੀਂ ਰਹੇ, ਉਹ ਵੀ ਸਟੂਡੈਂਟਸ ਨੇ ਕੀਤੀ। ਔਰ ਇਹ ਵੀ ਜਿਹੜੀ ਸ਼ੇਖ ਹਸੀਨਾ ਦੇ ਖਿਲਾਫ ਸਾਰਾ ਰਿਬੈਲੀਅਨ ਹੈ ਉਹ ਸਟੂਡੈਂਟਸ ਨੇ। ਔਰ ਢਾਕਾ ਯੂਨੀਵਰਸਿਟੀ, ਢਾਕਾ ਕੈਪੀਟਲ ਹੈ ਉਹਨਾਂ ਦੀ, ਉਹ ਹੱਬ ਹੈ, ਫਿਰ ਸਾਰੇ ਪਾਸੇ ਫੈਲ ਜਾਂਦੀ ਹੈ। ਔਰ ਉਹ ਇੰਨਾ ਤੇਜ਼ੀ ਨਾਲ ਸ਼ੇਖ ਹਸੀਨਾ ਦੇ ਖਿਲਾਫ ਵੀ ਲਾਈਨ ਆਈ ਕਿ ਉਹਨੂੰ ਭੱਜ ਕੇ ਜਾਣਾ ਪਿਆ। ਮੁਹੰਮਦ ਯੂਨਸ ਨੋਬਲ ਲੌਰੀਏਟ ਇਸ ਵੇਲੇ ਜਿਹੜੇ ਚੀਫ ਐਡਵਾਈਜ਼ਰ ਕਹੇ ਜਾਂਦੇ ਨੇ, ਪਰ ਅਲਟੀਮੇਟਲੀ ਪ੍ਰੈਜ਼ੀਡੈਂਟ ਨੇ। ਹਾਲਾਂ ਨੈਕਸਟ ਈਅਰ ਸ਼ਾਇਦ ਇਲੈਕਸ਼ਨਾਂ ਦਾ ਐਲਾਨ ਕੀਤਾ ਹੈ। ਔਰ ਇਹਦੇ ਚੱਲਦੇ ਆ ਮੁਹੰਮਦ ਯੂਨਸ ਨੇ ਟੋਟਲ ਜਿਹੜਾ ਉਹ ਇੰਡੀਆ ਤੋਂ ਡਿਸਟੈਂਸ ਕੀਤਾ, ਚਾਈਨਾ ਦੇ ਨਾਲ ਕੁਰਬਤ ਕੀਤੀ, ਪਾਕਿਸਤਾਨ ਦੇ ਨਾਲ ਕੁਰਬਤ, ਇੱਕਦਮ ਵਪਾਰ ਵੀ ਸ਼ੁਰੂ ਕਰ ਲਿਆ, ਇਨਵਾਈਟ ਵੀ ਕਰ ਲਿਆ। ਔਰ ਦੂਸਰਾ ਵੀ, ਔਰ ਈਵਨ ਮੁਹੰਮਦ ਯੂਨਸ ਨੇ ਚੀਨ ਦੇ ਦੌਰੇ ਵੇਲੇ ਉਹਨਾਂ ਦੇ ਵੱਡੇ ਜਿਹੜੇ ਟਰੇਡਰ ਔਰ ਦੂਸਰੇ ਸੀ ਵਪਾਰੀ ਕਮਰਸ਼ੀਅਲ, ਉਹਨਾਂ ਨੂੰ ਕਿਹਾ ਕਿ ਬਈ ਆਓ ਅਸੀਂ ਸਮੁੰਦਰ ਦੇ ਪਹਿਰੇਦਾਰ ਹਾਂ, 7 ਸਟੇਟਾਂ ਜਿਹੜੀਆਂ ਨੇ ਇੰਡੀਆ ਦੀਆਂ ਉਹ ਸਾਡੇ ਮਰਜ਼ੀ ਤੇ ਨੇ, ਇਸ ਕਿਸਮ ਦਾ। ਉਹਨੂੰ ਲੈ ਕੇ ਵੀ ਇੰਡੀਆ ਨੇ ਬੜੀਆਂ ਚੀਕਾਂ ਮਾਰੀਆਂ। ਔਰ ਈਵਨ ਮੁਹੰਮਦ ਯੂਨਸ ਦੇ ਕਰੀਬੀ ਮਿਨਿਸਟਰ ਨੇ, ਜਦੋਂ 4 ਰੋਜ਼ਾ ਜਿਹੜਾ ਉਹ ਚੱਲ ਰਿਹਾ ਸੀ ਭਾਰਤ ਔਰ ਪਾਕਿਸਤਾਨ ਦਾ, ਜਾਂ ਉਦੋਂ ਸੀ ਵੀ ਭਾਰਤ ਹਮਲਾ ਕਰੇਗਾ, ਉਦੋਂ ਉਹਨਾਂ ਨੇ ਕਿਹਾ ਸੀ ਜੇ ਭਾਰਤ ਨੇ ਹਮਲਾ ਕੀਤਾ ਪਾਕਿਸਤਾਨ ਤੇ ਅਸੀਂ ਉਹ 7 ਸਟੇਟਾਂ ਜਿਹੜੀਆਂ ਨੇ ਉਹ ਅਨੈਕਸ ਕਰ ਲਾਂਗੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਇਹ ਜਿਹੜੀ ਚੀਨ ਪਾਕਿਸਤਾਨ ਦੇ ਤਾਂ ਪਹਿਲਾਂ ਹੀ ਕੁਰਬਤ ਹੈ, ਔਰ ਚੀਨ ਬੰਗਲਾਦੇਸ਼ ਦੀ, ਔਰ ਬੰਗਲਾਦੇਸ਼ ਪਾਕਿਸਤਾਨ ਦੀ। ਹੁਣ ਇਹ ਸਾਰਾ ਜਿਹੜਾ ਅਲਾਇੰਸ ਹੈ, ਫਿਰ ਇਹ ਆਇਆ ਕਿ ਜੀ ਜਿਹੜਾ ਇਹਨਾਂ ਦਾ ਚਿਕਨ ਨੈਕ ਹੈ 7 ਸਟੇਟਾਂ ਵਾਲਾ, ਉਹਦੇ ਤੋਂ 12 ਕਿਲੋਮੀਟਰ ਦੀ ਦੂਰੀ ਦੇ ਉੱਤੇ ਜਿਹੜਾ ਬੰਦ ਪਿਆ 에ਅਰ ਬੇਸ ਸੀ, ਔਰ ਜੋ ਦੂਸਰਾ ਸੀ ਉਸ ਨੂੰ ਜਿਹੜਾ ਕਿੰਨੇ ਮੀਲ 'ਚ ਫੈਲਿਆ ਹੋਇਆ, ਉਹਨੂੰ ਰੀਓਪਨ ਕਰ ਦਿੱਤਾ। ਸੋ ਹੁਣ ਜਿਹੜੀ ਖਬਰ, ਅੱਜ 2 ਖਬਰਾਂ ਸਾਈਮਲਟੇਨੀਅਸਲੀ ਨੇ। ਇੱਕ ਪਾਸੇ ਇਹ ਹੈ ਕਿ ਭਾਈ ਚਾਈਨਾ ਜਿਹੜੀ ਹੈ, ਚਾਈਨਾ, ਪਾਕਿਸਤਾਨ, ਬੰਗਲਾਦੇਸ਼, ਇਹਨਾਂ ਤਿੰਨੋਂ ਮੁਲਕਾਂ ਦੇ ਨੁਮਾਇੰਦਿਆਂ ਦੀ ਟ੍ਰਾਈਲੇਟਰਲ ਮੀਟਿੰਗ ਹੋਈ। ਔਰ ਇਹ ਮੀਟਿੰਗ ਜਿਹੜੀ ਹੈ 19 ਜੂਨ ਨੂੰ ਯੂਨਾਨ ਚਾਈਨਾ ਦੇ ਵਿੱਚ ਹੋਈ, ਕਿਉਂਕਿ ਉੱਥੇ 9th ਚਾਈਨਾ ਸਾਊਥ ਏਸ਼ੀਅਨ ਐਕਸਪੋਜੀਸ਼ਨ ਔਰ 6th ਚਾਈਨਾ ਸਾਊਥ ਏਸ਼ੀਆ ਕੋਆਪਰੇਸ਼ਨ ਫੋਰਮ, ਉਹਨਾਂ ਦੀਆਂ ਮੀਟਿੰਗ ਚੱਲ ਰਹੀਆਂ ਸੀ। ਔਰ ਇਸ ਜਿਹੜੀ ਤਿੰਨਾਂ ਮੁਲਕਾਂ ਦੀ, ਚਾਈਨਾ, ਪਾਕਿਸਤਾਨ, ਬੰਗਲਾਦੇਸ਼ ਦੀ ਮੀਟਿੰਗ ਹੋਈ। ਇਸ ਦੇ ਵਿੱਚ ਬੰਗਲਾਦੇਸ਼ ਦੇ ਐਕਟਿੰਗ ਫੋਰਨ ਸੈਕਟਰੀ ਰਾਹੁਲ ਆਲਮ ਸਿੱਦੀਕੀ, ਚਾਈਨਾ ਦੇ ਵਾਈਸ ਫੋਰਨ ਮਿਨਿਸਟਰ ਸੂਨ ਵਿੰਡੋਂਗ ਤੇ ਪਾਕਿਸਤਾਨ ਦੇ ਐਡੀਸ਼ਨਲ ਸੈਕਟਰੀ ਏਸ਼ੀਆ ਪੈਸੀਫਿਕ ਇਮਰਾਨ ਅਹਿਮਦ ਸਿੱਦੀਕੀ, ਇਹ ਜਿਹੜੇ ਨੇ, ਔਰ ਪਾਕਿਸਤਾਨ ਦੇ ਫੋਰਨ ਸੈਕਟਰੀ ਟੂ ਚਾਈਨਾ ਆਮਨਾ ਬਲੋਚ, ਇਹ ਸਾਰੇ ਜਿਹੜੇ ਨੇ ਇਹ ਆਪਸ 'ਚ ਵੀਡੀਓ ਲਿੰਕ ਰਾਹੀਂ ਸ਼ਾਮਲ ਹੋਏ। ਡੇਲੀ ਸਟਾਰ ਜਿਹੜਾ ਬੰਗਲਾਦੇਸ਼ ਦਾ ਪ੍ਰੋਮੀਨੈਂਟ ਅਖਬਾਰ ਹੈ, ਉਹਨਾਂ ਨੇ ਨਿਊਜ਼ ਬ੍ਰੇਕ ਕੀਤੀ। ਔਰ ਬੰਗਲਾਦੇਸ਼ ਨੇ ਕਿਹਾ ਵੀ ਇਨਫਾਰਮਲ ਮੀਟਿੰਗ ਸੀ, ਤੇ ਪਾਕਿਸਤਾਨ ਨੇ ਕਿਹਾ ਕਿ ਬਈ ਇਹ ਜਿਹੜੀ ਹੈ ਟ੍ਰਾਈਲੈਟਰਲ ਮੈਕੈਨਿਜ਼ਮ ਅਸੀਂ ਕਿਵੇਂ ਡਿਵੈਲਪ ਕਰਨਾ ਹੈ ਆਉਣ ਵਾਲੇ ਪੀਰੀਅਡ 'ਚ, ਉਸ ਪਾਸੇ ਵੱਲ ਇਸ਼ਾਰਾ ਸੀ। ਔਰ ਇਹਦੇ 'ਚ ਜਿਹੜੀ ਸਟੇਟਮੈਂਟ ਉਹਨਾਂ ਨੇ ਜਾਰੀ ਕੀਤੀ, ਚਾਈਨਾ ਔਰ ਪਾਕਿਸਤਾਨ ਨੇ ਕਿਹਾ ਕਿ ਤਿੰਨੋਂ ਸਾਈਡਸ ਇਸ ਗੱਲ ਦੇ ਉੱਤੇ ਸਹਿਮਤ ਹੋਏ ਨੇ ਟੂ ਐਕਸਪਲੋਰ ਐਂਡ ਇੰਪਲੀਮੈਂਟ ਕੋਆਪਰੇਸ਼ਨ ਪ੍ਰੋਜੈਕਟਸ ਇਨ ਏਰੀਆਜ਼ ਸਚ ਐਜ਼ ਟ੍ਰੇਡ, ਮੈਰੀਟਾਈਮ ਅਫੇਅਰਸ, ਕਲਾਈਮੇਟ ਚੇਂਜ, ਐਗਰੀਕਲਚਰ, ਹਿਊਮਨ ਰਿਸੋਰਸਿਸ, ਐਜੂਕੇਸ਼ਨ ਐਂਡ ਕਲਚਰ। ਕਿ ਇਹ ਜਿਹੜੇ ਸਾਰੇ ਸਬਜੈਕਟ ਨੇ, ਪਾਣੀਆਂ ਨਾਲ ਸੰਬੰਧਿਤ ਵੀ, ਮੌਸਮ ਦੇ ਨਾਲ ਵੀ, ਖੇਤੀਬਾੜੀ ਨਾਲ ਵੀ, ਇਨਸਾਨੀ ਸਰੋਤ ਵੀ, ਐਜੂਕੇਸ਼ਨ ਵੀ, ਔਰ ਤਹਿਜ਼ੀਬ ਵੀ, ਉਹਨਾਂ ਨਾਲ ਰਿਲੇਟਡ ਜਿਹੜੀ ਹੈ ਇਸ ਸਾਂਝਾਂ ਨੂੰ ਅੱਗੇ ਕਿਵੇਂ ਵਧਾਉਣਾ ਹੈ, ਇਸ ਦੇ ਉੱਤੇ ਗੱਲਬਾਤ ਹੋਈ। ਔਰ ਇਸ ਦੇ ਫੌਰਨ ਬਾਅਦ ਜਦੋਂ ਹੁਣ ਭਾਰਤ ਦੀ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਜਿਹੜਾ ਮਿਸਟਰ ਜਸਵਾਲ, ਉਹ ਮੀਡੀਆ ਦੇ ਸਾਹਮਣੇ ਆਉਂਦਾ ਹੈ ਤੇ ਉਹ ਇਹ ਕਹਿੰਦਾ ਕਿ ਜੀ ਇਹ ਅਸੀਂ ਇਹਦੇ ਉੱਤੇ ਬਹੁਤ ਤਿੱਖੀ ਅੱਖ ਰੱਖ ਰਹੇ ਹਾਂ। ਹੁਣ ਹੋਇਆ ਕਿ ਜਦੋਂ ਬੰਗਲਾਦੇਸ਼ ਨੇ ਇੰਡੀਪੈਂਡੈਂਟ ਲਾਈਨ ਲਈ, ਜਾਂ ਪ੍ਰੋ ਚਾਈਨਾ ਜਾਂ ਪ੍ਰੋ ਪਾਕਿਸਤਾਨ, ਤੇ ਇੰਡੀਆ ਨੇ ਉਹਨਾਂ ਦੇ ਟ੍ਰੇਡ ਦੇ ਉੱਤੇ ਜਿਹੜੀਆਂ ਨੇ ਉਹਨਾਂ ਨਾਲ ਜਿਸ ਅੰਦਾਜ਼ 'ਚ ਟ੍ਰੇਡ ਫ੍ਰੀਲੀ ਪਹਿਲਾਂ ਜਿਹੜੀਆਂ ਕੰਸੈਸ਼ਨਸ ਦਿੱਤੀਆਂ ਸੀ ਉਹ ਵਾਪਸ ਲੈ ਲਈਆਂ, ਕਿਉਂਕਿ ਇੰਪੋਰਟ ਜਿਹੜੀ ਹੈ ਬੰਗਲਾਦੇਸ਼ ਦੀ ਔਰ ਇੰਡੀਆ ਦੀ ਲੈਂਡ ਪੋਰਟ ਰਾਹੀਂ ਆਲਮੋਸਟ $770 ਮਿਲੀਅਨ ਜਿਹੜੀ ਹੈ ਉਹ ਹੈ। ਲੇਕਿਨ 42% ਜਿਹੜੀ ਹੈ ਟੋਟਲ ਬਾਈਲੈਟਰਲ ਇੰਪੋਰਟ ਸੀ ਉਸ ਦੇ ਉੱਤੇ, ਤਾਂ ਕਿ ਚੋਕ ਕਰੋ ਬੰਗਲਾਦੇਸ਼ ਨੂੰ ਇਕਨੋਮਿਕਲੀ ਕਰਕੇ।
ਪਰ ਉਹਦੇ 'ਚ ਹੁਣ ਕਿਉਂਕਿ ਜਿਹੜੀ ਬੰਗਲਾਦੇਸ਼ ਦੇ ਪ੍ਰੋਡਕਟ ਨੇ, ਰੈਡੀਮੇਡ ਗਾਰਮੈਂਟਸ ਨੇ, ਪ੍ਰੋਸੈਸਡ ਫੂਡ ਹੈ ਜਿਹੜਾ ਸੀ ਪੋਰਟਸ ਤੋਂ, ਔਰ ਦੂਸਰਾ ਸੋ ਇਸ ਦੇ ਨਾਲ ਉਹਨਾਂ ਨੇ ਬੰਗਲਾਦੇਸ਼ ਨੂੰ ਪਨਿਸ਼ ਕਰਨਾ ਚਾਹਿਆ ਔਰ ਇਸੇ ਤਰ੍ਹਾਂ ਫਿਰ ਬੰਗਲਾਦੇਸ਼ ਨੇ ਵੀ ਜਵਾਬੀ ਕਾਰਵਾਈ ਕਰਦੇ ਆ ਜਿਹੜਾ ਭਾਰਤ ਤੋਂ ਆਉਣ ਵਾਲਾ ਸੂਤ ਹੈ ਜਾਂ ਚੌਲ ਨੇ ਜਾਂ ਦੂਸਰੀਆਂ ਕੁਝ ਚੀਜ਼ਾਂ ਨੇ ਉਹਨਾਂ ਦੇ ਉੱਤੇ ਉਹਨਾਂ ਨੇ ਟਰਾਂਸਫਰ ਫੀ ਲਾਤੀ ਇੰਡੀਅਨ ਕਾਰਗੋ ਦੇ ਉੱਤੇ। ਹੁਣ ਇਸ ਸਾਰੇ ਨੂੰ ਜਦੋਂ ਹੁਣ ਔਰ ਬੰਗਲਾਦੇਸ਼ ਨੇ ਜ਼ਾਹਰ ਐਕਸਪਲੋਰ ਕੀਤਾ ਕਿ ਭਾਈ ਅਸੀਂ ਜਿਹੜਾ ਉਹ ਟ੍ਰੇਡ ਕਿਉਂਕਿ ਚੌਲ ਵੀ ਉਹਨਾਂ ਨੇ ਵੱਡੇ ਪੈਮਾਨੇ ਤੇ ਪਾਕਿਸਤਾਨ ਤੋਂ ਆਰਡਰ ਕੀਤੇ ਔਰ ਇਸ ਦੇ ਚੱਲਦਿਆਂ ਹੁਣ ਇੰਡੀਆ ਦੀ ਫੂਕ ਨਿਕਲਣੀ ਸ਼ੁਰੂ ਹੋਈ ਔਰ ਉਹਨਾਂ ਦੀ ਸਟੇਟਮੈਂਟ ਹੈ ਵਿਲਿੰਗ ਟੂ ਡਿਸਕਸ ongoing issues with Bangladesh, India. Ministry of External Affairs remarks came a day after the Parliamentary Standing Committee on External Affairs holds a special meeting on Bangladesh with 4 experts. ਹੁਣ ਉਹ ਇਹ ਕਹਿ ਰਹੇ ਨੇ ਜੀ ਅਸੀਂ ਹਰ ਮਸਲੇ ਨੂੰ ਜਿਹੜਾ ਬੰਗਲਾਦੇਸ਼ ਦੇ ਨਾਲ ਜੋ ਇਸ਼ੂ ਨੇ ਗੱਲਬਾਤ ਰਾਹੀਂ ਰਿਜ਼ੋਲਵ ਕਰਨਾ ਚਾਹੁੰਦੇ। ਸੋ ਮੈਨੂੰ ਇਹ ਲੱਗਦਾ ਕਿ ਭਾਈ ਇਸ ਵੇਲੇ ਇਕੱਲਾ ਜਦੋਂ ਸਾੜ ਸਤੀ ਦਾ ਅਸੀਂ ਜ਼ਿਕਰ ਕੀਤਾ ਸੀ, ਐਸੀ ਸਾੜ ਸਤੀ ਆਈ ਹੋਈ ਹੈ ਇਹਨਾਂ ਦੀ ਕਿ ਈਵਨ ਬੰਗਲਾਦੇਸ਼ ਵਰਗਾ ਮੁਲਕ ਜਿਹੜਾ ਜਿਸ ਨੂੰ ਇਹਨਾਂ ਨੇ ਕ੍ਰੀਏਟ ਹੀ ਇਸ ਲਈ ਕੀਤਾ ਸੀ ਕਿ ਪਾਕਿਸਤਾਨ ਦਾ ਅਸੀਂ ਖਾਤਮਾ ਕਰ ਦਿੱਤਾ ਹੈ ਔਰ ਉਸ ਨੂੰ ਬਿਲਕੁਲ ਮਹਿਰੂਮ ਕਰ ਦਿੱਤਾ ਹੈ, ਉਹਦਾ ਅੱਧੇ ਤੋਂ ਜ਼ਿਆਦਾ ਟੈਰੀਟਰੀ ਆਬਾਦੀ ਵੀ ਬੰਗਲਾਦੇਸ਼ ਦੀ ਬੰਗਾਲੀਆਂ ਦੀ ਆਬਾਦੀ ਆਲਮੋਸਟ 56% ਸੀ ਉਸ ਪੀਰੀਅਡ 'ਚ ਔਰ ਉਹਨੂੰ ਸੈਪਰੇਟ ਕਰਕੇ। ਪਰ ਅੱਜ ਇਕੱਲਾ ਇਹੀ ਨਹੀਂ ਕਿ ਪਾਕਿਸਤਾਨ ਨਾਲ ਕਿੰਨੀ ਲੰਬੀ ਸਰਹੱਦ ਲੱਗਦੀ ਹੈ, ਉਸ ਨਾਲੋਂ ਜ਼ਿਆਦਾ ਲੰਬੀ ਸਰਹੱਦ ਜਿਹੜੀ ਹੈ ਹੁਣ ਇਹਨਾਂ ਦੀ ਬੰਗਲਾਦੇਸ਼ ਨਾਲ ਜਿਹੜੀ ਹੈ ਉਹਨੂੰ ਵੀ ਡਿਫੈਂਡ ਕਰ ਰਹੇ ਨੇ ਔਰ ਬੰਗਲਾਦੇਸ਼ ਜੇ ਚਾਈਨਾ ਦੇ ਨਾਲ ਜਾਂਦਾ ਹੈ ਤਾਂ ਫਿਰ 7 ਸਟੇਟਾਂ ਦੀ ਵਲਨਰੇਬਿਲਟੀ ਵੀ ਔਰ ਇੱਧਰੋਂ ਵਾਪਸ ਪਾਕਿਸਤਾਨ ਵੱਲ ਜਿਹੜਾ ਨਿੱਘਾ ਵਰਤਾਰਾ ਹੈ ਬੰਗਲਾਦੇਸ਼ ਦਾ, ਇਹ ਆਪਣੇ ਆਪ ਦੇ ਵਿੱਚ ਭਾਰਤ ਦੇ ਲਈ ਬੜੇ ਫਿਕਰ ਦਾ ਵਾਇਸ ਬਣਿਆ ਹੋਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 209788330308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਮਰਨ ਮੁਨਸਾ ਸੂਰਿਆ ਹੱਕ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਸ਼ਹਾਦਤ ਅਤੇ ਜੂਨ 1984 ਘੱਲੂਘਾਰੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਟੁਲੈਰੀ ਕੈਲੀਫੋਰਨੀਆ ਵਿਖੇ 4, 5 ਅਤੇ 6 ਜੁਲਾਈ ਨੂੰ ਕਰਵਾਏ ਜਾ ਰਹੇ ਹਨ। ਸ਼ੁੱਕਰਵਾਰ ਅਤੇ ਸ਼ਨੀਚਰਵਾਰ ਨੂੰ ਰਾਤ ਦੇ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ ਕਵੀਸ਼ਰੀ ਜਥਾ ਭਾਈ ਮਹਿਲ ਸਿੰਘ ਜੀ ਚੰਡੀਗੜ੍ਹ ਅਤੇ ਭਾਈ ਗੁਰਲਾਲ ਸਿੰਘ ਦਮਦਮੀ ਟਕਸਾਲ ਵਾਲੇ ਹਾਜ਼ਰੀ ਭਰਨਗੇ। ਉਪਰੰਤ ਪੰਥਕ ਆਗੂ ਸਹਿਬਾਨ ਅਤੇ ਬੁਲਾਰੇ ਸੰਗਤਾਂ ਨੂੰ ਸੰਬੋਧਨ ਕਰਨਗੇ। ਸਮੂਹ ਸਿੱਖ ਸੰਗਤਾਂ ਅਤੇ ਪਾਰਟੀ ਆਗੂਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਮਰਨ ਮੁਨਸਾ ਸੂਰਿਆ ਹੱਕ ਹੈ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਭਾਰਤ ਅਤੇ ਪਾਕਿਸਤਾਨ ਦੇ ਕੁਝ ਮਾਹਿਰਾਂ ਵੱਲੋਂ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਮੁੜ ਯੁੱਧ ਹੋਣ ਦੀਆਂ ਸੰਭਾਵਨਾਵਾਂ ਨੇ ਔਰ ਭਾਰਤ ਵੱਲੋਂ ਧੜਾਧੜ ਅਸਲਾ ਤੇ ਹਥਿਆਰ ਜਿਹੜੇ ਨੇ ਉਹ ਖਰੀਦੇ ਜਾ ਰਹੇ ਨੇ, ਜਦੋਂ ਕਿ ਪਾਕਿਸਤਾਨ ਨੇ ਵੀ ਆਪਣੇ ਡਿਫੈਂਸ ਬਜਟ ਵਿੱਚ ਵਾਧਾ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਪ੍ਰੈਜ਼ੀਡੈਂਟ ਟਰੰਪ ਨੇ 15ਵੀਂ ਵਾਰ ਹੇਗ ਨੈਟੋ ਦੀ ਕਨਵੈਨਸ਼ਨ ਜਿੱਥੇ ਹੋਈ 32-33 ਮੁਲਕਾਂ ਦੀ, ਉਹਦੇ 'ਚ ਅਗੇਨ ਪ੍ਰੈਸ ਕਾਨਫਰੰਸ ਉਹਨੇ ਦਾਅਵਾ ਕੀਤਾ ਹੈ ਕਿ ਵੀ ਮੈਂ ਜਿਹੜਾ ਇੰਡੀਆ ਪਾਕਿਸਤਾਨ ਦੇ ਵਿੱਚ ਸੀਜ਼ ਫਾਇਰ ਕਰਵਾਇਆ, ਨਹੀਂ ਤਾਂ ਲੱਖਾਂ ਲੋਕ ਮਰ ਜਾਣੇ ਸੀ ਨਿਊਕਲੀਅਰ ਵਾਰ 'ਚ, ਔਰ ਹੁਣ ਮੈਂ ਈਰਾਨ ਔਰ ਇਜ਼ਰਾਈਲ 'ਚ ਵੀ ਕਰਵਾਇਆ।
ਔਰ ਇਸ ਨੂੰ ਲੈ ਕੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਇੰਡੀਆ ਦਾ ਪ੍ਰਾਈਮ ਮਿਨਿਸਟਰ ਔਰ ਉਹਨਾਂ ਦੇ ਵਜ਼ੀਰ ਇਹ ਕਹਿ ਰਹੇ ਨੇ ਕਿ ਜੀ ਸਾਡਾ ਆਪਰੇਸ਼ਨ ਸੰਦੂਰ ਜਿਹੜਾ ਹੈ ਉਹ ਅਸੀਂ ਉਹਨੂੰ ਫਿਨਿਸ਼ ਨਹੀਂ ਕੀਤਾ, ਸਸਪੈਂਡ ਕੀਤਾ ਹੈ। ਸੋ ਤਲਵਾਰ ਲਟਕਦੀ ਰੱਖਣ ਦੀ ਲਾਈਨ ਹੈ ਕਿ ਅਸੀਂ ਆਪਣੇ ਡਿਫੈਂਸ ਦੇ ਵਿੱਚ ਕਦੇ ਵੀ ਕੁਝ ਵੀ ਕਰਾਂਗੇ, ਯਾਨੀ ਆਪਰੇਸ਼ਨ ਅਜੇ ਜਾਰੀ ਹੈ, ਰਿਪੀਟਡਲੀ ਉਹਨਾਂ ਨੇ ਕਿਹਾ। ਔਰ ਇਸ ਸਾਰੇ ਦੇ ਨਾਲ ਜਦੋਂ ਭਾਰਤ ਦੀ ਜਿਹੜੀ ਐਕਟੀਵਿਟੀ ਖਾਸ ਤੌਰ ਤੇ ਜਿਵੇਂ ਉਹ ਲਗਾਤਾਰਤਾ ਨਾਲ ਬਹੁਤ ਵੱਡਾ ਜਿਹੜਾ ਉਹਨਾਂ ਨੇ ਬਜਟ ਜਿਹੜਾ ਉਹ ਰੱਖਿਆ ਹੋਇਆ ਔਰ ਉਸ ਚੋਂ ਖਰੀਦਦਾਰੀ ਕਰ ਰਹੇ ਨੇ ਹਥਿਆਰਾਂ ਦੀ, ਔਰ ਇਸ ਦੇ ਨਾਲ ਜੋ ਮਾਹੌਲ ਸਿਰਜਿਆ ਜਾ ਰਿਹਾ ਹੈ ਪਾਕਿਸਤਾਨ ਦੇ ਵਿੱਚ ਵੀ ਔਰ ਭਾਰਤ ਦੇ ਵੀ ਕੁਝ ਜਿਹੜਾ ਸੋ ਕਾਲਡ ਐਕਸਪਰਟ ਨੇ, ਸੋ ਕਾਲਡ ਮੈਂ ਇਸ ਲਈ ਕਿਹਾ ਵੀ ਉਹਨਾਂ 'ਚੋਂ ਪਤਾ ਨਹੀਂ ਕਈ ਵਾਰੀ ਸਰਕਾਰ ਆਪਣੀਆਂ ਸਟੋਰੀਜ਼ ਵੀ ਪਲਾਂਟ ਕਰਵਾ ਰਹੀ ਹੁੰਦੀ ਹੈ, ਪਰ ਕੁਛ ਦੀ ਇਹ ਪ੍ਰੈਡਿਕਸ਼ਨ ਹੈ ਕਿ ਜੀ ਅਗਲੇ 3 ਮਹੀਨੇ ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿੱਚ ਅਗੇਨ ਇੱਕ ਡਿਸਾਈਸਿਵ ਯੁੱਧ ਹੋਏਗਾ। ਔਰ ਉਸ ਦਾ ਜਿਹੜਾ ਕਾਰਨ ਦੱਸਿਆ ਜਾ ਰਿਹਾ ਕਿ ਵੀ ਇਹ ਜਿਹੜੀ ਭਾਰਤ ਦੀ ਹੇਠੀ ਹੋਈ ਹੈ, ਬਹੁਤ ਬੁਰੀ ਤਰ੍ਹਾਂ ਇਹਨਾਂ ਦਾ ਥੱਲਾ ਲੱਗਿਆ। ਇਹਨਾਂ ਨੂੰ ਇਹ ਲੱਗਦਾ ਵੀ ਲੋਕਾਂ 'ਚ ਜੇ ਅਸੀਂ ਵੋਟਾਂ ਲਈ ਜਾਣਾ ਹੈ, ਜਾਂ ਜਿਹੜਾ ਮੋਦੀ ਦਾ ਇਮੇਜ ਬਿਲਕੁਲ ਬਣਿਆ ਹੋਇਆ ਸੀ ਕਿ ਭਾਈ ਮੋਦੀ ਜੋ ਹੈ ਤਾਂ ਮੁਮਕਿਨ ਹੈ ਔਰ ਮੋਦੀ ਨੇ ਇਹ ਕਰਤਾ ਤੇ ਮੋਦੀ ਨੇ ਉਹ ਕਰਤਾ, ਵੀ ਉਹਨਾਂ ਦਾ ਉਹ ਨੈਰੇਟਿਵ ਬਹੁਤ ਬੁਰੀ ਤਰ੍ਹਾਂ ਫੇਲ ਹੋਇਆ। ਔਰ ਇਹਦੇ ਬਾਵਜੂਦ ਕਿ ਇੰਟਰਨੈਸ਼ਨਲੀ ਵੀ ਉਹਨਾਂ ਨੇ ਬਾਕੀ ਸਾਰੀ ਆਪੋਜੀਸ਼ਨ ਨੂੰ ਰੋਪ ਇਨ ਕਰਕੇ ਆਪਣਾ ਡੈਲੀਗੇਸ਼ਨ ਭੇਜ ਕੇ ਨੈਰੇਟਿਵ ਵੇਚਣਾ ਚਾਹਿਆ, ਵਿਕਿਆ ਨਹੀਂ ਹੈ। ਔਰ ਦੂਸਰੇ ਪਾਸੇ ਜਿਸ ਕਿਸਮ ਦੀ ਨੇੜਤਾ ਜਾਂ ਨਿੱਘ ਪ੍ਰੈਜ਼ੀਡੈਂਟ ਟਰੰਪ ਨੇ ਪਾਕਿਸਤਾਨ ਪ੍ਰਤੀ ਦਿਖਾਇਆ, ਪਾਕਿਸਤਾਨ ਦੇ ਫੌਜੀ ਜਰਨੈਲ ਫੀਲਡ ਮਾਰਸ਼ਲ ਜਨਾਬ ਮੁਨੀਰ ਸਾਹਿਬ ਨੂੰ ਸੱਦ ਕੇ ਖਾਣੇ ਤੇ ਔਰ ਫਿਰ ਤਾਰੀਫ ਵੀ ਕੀਤੀ, ਅਜੇ ਵੀ ਉਹ ਉਹਨਾਂ ਦੀ ਤਾਰੀਫ ਕਰਦੇ ਨੇ। ਔਰ ਉਹਨਾਂ ਨੂੰ ਔਰ ਅਮਰੀਕਾ ਨੇ ਜਿਵੇਂ ਭਾਰਤ ਨੂੰ ਛਿਟਕ ਕੇ ਪਾਸੇ ਸੁੱਟਿਆ ਹੋਇਆ, ਔਰ ਇਹ ਸਾਰੀ ਈਰਾਨ ਇਜ਼ਰਾਈਲ ਕਨਫਲਿਕਟ ਹੋਏ ਜਾਂ ਯੂਕਰੇਨ ਰਸ਼ੀਆ ਹੋਏ, ਭਾਰਤ ਬਿਲਕੁਲ ਕੋਈ ਇਰਰੈਲੇਵੈਂਟ, ਈਵਨ ਲੋਕਲ ਪਲੇਅਰ ਦੀ ਵੀ ਕੋਈ ਵੈਲਿਊ ਹੁੰਦੀ ਹੈ। ਸੋ ਉਸ ਸਾਰੇ ਦੇ ਚੱਲਦੇ ਆ ਔਰ ਭਾਰਤ ਦੇ ਵੀ ਵਿੱਚ ਵੀ ਰੌਲਾ ਹੈ ਕਿ ਬਿਲਕੁਲ ਭਾਰਤ ਦੀ ਵਿਦੇਸ਼ ਨੀਤੀ ਫੇਲ ਹੋਈ। ਸੋ ਉਹਨਾਂ ਨੂੰ ਕੁਛ ਨਾ ਕੁਛ ਜਿਹਨੂੰ ਉਹ ਵਿਕਟਰੀ ਕਹਿ ਕੇ ਵੇਚ ਸਕਣ, ਉਸ ਦੀ ਲੋੜ ਹੈ। ਔਰ ਇਸ ਲਈ ਭਾਰਤ ਜਿਹੜਾ ਕੋਈ ਵੀ ਇਸ ਕਿਸਮ ਦੀ ਦਿਲਵਦੀ ਕਰ ਸਕਦਾ। ਔਰ ਇਸ 'ਚ ਪਿਛਲੇ ਦਿਨਾਂ 'ਚ ਜਿਹੜੀ ਮੇਨ ਖਬਰ ਸੀ ਕਿ ਭਾਰਤ ਨੇ 2000 ਕਰੋੜ ਰੁਪਈਆ ਜਿਹੜਾ ਹੈ ਉਹ ਰਿਜ਼ਰਵ ਕੀਤਾ ਜਾਂ ਉਹ ਉਹਨਾਂ ਨੇ ਪਾਸ ਕੀਤਾ ਕਿ ਵੀ ਉਹ ਡਿਫੈਂਸ ਪ੍ਰੋਕਿਉਰਮੈਂਟ ਕਰ ਸਕਦੇ ਨੇ ਆਰਮੀ ਦੀ ਆਪਰੇਸ਼ਨਲ ਰੈਡੀਨੈਸ ਲਈ। ਔਰ ਇਹਦੇ 'ਚ ਉਹਨਾਂ ਨੇ 13 ਕੰਟਰੈਕਟ ਜਿਹੜੇ ਨੇ ਠੇਕੇ ਐਮਰਜੈਂਸੀ ਪ੍ਰੋਕਿਉਰਮੈਂਟ ਮੈਕੈਨਿਜ਼ਮ ਦੇ ਥੱਲੇ ਉਹਨਾਂ ਨੂੰ ਓਕੇ ਕੀਤਾ। ਔਰ ਇਸ ਸਾਰੇ ਦੇ ਚਲਦਿਆਂ ਉਹਨੂੰ ਕਿਹਾ ਜੀ ਫਾਸਟ ਟਰੈਕ ਪ੍ਰੋਸੀਜਰ ਅਪਣਾਇਆ ਜਾਏ, ਔਰ ਇਸ ਦੇ ਵਿੱਚ ਤਾਂ ਕਿ ਸਾਡੀ ਸਿਚੁਏਸ਼ਨਲ ਅਵੇਅਰਨੈਸ, ਲੀਥੈਲਿਟੀ, ਮੋਬਿਲਿਟੀ, ਪ੍ਰੋਟੈਕਸ਼ਨ ਆਫ ਟਰੂਪਸ ਜਿਹੜੇ ਨੇ ਉਹਨੂੰ ਸਿਕਿਉਰ ਕੀਤਾ ਜਾ ਸਕੇ। ਜਿਹੜੀਆਂ ਕੀ ਇਕਵਿਪਮੈਂਟਸ ਖਰੀਦੀਆਂ ਜਾ ਰਹੀਆਂ, ਜੇ ਉਹਨਾਂ ਦੀ ਲਿਸਟ ਦੇਖੋ ਤੇ ਵਾਕਈ ਇਹ ਲੱਗਦਾ ਹੈ ਕਿ ਵੀ ਇਹ ਕੁਛ ਨਾ ਕੁਛ ਕੁਇਕ ਕਰਨ ਦੇ ਮੂਡ 'ਚ ਲੱਗਦੇ ਨੇ, ਜਿਨ੍ਹਾਂ ਦੇ ਵਿੱਚ ਇੰਟੈਗਰੇਟਿਡ ਡਰੋਨ ਡਿਟੈਕਸ਼ਨ ਤੇ ਇੰਟਰਡਿਕਸ਼ਨ ਸਿਸਟਮ ਹੈ, ਲੋ ਲੈਵਲ ਲਾਈਟ ਵੇਟ ਰਡਾਰ ਨੇ, ਵੈਰੀ ਸ਼ਾਰਟ ਰੇਂਜ 에ਅਰ ਡਿਫੈਂਸ ਸਿਸਟਮ ਹੈ, ਲਾਂਚਰਸ ਐਂਡ ਮਿਸਲਸ ਨੇ, ਰਿਮੋਟਲੀ ਪਾਇਲਟਡ ਏਰੀਅਲ ਵਹੀਕਲ ਹੈ, ਲੋਇਟਰਿੰਗ ਮਿਊਨੀਸ਼ਨ ਨੇ, वर्टिकल टेक ऑफ एंड लैंडिंग VTOL सिस्टम है, वेरियस कैटेगरीज ने आर्डर ड्रोन्स दियाँ, बुलेट प्रूफ जैकेट्स ने, बैलिस्टिक हेलमेट्स ने, क्विक रिएक्शन फाइटिंग व्हीकल है हैवी एंड मीडियम, और नाइट साइट्स जड़ियाँ ने राइफल्स दे लई, ये सारियां चीज़ां उन्होंने ऑर्डर कीतियां और जिवें 2000 करोड़ सैंक्शन किया। हुण इस सारी जदों तुसीं इक्विपमेंट नूं भी देखदे हो तो ये जो कुछ ऐसा नज़र नहीं आता कि ये कोई ग्राउंड ट्रूप्स ਲਈ है, और ਜਿਹੜੇ इस किस्म की ਪ੍ਰੈਡਿਕਸ਼ਨ कर भी रहे हैं उन्हों का यह कहना कि कोई ग्राउंड के उत्ते मूव नहीं होणगे ट्रूप्स, भी ये ਜਿਹੜੇ पिछले 7 ਤੋਂ 10 ਮਈ ਦੇ 4 ਰੋਜ਼ਾ ਜਿਹੜੇ ਟਕਰਾਅ ਦੇ ਵਿੱਚ ਜਿਹੜਾ ਭਾਰਤ ਦਾ ਨੁਕਸਾਨ ਹੋਇਆ, ਉਹ ਜਹਾਜ਼ ਹੋਣ, ਉਹਨਾਂ ਦੇ ਓਵਰਆਲ ਸਾਰੇ ਸਿਸਟਮ ਦੀ ਫੇਲਿਅਰ ਹੋਏ, ਉਹ ਉਸ ਦੀ ਭਰਪਾਈ ਕਰਨਾ ਚਾਹੁੰਦੇ ਨੇ, ਵੀ ਉਸ ਨੂੰ, ਉਸ ਕਲੰਕ ਨੂੰ ਜਾਂ ਉਸ ਜਿਹੜਾ ਇਹਨਾਂ ਦੇ ਉੱਤੇ ਧੱਬਾ ਲੱਗਿਆ ਉਹਨੂੰ ਧੋਣਾ ਚਾਹੁੰਦੇ ਨੇ। ਇਸ ਐਂਗਲ ਤੋਂ ਇਹ ਲੱਗਦਾ ਕਿ ਵੀ ਇਹ ਜਿਹੜੀ ਨੈਕਸਟ ਕਨਫਲਿਕਟ ਹੈ ਉਹਦੇ 'ਚ ਉਹਨਾਂ ਦਾ ਕਹਿਣਾ ਵੀ ਉਹ ਜ਼ਿਆਦਾ ਲੀਥਲ ਹੋਏਗੀ,
ਸਿਵਿਲੀਅਨ ਪੋਪੂਲੇਸ਼ਨ ਵੀ ਅੰਡਰ ਟਾਰਗੇਟ ਹੋਣਗੇ। ਔਰ ਪਾਕਿਸਤਾਨ ਇਸ ਗੱਲ ਨੂੰ ਸਮਝਦਿਆਂ ਹੋਇਆਂ ਪੂਰੀ ਤਰ੍ਹਾਂ ਤਿਆਰ ਹੈ। ਔਰ ਪਾਕਿਸਤਾਨ ਦੀ ਤਾਂ ਸਟ੍ਰੈਟੇਜਿਕ ਡੈਪਥ ਨਹੀਂ ਹੈਗੀ, ਉਹ ਤਾਂ ਜੋ ਵੀ ਮਿਸਲਸ ਇਹਨਾਂ ਨੇ ਮਾਰਨੀਆਂ। ਉਹਨਾਂ ਨੇ ਕਿਹਾ ਵੀ ਪਾਕਿਸਤਾਨ ਨੇ ਇਸ ਕਿਸਮ ਦਾ ਸਿਸਟਮ ਸਾਰਾ ਕਰ ਲਿਆ ਵੀ ਭਾਰਤ ਦੇ ਸਾਰੇ ਹੀ ਵੱਡੇ ਸ਼ਹਿਰਾਂ ਨੂੰ ਉਹਨਾਂ ਨੇ ਨਿਸ਼ਾਨੇ ਤੇ ਲਿਆ ਹੋਇਆ। ਹੁਣ ਇਹ ਜਦੋਂ ਇੱਕ ਪਾਸੇ ਅਸੀਂ ਇਕਵਿਪਮੈਂਟ ਦੇ ਹਵਾਲੇ ਨਾਲ ਦੇਖਦੇ ਹਾਂ, ਦੂਸਰੇ ਪਾਸੇ ਹੁਣ ਜਿਹੜਾ ਇਹਨਾਂ ਦਾ ਰਾਜਨਾਥ ਸਿੰਘ ਹੈ ਉਹ ਰਸ਼ੀਆ ਦੇ ਨਾਲ ਜਿਹੜਾ ਉਹ ਗੱਲ ਕਰ ਰਿਹਾ। ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਬਾਈਲੇਟਰਲ ਮੀਟਿੰਗ ਕਰਦਾ ਰਸ਼ੀਅਨ ਡਿਫੈਂਸ ਮਿਨਿਸਟਰ ਐਂਡਰੀਓ ਦੇ ਨਾਲ ਚਾਈਨਾ ਦੇ ਵਿੱਚ ਕਿ ਜੀ ਅਸੀਂ ਡਿਫੈਂਸ ਔਰ ਐਵੀਏਸ਼ਨ ਸੈਕਟਰਸ ਦੀ ਕੋਆਪਰੇਸ਼ਨ ਨੂੰ ਵਧਾਈਏ। ਔਰ ਹੈਡਲਾਈਨ ਲੱਗੀ ਹੋਈ ਹੈ, ਰਸ਼ੀਆ ਐਸ਼ੋਰਸ ਇੰਡੀਆ ਆਫ ਟਾਈਮਲੀ ਡਿਲੀਵਰੀ ਆਫ S-400 에ਅਰ ਡਿਫੈਂਸ ਸਿਸਟਮ। ਔਰ ਇਹ ਜਿਹੜੇ ਨੇ ਦੋ ਰਹਿ ਗਏ ਨੇ ਜਿਹੜੇ ਉਹਨਾਂ ਨੇ ਦੇਣੇ ਨੇ। ਉਹਨਾਂ ਨੇ ਕਿਹਾ ਜੀ ਇੱਕ ਜਿਹੜਾ ਅਸੀਂ ਨੈਕਸਟ ਈਅਰ ਦੇ ਵਿੱਚ ਅਰਲੀਐਸਟ ਤੁਹਾਨੂੰ ਦੇਵਾਂਗੇ ਔਰ ਇੱਕ ਜਿਹੜਾ 2027 ਦੇ ਵਿੱਚ ਦੇਵਾਂਗੇ। ਹੁਣ ਇਸ ਨੂੰ ਉਹਨਾਂ ਨੇ ਬੜੀ ਵੱਡੀ ਨਿਊਜ਼ ਬਣਾਇਆ ਕਿ ਵੀ ਇਹ ਜਿਹੜਾ S-400 ਹੈ ਜਿਸ ਨੂੰ ਉਹਨਾਂ ਨੇ ਇੰਡੀਆ ਨੇ ਇਹਨੂੰ ਸੁਦਰਸ਼ਨ ਚੱਕਰ ਬਣਾਇਆ ਕਿਉਂਕਿ ਕ੍ਰਿਸ਼ਨ ਜੀ ਦੇ ਨਾਲ ਜੁੜਿਆ ਹੋਇਆ। ਔਰ ਇਹ ਜਿਹੜੀ ਇਹਦੀ S-400 ਦੀ ਕੈਪੇਬਿਲਿਟੀ ਹੈ ਕਿ ਵੀ ਉਹ 400 ਕਿਲੋਮੀਟਰ ਤੱਕ ਜਿਹੜਾ ਟਾਰਗੇਟਸ ਦੇ ਨਾਲ ਇੰਗੇਜ ਕਰ ਸਕਦਾ। ਸੋ ਇਹ ਜਦੋਂ ਹੁਣ ਉਹ ਮਿਲ ਕੇ ਉਹਨਾਂ ਨੂੰ ਕਹਿ ਰਹੇ ਨੇ ਜੀ S-400 ਸਾਨੂੰ ਫੋਰਨ ਡਿਲੀਵਰ ਕਰੋ। ਔਰ ਇਹ ਜਿਹੜਾ ਪਹਿਲਾਂ ਵੀ ਇਨੀਸ਼ੀਅਲ ਆਰਡਰ ਜਿਹੜਾ 5 S-400 ਇੰਡੀਆ ਨੇ ਮੰਗੇ ਸੀ, 3 ਆਲਰੇਡੀ ਉਹਨਾਂ ਨੂੰ ਡਿਲੀਵਰ ਹੋ ਚੁੱਕੇ ਨੇ ਤੇ ਦੂਸਰੇ ਜਿਹੜੇ ਨੇ ਉਹਨਾਂ ਨੇ ਕਿਹਾ ਇੱਕ ਅਗਲੇ ਸਾਲ ਇੱਕ ਅਗਲੇ ਸਾਲ। ਪਰ ਦੇਖਣ ਵਾਲੀ ਗੱਲ ਇਹ ਹੈ ਵੀ ਜਦੋਂ ਹੁਣ ਟਕਰਾਅ ਹੋਇਆ ਤੇ 3 S-400 ਤਾਂ ਉਹਨਾਂ ਦੇ ਕੋਲ ਸੀ ਔਰ ਜਿਹੜੀਆਂ ਰਿਪੋਰਟਸ ਨੇ ਕਿ ਵੀ ਉਸ ਸਾਰੇ ਦੇ ਚਲਦਿਆਂ ਹਾਲਾਂਕਿ ਇਹ ਦਾਅਵਾ ਕਰ ਰਹੇ ਨੇ ਜੀ ਉਹਨਾਂ ਨੇ ਪਾਕਿਸਤਾਨੀ ਮਿਜ਼ਾਈਲਾਂ ਨੂੰ ਨਿਊਟਰਲਾਈਜ਼ ਕੀਤਾ, ਪਰ ਹਕੀਕਤ ਇਹ ਹੈ ਕਿ ਈਵਨ S-400 ਦੇ ਜਿਹੜਾ ਉਸ ਦਾ ਪ੍ਰੋਟੈਕਟਿਵ ਅੰਬਰੇਲਾ ਸੀ ਉਹਨੂੰ ਵੀ ਪਾਕਿਸਤਾਨੀ ਡਰੋਨਸ ਔਰ ਮਿਸਲਸ ਨੇ ਜਿਹੜਾ ਉਹ ਤਾਰ ਕੀਤਾ। ਔਰ ਇਹੀ ਕਾਰਨ ਹੈ ਕਿ ਵੀ ਇਹਨਾਂ ਦੇ ਅੰਦਰ ਜਿਹੜੀ ਘਬਰਾਹਟ ਹੈ ਰਾਫੇਲ ਨਾਲ ਜੋ ਹੋਇਆ ਉਹ ਤਾਂ ਹੁਣ ਇੱਕ ਨੋਨ ਫੈਕਟ ਹੈ। ਅੱਜ ਤੱਕ ਵੀ ਭਾਰਤ ਦੀ ਇਹ ਕਹਿ ਕੇ ਕਿ ਜੀ ਨੁਕਸਾਨ ਹੁੰਦੇ ਨੇ, ਉਹਨਾਂ ਨੇ ਈਵਨ ਇਹ ਸਪੈਸੀਫਾਈ ਵੀ ਨਹੀਂ ਕੀਤਾ ਵੀ ਕਿੰਨੇ ਰਾਫੇਲ ਉਹਨਾਂ ਦੇ ਉੱਡੇ ਨੇ। ਲੇਕਿਨ ਇਹੀ ਗੱਲ ਵਿਦਨ ਮਿਲੀਟੈਰਲੀ ਉਹ ਪ੍ਰਿਪੇਅਰ ਕਰ ਰਿਹਾ ਇੰਡੀਆ। ਔਰ ਇੰਟਰਨੈਸ਼ਨਲੀ ਪਾਕਿਸਤਾਨ ਨੂੰ ਬਦਨਾਮ ਕਰਨ ਦੇ ਲਈ ਜਿਹੜੀ ਉਹਨਾਂ ਦੀ ਪਾਲਿਸੀ ਹੈ ਉਸ ਨੂੰ ਜੇ ਅਸੀਂ ਦੇਖੀਏ ਵੀ ਅੱਜ UN ਸੈਕਟਰੀ ਜਨਰਲ ਦੀ ਰਿਪੋਰਟ CAAC ਜਿਹੜੀ ਐਟਰੋਸਿਟੀਜ਼ ਅਗੇਂਸਟ ਚਿਲਡਰਨ ਉਸ ਦੇ ਵਿੱਚ ਵੀ ਜਿਹੜਾ ਹੈ ਇੰਡੀਆ ਨੇ ਪਾਕਿਸਤਾਨ ਨੂੰ ਜਿਹੜਾ ਹੈ ਉਹ ਲਬੇੜਨ ਦੀ ਕੋਸ਼ਿਸ਼ ਕੀਤੀ ਇੰਡੀਆ ਦੇ ਨੁਮਾਇੰਦੇ ਨੇ। ਔਰ ਇੰਡੀਆ ਕਾਲਸ ਆਊਟ ਪਾਕਿਸਤਾਨਸ ਅਨਵਾਰੰਟਡ ਐਸਪਰਸ਼ਨਸ ਅਟੈਂਪਟਸ ਟੂ ਡਿਫਲੈਕਟ ਅਟੈਂਸ਼ਨ ਫਰੋਮ ਐਟਰੋਸਿਟੀਜ਼ ਅਗੇਂਸਟ ਚਿਲਡਰਨ। ਉਹਨਾਂ ਨੇ ਪਾਕਿਸਤਾਨ ਨੂੰ ਟਾਰਗੇਟ ਕੀਤਾ। ਫਿਰ ਜਦੋਂ ਕਿ IMF ਔਰ ਵਰਲਡ ਬੈਂਕ ਨੇ ਪਾਕਿਸਤਾਨ ਦੇ ਲੋਨ ਕਲੀਅਰ ਕੀਤੇ ਨੇ ਔਰ ਇੰਡੀਆ ਜਿਹੜਾ ਹੈ ਉਹ ਬਾਰ-ਬਾਰ ਪੁਸ਼ ਕਰ ਰਿਹਾ ਕਿ ਜਿਹੜਾ ਪਾਕਿਸਤਾਨ ਨੂੰ ਉਹਨਾਂ ਨੇ ਗ੍ਰੇ ਲਿਸਟ ਚੋਂ ਕੱਢ ਕੇ ਠੀਕ ਲਿਸਟ 'ਚ ਰੱਖਿਆ ਉਹਨੂੰ ਉਹ ਵਾਪਸ ਗ੍ਰੇ ਲਿਸਟ ਪਾਉਣਾ ਚਾਹੁੰਦੇ ਨੇ ਕਿ ਟੈਰਰਿਜ਼ਮ ਦਾ ਨਾਂ ਦੇ ਕੇ। ਕੈਨ ਇੰਡੀਆ ਪੁਸ਼ ਪਾਕਿਸਤਾਨ ਇਨਟੂ FATF's ਗ੍ਰੇ ਲਿਸਟ। ਔਰ ਜਦੋਂ ਅਸੀਂ ਇਹ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਵੱਲ ਦੇਖਦੇ ਹਾਂ ਕਿ ਉਹਨਾਂ ਨੇ ਕਿਹਾ ਕਿ ਵੀ ਇਹ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਨੂੰ ਜਿਹੜਾ ਬਾਰ-ਬਾਰ ਇੰਡੀਆ ਕਹਿ ਰਿਹਾ ਜੀ ਦੇਖੋ ਪਹਿਲਗਾਮ ਟੈਰਰ ਤੋਂ ਬਾਅਦ ਜਿਹੜਾ ਅਸੀਂ ਇਹ ਕਹਿੰਦੇ ਹਾਂ ਵੀ ਤੁਸੀਂ ਉਹਨਾਂ ਨੂੰ ਪੈਸੇ ਦੇ ਰਹੇ ਹੋ, IMF ਨੂੰ ਕਹਿ ਰਹੇ ਨੇ ਉਹ ਪੈਸੇ ਨੂੰ ਦਹਿਸ਼ਤਗਰਦੀ ਲਈ ਇਸਤੇਮਾਲ ਕਰ ਰਹੇ ਨੇ, ਇਸ ਲਈ ਜਿਹੜਾ ਪਾਕਿਸਤਾਨ ਨੂੰ ਵਾਪਸ ਗ੍ਰੇ ਲਿਸਟ ਦੇ ਵਿੱਚ ਲਿਆਂਦਾ ਜਾਏ। ਸੋ ਇਹ ਤੁਸੀਂ ਨਫ਼ਰਤ ਦੀ ਵੀ ਸਿਖਰ ਹੈ, ਤੁਹਾਡੀਆਂ ਮਿਸਪਲੇਸ ਪ੍ਰਾਇੋਰਟੀਜ਼ ਵੀ ਨੇ, ਦੂਸਰੇ ਪਾਸੇ ਤੁਸੀਂ ਹਥਿਆਰ ਵੀ ਖਰੀਦ ਰਹੇ ਹੋ। ਹਾਲਾਂਕਿ ਇੱਕ ਤਬਕੇ ਨੂੰ ਲੱਗਦਾ ਹੈ ਕਿ ਵੀ ਇਹ ਹੁਣ ਭਾਰਤ ਜੇ ਡੇਅਰ ਕਰੇਗਾ ਤਾਂ ਬਿਲਕੁਲ ਹੀ ਜੁੱਤੀਆਂ ਖਾਏਗਾ। ਜੁੱਤੀਆਂ ਤਾਂ ਖਾਧੀਆਂ ਹੀ ਨੇ, ਹੁਣ ਤਾਂ ਇਹ ਫਿਰ ਟੁਕੜੇ ਹੋਣ ਵੱਲ ਵਧੇਗਾ। ਇਸ ਲਈ ਮੈਨੂੰ ਲੱਗਦਾ ਵੀ ਕਈ ਵਾਰੀ ਇਹ ਉਹ ਜਿਵੇਂ ਉਰਦੂ 'ਚ ਵੀ ਔਰ ਪੰਜਾਬੀ 'ਚ ਵੀ ਇਹ ਕਹਾਵਤ ਹੈ ਕਿ ਖਿਸਿਆਨੀ ਬਿੱਲੀ ਖੰਭਾ ਨੋਚੇ। ਮੈਨੂੰ ਇਹ ਲੱਗਦਾ ਵੀ ਇਹ ਖੰਭਾ ਨੋਚਣ ਵਾਲੀ ਆਪਣੇ ਲੋਕਾਂ ਨੂੰ ਦੱਸਣ ਲਈ ਹੈ, ਇਹ ਡੇਅਰ ਕਰਨਗੇ ਨਹੀਂ। ਪਰ ਕਿਉਂਕਿ ਇੱਕ ਜਦੋਂ ਪ੍ਰੀਵੈਲੈਂਟ ਕੋਈ ਹੋਰ ਥਾਟ ਚੱਲ ਰਿਹਾ ਹੁੰਦਾ ਤੇ ਅਸੀਂ ਉਸ ਨੂੰ ਵੀ ਥਾਂ ਦਿੰਦੇ। ਸੋ ਇੱਕ ਤਬਕੇ ਦਾ ਇਹ ਕਹਿਣਾ ਕਿ ਅਗਲੇ 3 ਮਹੀਨੇ ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿੱਚ ਇੱਕ ਹੋਰ ਡਿਊਲ ਜਿਹੜਾ ਇਸ ਤੋਂ ਖਤਰਨਾਕ ਹੋ ਸਕਦਾ ਹੋਏਗਾ। ਔਰ ਹੋਏਗਾ ਉਹ ਗਰਾਊਂਡ ਟਰੂਪਸ ਨਹੀਂ, ਉਹ ਇਹੀ ਮਿਸਲ ਡਰੋਨ ਔਰ
ਹਵਾਈ ਜਿਹੜਾ ਜੰਗ ਦਾ ਰੂਪ ਹੋਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜ਼ੋਰਾਨ ਮੰਦਾਨੀ ਦੇ ਨਿਊਯਾਰਕ ਮੇਅਰ ਦੀ ਰੇਸ ਵਿੱਚ ਅੱਗੇ ਵਧਣ ਨੂੰ ਲੈ ਕੇ ਭਾਰਤ ਵਿੱਚ BJP ਅਤੇ ਕਾਂਗਰਸ ਵੱਲੋਂ ਇੱਕੋ ਜਿਹਾ ਨਫ਼ਰਤ ਭਰਿਆ ਰਿਐਕਸ਼ਨ ਦਿੱਤਾ ਗਿਆ ਹੈ ਔਰ BJP ਦੀ ਕੰਗਨਾ ਰਣੌਤ ਅਤੇ ਕਾਂਗਰਸ ਦੇ ਅਭਿਸ਼ੇਕ ਸਿੰਘਵੀ ਨੇ ਮੰਦਾਨੀ ਨੂੰ ਪਾਕਿਸਤਾਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕੱਲ੍ਹ ਦਾ ਸਾਡਾ ਲੀਡ ਸੈਗਮੈਂਟ ਜ਼ੋਰਾਨ ਮਮਦਾਨੀ ਦੇ ਉੱਤੇ ਸੀ, ਜਿਸ ਨੂੰ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਗਿਆ ਕਿਉਂਕਿ ਜਿੱਥੇ ਅਸੀਂ ਡੀਟੇਲ ਦੇ ਨਾਲ ਉਹਨਾਂ ਦਾ ਫੈਮਿਲੀ ਪਿਛੋਕੜ ਵੀ, ਉਹਨਾਂ ਦੀ ਐਕਟੀਵਿਟੀ ਵੀ ਔਰ ਖ਼ਾਸ ਤੌਰ 'ਤੇ ਜਿਹੜਾ ਸਿੱਖ ਐਂਗਲ ਕਿ ਕਿਵੇਂ ਉਹਨਾਂ ਨੇ ਅਸੈਂਬਲੀ ਮੈਂਬਰ ਹੁੰਦਿਆਂ ਨਿਊਯਾਰਕ ਅਸੈਂਬਲੀ, ਕਿਉਂਕਿ ਪਹਿਲਾਂ ਉਹ ਕਾਉਂਸਲਰ ਬਣੇ ਫਿਰ ਅਸੈਂਬਲੀਮੈਨ ਨੇ, ਉਹਨਾਂ ਨੇ 9 ਹੋਰ ਅਸੈਂਬਲੀਮੈਨ ਵਿਮੈਨ ਨਾਲ ਜੁੜ ਕੇ ਜਿਹੜਾ ਗਵਰਨਰ ਆਫ ਨਿਊਯਾਰਕ ਨੂੰ ਲੈਟਰ ਲਿਖਿਆ ਸੀ ਪਿਛਲੇ ਸਾਲ ਹੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਕਿ ਭਾਈ ਇਹ ਜਿਹੜਾ ਅਮਰੀਕਨ ਸਿੱਖ ਨੇ ਉਹਨਾਂ ਦੇ ਹੱਕਾਂ ਦੇ ਉੱਤੇ ਇਨਫਰਿੰਜ ਅਪੋਨ ਹੈ। ਔਰ ਇਹ ਕਿਹਾ ਗਿਆ ਸੀ ਗਵਰਨਰ ਨੂੰ ਕਿ ਵਾਈਟ ਹਾਊਸ ਦੇ ਨਾਲ ਇਸ ਇਸ਼ੂ ਨੂੰ ਚੁੱਕੋ ਤਾਂ ਕਿ ਇੰਡੀਆ ਨੂੰ ਰੋਕਿਆ ਜਾ ਸਕੇ। ਬੜਾ ਸਟਰੋਂਗ ਜਿਹੜਾ ਉਸ ਦੇ ਉੱਤੇ ਉਹਨਾਂ ਦੀ ਟੇਕ ਸੀ। ਬਿਲਕੁਲ ਇਸੇ ਤਰ੍ਹਾਂ ਅਸੀਂ ਮਮਦਾਨੀ ਜਿਹੜੇ ਕਿਵੇਂ ਸਿੱਖਾਂ ਦੇ ਨਾਲ ਜੁੜੇ, ਗੁਰਦੁਆਰਿਆਂ ਦੇ ਵਿੱਚ ਵੀ ਜਾਣਾ ਸੀ ਉਹਨਾਂ ਦਾ। ਔਰ ਖ਼ਾਸ ਤੌਰ 'ਤੇ ਵਰਲਡ ਸਿੱਖ ਪਾਰਲੀਮੈਂਟ ਨੇ ਜਦੋਂ ਕੋਵਿਡ-19 ਦੇ ਚੱਲਦਿਆਂ ਇੱਕ ਸਟੇਜ ਦੇ ਉੱਤੇ 80,000 ਹੌਟ ਫੂਡ ਦੀ ਡਿਮਾਂਡ ਸੀ ਤਾਂ ਯੂਨਾਈਟਿਡ ਸਿੱਖਸ ਵਰਲਡ ਸਿੱਖ ਪਾਰਲੀਮੈਂਟ ਉਹਨਾਂ ਨੇ ਉਹ ਸਾਰਿਆਂ ਨੂੰ ਪ੍ਰੋਵਾਈਡ ਕੀਤਾ। ਸੋ ਉਹਨਾਂ ਨੇ ਸਿੱਖ ਨੁਮਾਇੰਦਿਆਂ ਨੂੰ ਸੱਦ ਕੇ ਐਲਬਨੀ ਜਿਹੜੀ ਕੈਪੀਟਲ ਹੈ ਨਿਊਯਾਰਕ ਦੀ, ਉਹਨਾਂ ਨੂੰ ਆਨਰ ਕੀਤਾ, ਪ੍ਰੋਕਲਾਮੇਸ਼ਨ ਦਿੱਤੀ ਔਰ ਉਹਨਾਂ ਦੀ ਜਿਹੜੀ ਉਹ ਸਪੀਚ ਸੀ ਉਸ ਨੂੰ ਵੀ ਕੱਲ੍ਹ ਅਸੀਂ ਸ਼ੇਅਰ ਕੀਤਾ ਸੀ। ਔਰ ਉਹਦੇ ਨਾਲ ਹੀ ਉਹਨਾਂ ਦਾ ਜਿਹੜਾ ਸਟੈਂਡ ਖ਼ਾਸ ਤੌਰ 'ਤੇ ਬੈਂਜਾਮਿਨ ਨੇਤਨਯਾਹੂ ਔਰ ਨਰਿੰਦਰ ਮੋਦੀ ਬਾਰੇ, ਨੇਤਨਯਾਹੂ ਬਾਰੇ ਤਾਂ ਉਹਨਾਂ ਦਾ ਬਿਲਕੁਲ ਕਿਉਂਕਿ ਸਟੂਡੈਂਟ ਡੇਜ਼ ਤੋਂ ਫਲਸਤੀਨੀਆਂ ਦੇ ਹੱਕ ਦੇ ਵਿੱਚ ਜਿਹੜਾ ਪ੍ਰੋਟੈਸਟ ਵੀ ਕਰਦੇ ਰਹੇ ਔਰ ਨੇਤਨਯਾਹੂ ਬਾਰੇ ਤਾਂ ਉਹਨਾਂ ਨੇ ਕਿਹਾ ਸੀ ਕਿ ਵੀ ਜੇ ਮੈਂ ਮੇਅਰ ਬਣਿਆ ਤੇ ਨੇਤਨਯਾਹੂ ਇੱਥੇ ਆਇਆ ਨਿਊਯਾਰਕ ਤੇ ਮੈਂ ਉਹਨੂੰ ਅਰੈਸਟ ਕਰਾਂਗਾ ਕਿ ਉਹ ਵਾਰ ਕ੍ਰਿਮੀਨਲ ਹੈ। ਜਦੋਂ ਇੱਕ ਪੱਤਰਕਾਰ ਨੇ ਪ੍ਰੈਸ ਕਾਨਫਰੰਸ ਪੁੱਛਿਆ ਕਿ ਵੀ ਜੇ ਨਰਿੰਦਰ ਮੋਦੀ ਨਿਊਯਾਰਕ ਆਏ ਮੈਡੀਸਨ ਸਕੁਏਅਰ 'ਚ ਉਹ ਜਿਹੜਾ ਉਹ ਜਲਸਾ ਕਰੇ, ਬਾਅਦ ਤੁਸੀਂ ਉਹਦੇ ਨਾਲ ਪ੍ਰੈਸ ਕਾਨਫਰੰਸ ਕਰੋਗੇ। ਜਿਹੜੀ ਇਸ 'ਚ ਹੋਰ ਵੀ ਰਿਮਾਰਕੇਬਲ ਗੱਲ ਸੀ ਕਿਉਂਕਿ
ਇਹ ਕੁਐਸਚਨ ਜਿਹੜੇ ਬਾਕੀ ਕੈਂਡੀਡੇਟ ਸੀ ਮੈਰੀ ਕਿਊਮੋ ਔਰ ਇੱਕ ਹੋਰ ਉਹਨਾਂ ਨੂੰ ਵੀ ਪੁੱਛਿਆ ਗਿਆ, ਉਹਨਾਂ ਨੇ ਵੀ ਕਿਹਾ ਨੋ ਕਿ ਵੀ ਅਸੀਂ ਮੋਦੀ ਨਾਲ ਨਹੀਂ, ਦੂਜੇ ਨੇ ਵੀ ਕਿਹਾ ਨੋ। ਤੇ ਇਹਨੇ ਜਿਹੜਾ ਮਿਸਟਰ ਮਮਦਾਨੀ ਨੇ ਉਹਦੇ ਤੋਂ ਕਿਹਾ ਵੀ ਮੈਂ 1 ਮਿੰਟ ਕੁਝ ਕਹਿਣਾ ਚਾਹੁੰਦਾ। ਉਹਨੇ ਕਿਹਾ ਕਿ ਵੀ ਮੈਂ ਗੁਜਰਾਤੀ ਮੁਸਲਮਾਨ ਹੈ, ਔਰ ਜਦੋਂ ਮੈਂ ਕਿਸੇ ਨੂੰ ਕਹਿੰਦਾ ਮੈਂ ਗੁਜਰਾਤੀ ਮੁਸਲਮਾਨ ਹੈ, ਉਹ ਕਹਿੰਦੇ ਨੇ ਵੀ ਅੱਛਾ ਅਜੇ ਵੀ ਗੁਜਰਾਤ 'ਚ ਮੁਸਲਮਾਨ ਬਚੇ ਨੇ, ਕਿਉਂਕਿ ਨਰਿੰਦਰ ਮੋਦੀ ਉਹ ਸ਼ਖਸ ਹੈ ਜਿਸ ਨੇ ਜਿਹੜਾ ਉਹ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕੀਤਾ ਹੈ। ਇਹ ਇਵੇਂ ਹੀ ਵਾਰ ਕ੍ਰਿਮੀਨਲ ਹੈ ਜਿਵੇਂ ਕਿ ਨੇਤਨਯਾਹੂ ਹੈ। ਹੁਣ ਇਹ ਸਾਰੀਆਂ ਚੀਜ਼ਾਂ ਔਨ ਰੈਕਰਡ ਨੇ। ਹਾਲਾਂ ਉਸ ਨੇ ਕੋਈ ਇਹ ਨਹੀਂ ਆਇਆ ਕਿ ਵੀ ਕੋਈ ਇੰਡੀਆ ਦੇ ਖਿਲਾਫ ਕਿਹਾ ਹੋਏ, ਉਹਨੇ ਜੋ ਵੀ ਲਾਈਨ ਲਈ, ਕਿਉਂਕਿ ਉਹ ਬੇਸਿਕਲੀ ਉਸ ਦੀ ਜਿਹੜੀ ਟ੍ਰੇਨਿੰਗ ਹੈ ਉਹ ਮਾਈਂਡਸੈਟ ਜਿਵੇਂ ਹੁੰਦਾ ਉਹ ਬਗਾਵਤ ਵਾਲਾ ਹੈ, ਗਲਤ ਨੂੰ ਗਲਤ ਕਹਿਣ ਦੀ ਹਿੰਮਤ ਹੈ। ਉਸ ਨਿਊਯਾਰਕ 'ਚ ਜਿਸ ਨਿਊਯਾਰਕ ਜਿਹੜਾ ਮੇਅਰ ਪਹਿਲਾਂ ਬਣਦਾ ਹੈ ਉਹ ਜਾ ਕੇ ਇਜ਼ਰਾਈਲ ਦਾ ਦੌਰਾ ਕਰਦਾ, ਕਿਉਂਕਿ ਨਿਊਯਾਰਕ ਦੇ ਵਿੱਚ ਬਹੁਤ ਵੱਡੀ ਆਬਾਦੀ ਯਹੂਦੀਆਂ ਦੀ ਹੈ ਔਰ ਕਰਦਾ, ਤੇ ਉਹ ਉਸ ਇਲੈਕਸ਼ਨ ਨੂੰ ਜਿੱਤਿਆ ਜਿਹਦੇ 'ਚ ਉਹਨੇ ਕਿਹਾ ਵੀ ਜੇ ਮੈਂ ਮੇਅਰ ਬਣਿਆ ਤੇ ਨੇਤਨਯਾਹੂ ਨਿਊਯਾਰਕ 'ਚ ਆਇਆ ਤੇ ਮੈਂ ਉਹਨੂੰ ਅਰੈਸਟ ਕਰਾਂਗਾ ਐਜ਼ ਏ ਵਾਰ ਕ੍ਰਿਮੀਨਲ। ਇਹਦੇ ਬਾਵਜੂਦ ਉਹ ਜਿੱਤਦਾ, ਔਰ ਇਹ ਨਹੀਂ ਹੈ ਈਵਨ ਕੁਝ ਜੂਇਸ਼ ਆਰਗੇਨਾਈਜੇਸ਼ਨਸ ਨੇ ਵੀ ਉਹਨੂੰ ਐਂਡੋਰਸ ਕੀਤਾ, ਕਿਉਂਕਿ ਇਸ ਗੱਲ ਨੂੰ ਅਸੀਂ ਕਲੀਅਰ ਕਰ ਦਈਏ ਵੀ ਜੋ ਨੇਤਨਯਾਹੂ ਕਰ ਰਿਹਾ ਹੈ ਕੋਈ ਸਾਰੇ ਯਹੂਦੀ ਉਹਦੀ ਹਮਾਇਤੀ ਨਹੀਂ ਨੇ। ਇੱਥੇ ਨਿਊਯਾਰਕ ਜਿਹੜਾ ਸਭ ਤੋਂ ਵੱਡਾ ਪ੍ਰੋਟੈਸਟ ਇਹ ਗਾਜ਼ਾ ਦੇ ਵਿੱਚ ਜਿਹੜਾ ਜੈਨੋਸਾਈਡ ਕਰ ਰਿਹਾ ਉਹਦੇ ਖਿਲਾਫ ਹੋਇਆ, ਉਹਨੂੰ ਜਿਹੜੇ ਉਹ ਆਪਣੇ ਟ੍ਰੈਡੀਸ਼ਨਲ ਪਹਿਰਾਵਿਆਂ 'ਚ ਹੁੰਦੇ ਨੇ ਯਹੂਦੀ ਕਾਲਾ ਕੋਟ ਹੈਟ ਦੂਜੇ ਬੀਅਰਡਡ, ਉਹਨਾਂ ਨੇ ਲੀਡ ਕੀਤਾ, ਕਿਉਂਕਿ ਉਹਨਾਂ ਨੂੰ ਇਹ ਨਜ਼ਰ ਆ ਰਿਹਾ ਕਿ ਵੀ ਇਹ ਜਿਹੜਾ ਕੱਲ੍ਹ ਨੂੰ ਇਹਦੀ ਜਵਾਬਦੇਹੀ ਵੀ ਹੋਣੀ ਹੈ ਔਰ ਹਰ ਕੌਮ ਦੇ ਵਿੱਚ ਚੰਗੇ ਲੋਕ ਵੀ ਹੁੰਦੇ ਨੇ। ਪਰ ਨੇਤਨਯਾਹੂ ਤੱਕ ਘੜੀਸ ਕੇ ਟਰੰਪ ਨੂੰ ਵੀ ਲੈ ਗਿਆ ਉਸ ਪਾਸੇ ਵੀ ਈਰਾਨ ਦੇ ਉੱਤੇ ਮਾਰੋ ਬੰਬ। ਇਹ ਵੱਖਰੀ ਕਹਾਣੀ ਹੈ ਵੀ ਖਮੀਨੀ ਕੀ ਕਹਿ ਰਿਹਾ ਤੇ ਡਿਫੈਂਸ ਸੈਕਟਰੀ ਅਮਰੀਕਾ ਦਾ ਕੀ ਕਹਿ ਰਿਹਾ, ਕੀ ਆਬਜੈਕਟਿਵ ਹਾਸਲ ਕੀਤਾ ਜਾਂ ਨਹੀਂ ਕੀਤਾ। ਹੁਣ ਨਿਊਯਾਰਕ 'ਚ ਕਿਹਨੂੰ ਮੇਅਰ ਚੁਣਨਾ ਹੈ, ਜਿਹੜਾ ਪ੍ਰਾਇਮਰੀ ਲੀਡ ਕਰ ਰਿਹਾ ਉਹਦੀਆਂ ਕੀ ਨੀਤੀਆਂ ਨੇ, ਇਹਦਾ ਭਾਰਤ 'ਚ ਕੀ ਲਾਗਾ ਦੇਗਾ। ਲੇਕਿਨ ਤੁਸੀਂ ਦੇਖੋਗੇ ਕਿ ਵੀ ਇੱਕ ਪਾਸੇ ਜਦੋਂ ਤਾਂ ਤੁਲਸੀ ਗੈਬਰਡ ਵਰਗੀ ਜਿਹੜੀ ਹੈ ਕਨਵਰਟ ਕਲਟ ਦੇ ਵਿੱਚ ਹਿੰਦੂ ਕਲਟ 'ਚ ਆਈ ਜਿਹੜੀ ਹੈ ਉਹ ਕਾਂਗਰਸ ਵੂਮਨ ਬਣਦੀ ਹੈ ਜਾਂ ਬਾਅਦ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਜਿਹੜੀ ਪ੍ਰੈਜ਼ੀਡੈਂਸ਼ੀਅਲ ਰੇਸ 'ਚ ਰਨ ਕਰਦੀ ਹੈ ਡੈਮੋਕ੍ਰੇਟਾਂ ਦੀ, ਫਿਰ ਰਿਪਬਲਿਕਨ ਬਣ ਜਾਂਦੇ। ਉੱਥੇ ਉਹਨੂੰ ਗੋਰੀ ਹੁੰਦੇ ਹੋਏ ਨੂੰ ਵੀ ਭਾਰਤ ਦੀ ਬੇਟੀ ਬਣਾਇਆ ਜਾ ਰਿਹਾ ਕਿ ਵੀ ਫਲਾਣਾ ਉਹਨਾਂ ਨੂੰ ਲੱਗਾ ਵੀ ਇਹ ਤਾਂ ਸਾਡੀ ਲਾਈਨ ਟੋ ਕਰੇਗੀ। ਇਵੇਂ ਹੀ ਅਸੀਂ ਬਾਕੀ ਮਾਮਲਿਆਂ ਹੀ ਦੇਖਦੇ ਹਾਂ। ਪਰ ਹੁਣ ਜਿਹੜਾ ਜ਼ੋਰਾਨ ਮਮਦਾਨੀ ਦੇ ਮਾਮਲੇ ਦੇ ਵਿੱਚ ਹੱਕ 'ਚ ਤਾਂ ਕਿਸੇ ਨੇ ਤੁਸੀਂ ਚੁੱਪ ਹੀ ਰਹਿ ਸਕਦੇ ਹੋ, ਪਰ ਜਿਹੜੀ ਨਫ਼ਰਤ ਹੈ, ਹਿਟਰੇਡ ਹੈ, ਉਹਨਾਂ ਨੂੰ ਇਹ ਨਜ਼ਰ ਆ ਰਿਹਾ ਅੱਛਾ ਨਿਊਯਾਰਕ ਵਰਗੇ ਸ਼ਹਿਰ ਜਿੱਥੇ ਅਸੀਂ ਅਮਰੀਕਾ 'ਚ ਹਿੰਦੂ ਫਾਊਂਡੇਸ਼ਨ ਤੇ ਦੂਜੇ ਤੀਜੇ ਦੇ ਥੱਲੇ ਇੰਨਾ ਪੈਸਾ ਸੁੱਟਿਆ ਹੋਇਆ ਹੈ, ਇੰਨੇ ਕਾਣੇ ਕੀਤੇ ਹੋਏ ਨੇ, ਔਰ ਉੱਥੇ ਇਸ ਕਿਸਮ ਦਾ ਮੁਸਲਮਾਨ ਭਾਰਤੀ ਮੂਲ ਦਾ ਜਿਹੜਾ, ਕਿਉਂਕਿ ਉਹ ਪ੍ਰਾਈਡ ਨਾਲ ਕਹਿੰਦਾ ਕਿ ਆਈ ਐਮ ਏ ਗੁਜਰਾਤੀ ਮੁਸਲਿਮ ਆਫ ਇੰਡੀਅਨ ਓਰੀਜਨ, ਉਹਨੇ ਕਦੇ ਐਂਡ ਆਈ ਐਮ ਏ ਮੁਸਲਿਮ, ਉਹਨੇ ਕੋਈ ਆਪਣਾ ਜਿਹੜਾ ਉਹ ਕੰਪਲੈਕਸ ਨਹੀਂ ਦਿਖਾਇਆ ਹੈ। ਔਰ ਪਹਿਲੇ ਦਿਨ ਤੋਂ ਬੜਾ ਕਲੀਅਰਲੀ, ਔਰ ਲੋਕ ਉਹਨੂੰ ਪਿਆਰ ਕਰਦੇ ਨੇ। ਮੈਂ ਤਾਂ ਸਮਝਦਾ ਸੀ ਵੀ ਲਗਭਗ 200 ਦੇ ਕਰੀਬ ਲੈਂਗੁਏਜਸ ਬੋਲੀਆਂ ਜਾਂਦੀਆਂ ਨਿਊਯਾਰਕ 'ਚ। ਅੱਜ ਮੈਂ ਕਿਤੇ ਦੇਖ ਰਿਹਾ ਸੀ ਕਿਸੇ ਨੇ ਕੋਟ ਕੀਤਾ 800 ਡਿਫਰੈਂਟ ਲੈਂਗੁਏਜਸ ਬੋਲਣ ਵਾਲੇ ਲੋਕ ਨਿਊਯਾਰਕ 'ਚ ਨੇ। ਔਰ ਜਿਵੇਂ ਉਹ ਕਾਲਿਆਂ 'ਚ ਜਾਂਦਾ ਹੈ, ਸਪੈਨਿਸ਼ 'ਚ ਜਾਂਦਾ ਹੈ, ਇਕਵਾਡੋਰੀਅਨ 'ਚ ਜਾਂਦਾ ਹੈ, ਕਿਊਬਨ 'ਚ, ਜਿਵੇਂ ਉਹਨੂੰ ਲੋਕ ਗਰੀਟ ਕਰ, ਉਹਨੇ ਕਾਮਨ ਸੜਕਾਂ 'ਤੇ ਉਤਰ ਕੇ ਲੋਕਾਂ ਦੇ ਮਸਲੇ, ਉਹ ਹਾਊਸਿੰਗ ਦਾ ਹੋਏ, ਉਹ ਮਹਿੰਗੀਆਂ ਹੋ ਰਹੀਆਂ ਚੀਜ਼ਾਂ ਹੋਏ ਕਿ ਵੀ ਸਟੋਰ ਖੋਲ੍ਹੇਗਾ ਸ਼ਹਿਰ ਆਪਣੇ, ਬੱਚਿਆਂ ਦੀ ਐਜੂਕੇਸ਼ਨ ਦਾ ਹੋਏ, ਫ੍ਰੀ ਬੱਸ ਸਰਵਿਸ ਹੋਏ, ਕਿਰਾਏ ਫਰੀਜ਼ ਕਰਨੇ ਹੋਣ ਕਿ ਵੀ ਘਰਾਂ ਦੇ ਤੁਸੀਂ ਜੋ ਮਰਜ਼ੀ ਕਰੋ। ਹੁਣ ਇਹ ਹੈ ਕਾਮਨ ਮੈਨਸ ਏਜੰਡਾ। ਔਰ ਮੈਂ ਵੈਸੇ ਇਸ ਗੱਲ ਤੇ ਐਜ਼ ਏ ਨਿਊਯਾਰਕਰ ਫਖਰ ਵੀ ਕਰ ਸਕਦਾ ਕਿ ਵੀ ਜਿੱਥੇ ਇੰਨੀ ਨਫ਼ਰਤ ਚਾਰ ਚਫੇਰੇ ਹੈ ਉਹਦੇ 'ਚ ਨਿਊਯਾਰਕ ਸ਼ਹਿਰ ਨੇ ਉਸ ਬੰਦੇ ਨੂੰ ਚੁਣਿਆ ਜਿਹਨੂੰ ਆਪਣੀ ਆਈਡੈਂਟਿਟੀ ਦਾ ਕੰਪਲੈਕਸ ਨਹੀਂ ਹੈ ਕਿ ਉਹ ਮੁਸਲਮਾਨ ਹੈ, ਆਪਣੇ ਧਰਮ ਨੂੰ ਉਹ ਕੋਈ ਲੁਕਾਉਣ ਵਾਲੀ ਲਾਈਨ ਨਹੀਂ ਹੈ। ਔਰ ਕਾਮਨ, ਔਰ ਜਿਵੇਂ ਉਹ ਟਰੰਪ ਤੋਂ ਲੈ ਕੇ ਔਰ ਨੇਤਨਯਾਹੂ ਤੇ ਮੋਦੀ ਨੂੰ ਹੈਡ ਔਨ ਲੈ ਕੇ ਫਿਰ ਵੀ ਜਿਹੜਾ ਕਾਮਨਰ ਬੰਦਿਆਂ ਦੀ ਪਸੰਦ ਬਣਿਆ, ਇਹ ਛੋਟੀ ਗੱਲ ਨਹੀਂ ਹੈ। ਇਹ ਇੱਕ ਸਿਮਰਿੰਗ ਚੇਂਜ ਵੀ ਹੈ ਕਿ ਇੱਕ ਜਨਰੇਸ਼ਨ ਨਫ਼ਰਤ ਨਾਲ ਭਰੀ ਹੋਈ, ਪਰ ਤੁਸੀਂ ਉਹ ਇੰਡੀਅਨ ਇਹਨਾਂ ਠੂਹਿਆਂ ਦਾ, ਔਰ ਉਹ ਗੱਲ ਕਾਂਗਰਸ 'ਚ RSS ਦੀ ਹੋਏ, ਮੈਨੂੰ ਉਹ ਯਾਦ ਆਉਂਦਾ ਵੀ ਕੋਈ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਕੋਈ ਜਿਹੜਾ ਉਹ ਬਿੱਛੂ
ਜਿਹਨੂੰ ਅਸੀਂ ਠੂਹਾਂ ਤੇ ਬਿੱਛੂ ਹੀ ਕਹਿੰਦੇ ਹਾਂ ਅਸੀਂ, ਸਕਾਰਪੀਅਨਸ, ਉਹ ਲੈਣ ਗਿਆ। ਉਹਨੇ ਕਿਹਾ ਜੀ ਆਹ ਕਿੰਨੇ ਦਾ ਹੈ? ਉਹਨੇ ਕਿਹਾ ਜੀ ਇਹ 500 ਰੁਪਏ ਦਾ। ਛੋਟਾ ਸੀ ਉਹ, ਇੱਕ ਵੱਡਾ ਸੀ ਬਹੁਤ ਵੱਡਾ। ਉਹ ਕਿੰਨੇ ਦਾ? ਕਹਿੰਦਾ ਜੀ ਇਹ ਵੀ 500 ਰੁਪਏ ਦਾ। ਕਹਿੰਦਾ ਕਿ ਵੀ ਇਹ ਛੋਟਾ ਵੀ ਉਹਨਾਂ, ਵੱਡਾ ਵੀ ਉਹਨਾਂ। ਕਹਿੰਦਾ ਕਿਸੇ ਦੀ ਪੂਛ ਨੂੰ ਹੱਥ ਲਾ, ਡੰਗ ਇੱਕੋ ਜਿਹਾ ਹੀ ਮਾਰ ਦੇਣਾ। ਸੋ ਮੈਂ ਇਹ ਦੇਖਿਆ ਵੀ ਹਿੰਦੂ ਤਵੀਆਂ ਨੂੰ ਤਾਂ ਪ੍ਰੋਬਲਮ ਹੋ ਸਕਦੀ ਹੈ ਕਿ ਵੀ ਉਹਨਾਂ ਨੂੰ ਤਾਂ ਲੱਗਦਾ ਕਿ ਵੀ ਨਰਿੰਦਰ ਮੋਦੀ ਨੂੰ ਵਾਰ ਕ੍ਰਿਮੀਨਲ ਨਿਊਯਾਰਕ ਦਾ ਮੇਅਰ ਕਹੇਗਾ। ਇਹ ਤਾਂ ਸਮਝਦੇ ਸੀ 2002 ਅਸੀਂ ਪੁਲ ਭੁਲਾ ਦਿੱਤਾ, 23 ਸਾਲ ਪਿੱਛੇ ਚਲਾ ਗਿਆ ਕੰਮ, ਹੁਣ 3 ਵਾਰੀ ਪ੍ਰਾਈਮ ਮਿਨਿਸਟਰ ਬਣ ਗਿਆ। ਹੁਣ ਤਾਂ ਕਾਂਗਰਸ ਵੀ ਉੱਥੇ ਨਾਂ ਨਹੀਂ ਲੈਂਦੀ ਕਿ ਇਹਨੇ ਗੁਜਰਾਤ 'ਚ ਬੁੱਚੜ ਆਫ ਗੁਜਰਾਤ ਹੈ। ਤੇ ਉਹਨਾਂ ਨੂੰ, ਕਾਂਗਰਸ ਨੂੰ ਕੀ ਤਕਲੀਫ ਇਸ ਤੋਂ ਹੋ ਸਕਦੀ ਹੈ? ਪਰ ਤੁਸੀਂ ਇਹ ਦੇਖੋ ਵੀ ਉਸ ਦੇ ਬਣਨ ਤੋਂ ਅਜੇ ਉਹਨੇ ਕੋਈ ਇੰਡੀਆ ਬਾਰੇ ਕੋਈ ਕਾਮੈਂਟ ਨਹੀਂ ਕੀਤਾ ਨੈਗੇਟਿਵ। ਉਹਨੇ ਇੱਕ ਬੁੱਚੜ ਬਾਰੇ ਗੱਲ ਕੀਤੀ ਔਰ ਉਹਨੂੰ ਵਾਰ ਕ੍ਰਿਮੀਨਲ ਕਿਹਾ। ਹੁਣ ਇਹ ਅੱਜ ਦੋਨੋਂ ਇਹਨਾਂ ਦੇ ਜਿਹੜੇ ਅਖਬਾਰ ਨੇ ਉਹ ਭਰੇ ਹੋਏ ਨੇ ਕਿ ਇੱਕ ਪਾਸੇ ਕਾਂਗਰਸ ਦਾ ਜਿਹੜਾ ਸਪੋਕਸਪਰਸਨ ਹੈ ਸਿੰਘਵੀ, ਉਹਨੇ ਕੀ ਕਿਹਾ, ਔਰ ਪਹਿਲਾਂ ਜਿਹੜਾ ਉਹ RSS ਦੀ ਸ਼ੋ ਗਰਲ ਕਾਫੀ ਦੇਰ ਦੀ ਚੁੱਪ ਸੀ, ਉਹ ਵੀ ਮੌਕਾ ਲੱਭਦੀ ਹੁੰਦੀ ਆ ਉਹਨੂੰ, ਹੋਰ ਤਾਂ ਕੋਈ ਉਹਦੀ ਕੋਈ ਜਿਹੜੀ ਹੈ ਕੰਟਰੀਬਿਊਸ਼ਨ ਹੈ ਨਹੀਂ, ਨਾ ਹੀ ਕੋਈ ਪਾਰਲੀਮੈਂਟ 'ਚ ਕਦੇ ਬੋਲਦੀ ਨਜ਼ਰ ਆਈ ਹੈ ਕਿ ਕਿਸੇ ਇਸ਼ੂ ਤੇ ਉਹ ਕਹਿੰਦੇ ਆ ਕਿ ਹੀ ਸਾਊਂਡਸ ਮੋਰ ਪਾਕਿਸਤਾਨੀ ਦੈਨ ਇੰਡੀਅਨ, ਸੇਜ਼ ਕੰਗਨਾ ਰਣੌਤ ਔਨ ਜ਼ੋਰਾਨ, ਕਿ ਵੀ ਉਹ ਤਾਂ ਪਾਕਿਸਤਾਨੀ ਲੱਗਦਾ। ਔਰ ਉਹਨੇ ਇਹ ਕਿਹਾ ਵੀ ਮੈਂ ਹੁਣ ਹਿੰਦੂ ਤਵੀਆਂ ਨੇ ਈਵਨ ਜਦੋਂ ਰਾਮ ਮੰਦਰ ਬਣ ਰਿਹਾ ਸੀ, ਬਾਬਰੀ ਮਸਜਿਦ ਨੂੰ ਢਾਇਆ ਗਿਆ, ਉਹਦੀ ਪੁਰਾਣੀ ਵੀਡੀਓ ਵੀ ਕੱਢ ਲਈ ਮਮਦਾਨੀ ਦੀ ਕਿ ਉਹ ਪ੍ਰੋਟੈਸਟ ਕਰ ਰਿਹਾ। ਉਹਨੇ ਕਿਹਾ ਕਿ ਵੀ ਤੁਸੀਂ ਤੋੜਿਆ ਮਸਜਿਦ ਨੂੰ। ਉਹ ਕਹਿ ਰਿਹਾ ਕਿ ਵੀ ਉਹਦੀ ਕੰਗਣਾ ਕਹਿ ਰਹੀ ਹੈ ਵਟ ਐਵਰ ਹੈਪਨ ਟੂ ਹਿਜ਼ ਹਿੰਦੂ ਆਈਡੈਂਟਿਟੀ ਔਰ ਬਲੱਡ ਲਾਈਨ ਐਂਡ ਨਾਓ ਹੀ ਇਜ਼ ਰੈਡੀ ਟੂ ਵਾਈਪ ਆਊਟ ਹਿੰਦੂਇਜ਼ਮ। ਵਾਓ, ਇਟ ਇਜ਼ ਦਾ ਸੇਮ ਸਟੋਰੀ ਐਵਰੀਵੇਅਰ। ਹੁਣ ਪਹਿਲਾਂ ਤਾਂ ਇਹਨਾਂ ਨੂੰ ਇਹ ਤਕਲੀਫ ਹੈ ਕਿ ਵੀ ਉਹ ਇਸ ਦੇ ਮਾਂ ਜਿਹੜੀ ਹੈ ਉਹ ਪੰਜਾਬੀ ਹਿੰਦੂ ਹੈ, ਜਿਵੇਂ ਦੀਪਾ ਨਈਅਰ, ਔਰ ਪਿਓ ਮੁਸਲਮਾਨ ਹੈ। ਉਹਨੂੰ ਕਿਹਾ ਜੀ ਉਹਦੀ ਤਾਂ ਹਿੰਦੂ ਆਈਡੈਂਟਿਟੀ ਖਤਮ ਹੋ ਗਈ ਔਰ ਇਸੇ ਲਈ ਹੁਣ ਉਹ ਹਿੰਦੂ ਆਈਡੈਂਟਿਟੀ ਨੂੰ ਵਾਈਪ ਆਊਟ ਕਰਨ ਤੇ ਲੱਗਾ ਹੋਇਆ। ਔਰ ਇਸ ਦੇ ਨਾਲ ਉਹਨੇ ਇਹਦੀ ਮੈਂ ਪੂਰਾ ਜੇ ਇਹਦਾ ਟਵੀਟ ਦੇਖਾਂ, ਉਹ ਕਹਿੰਦੇ ਆ ਹਿਜ਼ ਮਦਰ ਇਜ਼ ਮੀਰਾ ਨਈਅਰ, one of our best filmmakers, Padam Shri, a beloved and celebrated daughter born and raised in Great Bharat, now based in New York. She married Mahmood Mamdani, Gujarati origin Muslim, a celebrated author, and obviously son is named Zohran. He sounds more Pakistani than Indian. ਹੁਣ ਤੁਸੀਂ ਇਹਨਾਂ ਦਾ ਅੰਦਾਜ਼ਾ ਕਿੰਨੀ ਨਫ਼ਰਤ ਹੈ। ਪਹਿਲਾਂ ਤਾਂ ਇਹ ਹੈ ਕਿ ਮੀਰਾ ਨਈਅਰ ਨੇ ਮੁਸਲਮਾਨ ਨਾਲ ਵਿਆਹ ਕੀਤਾ, ਹਾਲਾਂ ਉਹਨੂੰ ਸਾਰੇ ਨਾਇਰ ਕਹਿ ਰਹੇ ਨੇ, NAIR, ਨਾਇਰ ਸਾਊਥ 'ਚ ਹੁੰਦੇ ਨੇ ਕੇਰਲਾ 'ਚ। ਪੰਜਾਬੀ ਦੇ ਵਿੱਚ ਜਿਵੇਂ ਕੁਲਦੀਪ ਨਈਅਰ ਸੀ, ਇਹ ਨਈਅਰ ਹੈ ਪੰਜਾਬੀ ਖੱਤਰੀ ਹਿੰਦੂ, ਉਹ ਉਹਦਾ, ਉਹਨੂੰ ਇਹ ਕਹਿ ਰਹੀ ਹੈ ਕਿ ਬਈ ਇਹ ਜਿਹੜਾ ਹੈ ਮੈਂ ਫਿਰ ਵੀ ਮੇਰੇ ਨਾਲ, ਭਾਵੇਂ ਮੈਂ ਉਹਨੂੰ ਮਿਲਦੀ ਵੀ ਰਹੀ ਹਾਂ, ਉਹਦੀ ਮਾਂ ਨੂੰ ਮੈਂ ਉਹਨੂੰ ਬੈਸਟ ਵਿਸ਼ੇਜ਼ ਵੀ ਕਹਿੰਦੇ ਹਾਂ, ਲੇਕਿਨ ਇਹ ਜਿਹੜਾ ਮੈਨੂੰ ਪਾਕਿਸਤਾਨੀ ਲੱਗਦਾ ਹੈ। ਔਰ ਉਹਨੇ ਹਿੰਦੂ ਆਈਡੈਂਟਿਟੀ ਤੇ ਜਿਹੜੀ ਹਿੰਦੂ ਬਲੱਡ ਲਾਈਨ ਹੈ ਉਹ ਤਾਂ ਉਹਦੀ ਖਤਮ ਹੋ ਗਈ ਔਰ ਮੁਸਲਮਾਨ ਬਲੱਡ ਲਾਈਨ ਸ਼ੁਰੂ ਹੋ ਗਈ। ਹੁਣ ਜਿਹੜਾ ਕਾਂਗਰਸ ਦਾ ਸਪੋਕਸਪਰਸਨ ਹੈ ਉਹਦੇ ਜਿਹੜਾ ਅਭਿਸ਼ੇਕ ਸਿੰਘ ਵੀ, ਉਹ ਕਹਿੰਦਾ ਵੈਨ ਜ਼ੋਰਾਨ ਮਮਦਾਨੀ ਓਪਨਸ ਹਿਜ਼ ਮਾਊਥ ਪਾਕਿਸਤਾਨ's PR team takes the day off. India does not need enemies with allies like him, shouting fiction from New York. ਹੁਣ ਮਤਲਬ ਕਾਂਗਰਸ, ਤੁਸੀਂ ਇਸ ਲਈ ਜਦੋਂ ਅਸੀਂ ਕਹਿੰਦੇ ਹਾਂ ਕਿ ਬਈ ਇਹ ਬਿੱਛੂ ਇੱਕੋ ਜਿਹੇ ਹੀ ਡੰਗ ਮਾਰਨ ਵਾਲੇ ਨੇ, ਕਈ ਵਾਰੀ ਕੁਛ ਨੂੰ ਜਦੋਂ BJP ਦੇ ਸਤੇ ਹੋਏ ਆਪਣੇ ਕੁਛ ਕਾਂਗਰਸ ਦੇ ਸੋਲੇ ਗਾਣ ਲੱਗ ਜਾਂਦੇ ਸੀ, ਜਾਂ ਉਦੋਂ ਵੀ ਕਿ ਭਾਈ ਤੁਸੀਂ ਕਿਸੇ ਨੂੰ ਵੀ ਦੇਖੋ। ਔਰ ਇਹ ਗੱਲ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਨੇ ਬਹੁਤ ਪਹਿਲਾਂ ਪਛਾਣ ਲਈ ਸੀ ਕਿ ਵੀ ਇੱਕ ਪਾਸੇ ਸ਼ੁੱਧ ਬਨਾਰਸੀ ਹਿੰਦੂ ਨੇ ਜਿਹੜੇ ਹਿੰਦੁਸਤਾਨ ਕਹਿ ਕੇ ਨੰਗੇ ਚਿੱਟੇ ਹੋ ਕੇ ਮੁਸਲਮਾਨਾਂ ਔਰ ਬਾਕੀਆਂ ਨੂੰ ਜਿਹੜਾ ਖ਼ਤਮ ਕਰਨਾ ਚਾਹੁੰਦੇ ਨੇ, ਇੱਕ ਪਾਸੇ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਗਾਂਧੀ, ਨਹਿਰੂ, ਪਟੇਲ, ਰਜਿੰਦਰ ਪ੍ਰਸਾਦ ਵਰਗੇ ਲੋਕ ਨੇ ਜਿਨ੍ਹਾਂ ਦਾ ਵੀ ਅਲਟੀਮੇਟ ਜਿਹੜਾ ਮਿਸ਼ਨ ਹੈ ਉਹ ਵੀ ਐਸਿਮੀਲੇਟ ਕਰਨਾ ਹੀ ਹੈ, ਪਰ ਹੌਲੀ ਹੌਲੀ, ਸਲੋ ਪੋਇਜ਼ਨਿੰਗ। ਤੇ ਇੱਕ ਹੈ ਵੀ ਤੁਹਾਡਾ ਗਲ ਕੱਟ ਦੇਣ। ਔਰ ਇਹ ਹੁਣ ਅਭਿਸ਼ੇਕ ਕਹਿ ਰਿਹਾ ਕਿ ਜੀ ਇਹ ਜਿਹੜਾ ਜ਼ੋਰਾਨ ਮਮਦਾਨੀ ਹੈ, ਇਹਦੇ ਹੁੰਦਿਆਂ ਜਿਹੜਾ ਪਾਕਿਸਤਾਨ ਦੀ PR ਟੀਮ, ਜਿਹੜੀ ਪਬਲਿਕ ਰਿਲੇਸ਼ਨ ਟੀਮ, ਉਹ ਹੁਣ ਛੁੱਟੀ 'ਤੇ ਜਾ ਸਕਦੀ ਹੈ, ਕਿਉਂਕਿ ਜਦੋਂ ਇਹਨੇ ਮੂੰਹ ਖੋਲ੍ਹਣੇ ਔਰ ਇਹ ਜਿਹੜਾ
ਉਹਨੇ ਪਾਕਿਸਤਾਨ ਦਾ ਕੰਮ ਹੀ ਕਰਨਾ ਹੈ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾਓ। ਔਰ ਇਹ ਗੱਲ ਕੱਲੀ ਦੇ ਹਵਾਲੇ ਨਾਲ ਨਹੀਂ ਹੈ, ਅੱਜ ਕੱਲ੍ਹ ਦਲਜੀਤ ਦੋਸਾਂਝ ਦੇ ਖਿਲਾਫ ਕੀ ਚੱਲ ਰਿਹਾ। ਹੁਣ ਉਹਨੇ ਇੱਕ ਪਾਕਿਸਤਾਨੀ ਐਕਟਰੈਸ ਨੂੰ ਕਾਸਟ, ਉਹ ਤਾਂ ਐਕਟਰ ਹੈ ਜਿਹੜਾ ਵੀ ਉਹਦਾ ਪ੍ਰੋਡਿਊਸਰ ਹੈ ਸਿੱਧੂ ਕਿ ਕੌਣ ਜੀ, ਉਸਨੇ ਸਰਦਾਰ ਜੀ ਕਿ ਕੀ ਫਿਲਮ ਬਣਾਈ ਹੈ। ਹੁਣ ਉਹਦਾ ਟ੍ਰੇਲਰ ਬਾਹਰ ਆਇਆ ਕਿਉਂਕਿ ਰਿਲੀਜ਼ ਹੋਣ ਜਾ ਰਹੀ ਹੈ। ਉਹਨਾਂ ਨੇ ਇੰਡੀਅਨਸ ਨੇ ਔਰ ਉਹਦੇ 'ਚ ਉੱਥੋਂ ਦੇ ਹੀ ਜਿਹੜੇ ਉਹਨਾਂ ਦੇ ਰੈਂਟਾ ਲੋਕ ਨੇ ਉਹਨਾਂ ਤੋਂ ਹੀ ਰੌਲਾ ਪਵਾਤਾ ਕਿ ਜੀ ਇਹ ਗਦਾਰੀ ਹੈ ਕਿ ਵੀ ਇਹ ਪਾਕਿਸਤਾਨੀ, ਜੇ ਪਾਕਿਸਤਾਨ ਨੇ ਸਾਡੇ ਨਾਲ ਇਹ ਕਰਤਾ ਉਹ ਕਰਤਾ। ਉਹਨੇ ਕਿਹਾ ਵੀ ਜਦੋਂ ਅਸੀਂ ਇਹ ਸਾਈਨ ਕੀਤਾ ਜਾਂ ਐਕਟ ਕੀਤਾ ਜਾਂ ਰਿਕਾਰਡ, ਉਦੋਂ ਤਾਂ ਉਹ ਝਗੜਾ ਨਹੀਂ ਸੀ, ਇਹ ਤਾਂ ਹੁਣ ਸ਼ੁਰੂ ਹੋਇਆ। ਤੇ ਭਾਈ ਇਹ ਨਾਲੇ ਪ੍ਰੋਡਿਊਸਰ ਦਾ ਪੈਸਾ ਲੱਗਾ ਹੋਇਆ, ਅਸੀਂ ਇਹ ਫੈਸਲਾ ਕੀਤਾ ਵੀ ਭਾਰਤ ਦੇ ਵਿੱਚ ਅਸੀਂ ਰਿਲੀਜ਼ ਨਹੀਂ ਕਰਾਂਗੇ ਤਾਂ ਕਿ ਜਿਨ੍ਹਾਂ ਦੇ ਨੂੰ ਲੱਗਦਾ ਵੀ ਉਹਨਾਂ ਦੇ ਬੜੇ ਜਜ਼ਬੇ ਹਰਟ ਹੋਣਗੇ, ਸਵਾ ਜਜ਼ਬੇ ਹਰਟ ਹੋਣਗੇ। ਲੇਕਿਨ ਇਹਦੇ ਬਾਵਜੂਦ ਉਸ ਨੂੰ ਟ੍ਰੇਟਰ ਦਾ ਲੇਬਲ, ਔਰ ਈਵਨ ਅੱਜ ਮੈਂ ਦੇਖ ਰਿਹਾ ਸੀ ਕਿਰਨਜੋਤ ਕੌਰ ਨੇ ਵੀ ਟਵੀਟ ਕੀਤਾ ਹੋਇਆ ਸੀ। ਉਹਨੇ ਕਿਹਾ ਵੀ ਨਫ਼ਰਤ ਦੀ ਵੀ ਕੋਈ ਹੱਦ ਹੁੰਦੀ ਹੈ। ਉਹਨੇ ਕਿਹਾ ਵੀ ਮੈਂ ਦੇਖਦੀ ਨਹੀਂ ਹੈ ਫਿਲਮਾਂ ਜਾਂ ਦੂਜਾ, ਲੇਕਿਨ ਜਿਹੜਾ ਪਾਕਿਸਤਾਨੀ ਐਕਟਰੈਸ ਦਾ ਉਹਨੇ ਕਿਹਾ ਵੀ ਮੈਂ ਡਰਾਮੇ ਦੇਖਦੀ ਹਾਂ, ਉਹਦੇ 'ਚ ਬਹੁਤ ਅੱਛਾ ਕਿਰਦਾਰ ਹੈ। ਔਰ ਜੇ ਪਹਿਲਾਂ ਦੀ ਇੱਕ ਸਾਈਨ ਕੀਤੀ ਫਿਲਮ ਦੇ ਉੱਤੇ ਹੋ ਗਿਆ ਵੀ ਤੁਹਾਨੂੰ ਈਵਨ ਤੁਹਾਡੇ ਰੰਗ 'ਚ ਰੰਗੇ ਹੋਏ ਉਹ ਸਾਡੇ ਸਿੱਖ ਐਕਟਰ ਵੀ ਚੰਗੇ ਨਹੀਂ ਲੱਗਦੇ, ਤੁਹਾਨੂੰ ਇਹ ਲੱਗਦਾ ਕਿ ਵੀ ਇਹ ਅੱਗੇ ਕਿਉਂ ਵੱਧ ਰਹੇ ਨੇ ਜਾਂ ਇਹਨਾਂ ਨੂੰ ਪਪੂਲੈਰਿਟੀ ਕਿਉਂ ਮਿਲ ਰਹੀ ਹੈ। ਸੋ ਤੁਸੀਂ ਉੱਥੇ ਦੇਖੋ ਵੀ ਕੀ ਇਹਨਾਂ ਦਾ ਐਟੀਟਿਊਡ ਹੈ। ਤੇ ਹੁਣ ਇਹ ਜ਼ੋਰਾਨ ਮਮਦਾਨੀ ਨੂੰ ਲੈ ਕੇ ਕਾਂਗਰਸ ਔਰ ਬੀਜੇਪੀ ਦੋਵੇਂ ਹੀ ਜਿਹੜਾ ਹੈ ਉਹ ਸਪਿਊਇੰਗ ਵੈਨਮ ਹਾਂਜੀ ਜ਼ਹਿਰ ਉਗਲ ਰਹੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤਨੇ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤਪਤ ਕੜਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਭਾਣੇ ਦੀ ਮੂਰਤ, ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਤਿਨਾਂ ਦੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਸਿੱਖ ਸੈਂਟਰ ਆਫ ਨਿਊਯਾਰਕ ਇੰਕ ਗੁਰਦੁਆਰਾ ਸਾਹਿਬ ਫਲਸਿੰਗ ਅਤੇ ਕੁਈਨ ਵਿਲੇਜ ਵੱਲੋਂ ਟਰਾਈ ਸਟੇਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ 28 ਜੂਨ ਦਿਨ ਸ਼ਨਿਚਰਵਾਰ ਨੂੰ ਮਹਾਨ ਨਗਰ ਕੀਰਤਨ ਦੇ ਸਮਾਗਮ ਰੱਖੇ ਗਏ ਹਨ। ਸੋ ਸਮੂਹ ਸਿੱਖ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਇਸ ਨਗਰ ਕੀਰਤਨ ਵਿੱਚ ਕੇਸਰੀ ਤੇ ਨੀਲੀਆਂ ਦਸਤਾਰਾਂ, ਕੇਸਰੀ ਤੇ ਨੀਲੇ ਦੁਪੱਟੇ ਲੈ ਕੇ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਤਪਤ ਕੜਾ ਬੁਝ ਗਿਆ ਗੁਰ ਸੀਤਲ ਨਾਮ ਦਿਓ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਆਉਣ ਵਾਲੇ ਸੈਕਸ਼ਨ ਦੇ ਵਿੱਚ ਕਿ ਪੰਜਾਬ ਅਤੇ ਨਾਲ ਲੱਗਦੀਆਂ ਸਟੇਟਾਂ ਵਿੱਚ NIA ਵੱਲੋਂ 18 ਥਾਵਾਂ ਤੇ ਸਿੱਖ ਘਰਾਂ ਤੇ ਛਾਪੇ ਮਾਰੇ ਗਏ ਨੇ ਔਰ ਇਸ ਨੂੰ ਖਾਲਿਸਤਾਨੀ ਦਹਿਸ਼ਤਗਰਦ ਨੈਟਵਰਕ ਕਹਿ ਕੇ ਜਸਟੀਫਾਈ ਕੀਤਾ ਜਾ ਰਿਹਾ ਹੈ। ਔਰ ਦੂਸਰੇ ਪਾਸੇ ਸੈਂਟਰ ਵੱਲੋਂ ਪੰਜਾਬ ਤੇ ਦਬਾਅ ਬਣਾ ਕੇ SYL ਕਨਾਲ ਬਣਾਉਣ ਵੱਲ ਵੀ ਪੇਸ਼ਕਦਮੀ ਕੀਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਕੁਛ ਵੀਰ ਕਈ ਵਾਰ ਕਹਿਣਗੇ ਕਿ ਤੁਸੀਂ ਪੰਜਾਬ ਦੇ ਹਵਾਲੇ ਨਾਲ ਲੇਟਲੀ ਕੋਈ ਗੱਲ ਨਹੀਂ ਕੀਤੀ ਵੀ ਉੱਥੇ ਕੀ ਚੱਲ ਰਿਹਾ। ਉੱਥੇ ਤਾਂ ਇਹੀ ਚੱਲ ਰਿਹਾ ਕਿ ਵਿਕਰਮ ਮਜੀਠੀਆ ਦੇ ਵਿਜੀਲੈਂਸ ਵਾਲਿਆਂ ਨੇ ਰੇਡ ਕੀਤਾ, 700 ਕਰੋੜ ਮਿਲ ਗਿਆ, ਇਲੀਗਲੀ ਕਿੱਥੋਂ ਲਿਆ, 18 ਫੋਨ ਮਿਲੇ, ਫਲਾਣਾ ਮਿਲਿਆ, ਢਿਮਕਾ ਮਿਲਿਆ। ਉਹ ਵੀ ਪੱਟ ਤੇ ਹੱਥ ਮਾਰ ਕੇ ਕਹਿੰਦਾ ਗਿਣ ਬਦਲੇ ਲਾਉਂ ਹਾਂਜੀ। ਔਰ ਜਿਹੜੇ ਨਿਊਟਰਲ ਜੇ ਕਿਸਮ ਦੇ ਨੇ ਉਹ ਕਹਿੰਦੇ ਨੇ ਕਿ ਵਿਕਰਮ ਮਜੀਠੀਆ ਦੀਆਂ ਕੀਤੀਆਂ ਉਹ ਭੁਗਤ ਰਿਹਾ, ਭਗਵੰਤ ਮਾਨ ਵੀ ਆਪਣੇ ਕੀਤੇ ਭੁਗਤੇਗਾ। ਉਹ ਸਾਰੇ ਫਿਟ ਲਿਸਟ ਹੋਏ ਨੇ ਕਿ ਭਾਈ ਜੋ ਕਿਸਮਤ ਦੇ ਵਿੱਚ ਲਿਖਿਆ ਇਹੀ ਵਿਕਰਮ ਮਜੀਠੀਆ ਕਦੇ ਜਿਹੜਾ ਐਵੇਂ ਜਿਹੜਾ ਉਹ ਹਿੱਕ ਦੇ ਉੱਤੇ ਮਾਰ ਕੇ ਆਪਣਾ ਹੱਥ ਤੇ ਕਹਿੰਦਾ ਸੀ ਵੀ 25 ਸਾਲ ਅਸੀਂ ਰਾਜ ਕਰਾਂਗੇ। ਔਰ ਹਾਰ ਹੁਣ ਇਹ ਹੈ ਵੀ ਈਵਨ ਇਹਨਾਂ ਦਾ ਲੁਧਿਆਣਾ ਵੈਸਟ ਦਾ ਜਿਹੜੀ ਚੋਣ ਹੋਈ ਹੈ ਉਹਦੇ 'ਚ 8000 ਕੇ ਕਿੰਨੀਆਂ ਵੋਟਾਂ ਮਿਲੀਆਂ ਟੋਟਲ, ਜਿਹਦੇ ਥੱਲੇ ਜ਼ਮਾਨਤ ਜ਼ਬਤ ਹੋਈ। ਕਿਉਂਕਿ ਇਹ ਜਦੋਂ ਕੋਈ ਹੰਕਾਰਦਾ ਹੈ, ਕਰਪਟ ਹੁੰਦਾ ਹੈ, ਗੁਰੂ ਵੱਲ ਪਿੱਠ ਕਰਦਾ ਹੈ ਔਰ ਜਿਸ ਕਿਸਮ ਦਾ ਵਰਤਾਰਾ ਇਹਨਾਂ ਨੇ ਈਵਨ ਅਕਾਲ ਤਖਤ ਸਾਹਿਬ ਨੂੰ
ਬਿਲਿਟਲ ਕਰਨ ਲਈ ਕੀਤਾ ਹੈ। ਇਹਨਾਂ ਦਾ ਹਾਲ ਤਾਂ ਇਹੋ ਜਿਹਾ ਹੀ ਹੋਏਗਾ, ਪਰ ਅਸੀਂ ਕੋਈ ਐਂਡੋਰਸ ਵੀ ਨਹੀਂ ਕਰਦੇ ਕਿ ਭਾਈ ਜੋ ਹੋ ਰਿਹਾ ਹੈ ਜਾਂ ਕੀ ਹੈ, ਪਰ ਇਹ ਇੱਕ ਉਸ ਡੈਕਲਾਈਨ ਨੂੰ ਸਾਬਤ ਕਰਦਾ ਹੈ ਕਿ ਵੀ ਕਿਸ ਲੈਵਲ ਦੇ ਬੰਦੇ। ਔਰ ਅੱਜ ਹੀ ਕਿਸੇ ਨਾਲ ਮੇਰੀ ਗੱਲ ਹੋ ਰਹੀ ਸੀ, ਮੈਂ ਕਿਹਾ ਦੇਖੋ ਕਿੱਥੋਂ ਜਾ ਕੇ ਕਿੱਥੇ ਡਿੱਗਦੇ ਨੇ। ਹੁਣ ਇਹ ਜਿਹੜਾ ਮਜੀਠੀਆ ਖਾਨਦਾਨ ਹੈ, ਮਹਾਰਾਜਾ ਰਣਜੀਤ ਸਿੰਘ ਦੇ ਕੋਟ ਸੰਧਾਵਾੜੀਏ ਸਰਦਾਰ, ਮਜੀਠੀਏ ਸਰਦਾਰ, ਇਹ ਵੱਡੇ ਇਹਨਾਂ ਦੇ ਜਿਹੜੇ ਪੁਰਖੇ ਸੀ ਉਹ ਬਹਾਦਰੀ ਲਈ, ਸਿੱਖ ਖਾਲਸਾ ਦਰਬਾਰ ਦੇ ਲਈ ਜਿਹੜੀਆਂ ਉਹਨਾਂ ਦੀ ਵੱਡੀ ਦੇਣ ਸੀ। ਪਰ ਜਦੋਂ ਅੰਗਰੇਜ਼ ਆਏ, ਇਹਨਾਂ ਨੇ ਐਨ ਸਿਰਫ 2 ਦਰਬਾਰੀ ਘਰਾਣੇ ਉਹਨਾਂ ਦੇ ਸਾਹਮਣੇ ਅੜੇ, ਸ਼ਾਮ ਸਿੰਘ ਅਟਾਰੀ ਵਾਲਾ ਤੇ ਹਰੀ ਸਿੰਘ ਨਲੂਏ ਦਾ। ਇਹ ਸਭ ਨੇ ਆਪਣੀਆਂ ਜ਼ਗੀਰਾਂ ਲੈ ਕੇ, ਦੂਜੀਆਂ ਸ਼ੂਗਰ ਮਿਲਸ ਅੰਗਰੇਜ਼ਾਂ ਨੇ ਯੂਪੀ 'ਚ ਦੇ ਦਿੱਤੀਆਂ। ਇਹਨਾਂ ਨੇ ਪੂਰੇ ਦਾ ਪੂਰਾ ਸਰੈਂਡਰ ਕਰਕੇ ਅੰਗਰੇਜ਼ਾਂ ਦੇ ਕੁੱਤੇ ਬਣ ਗਏ। ਫਿਰ ਕਾਂਗਰਸ ਆ ਗਈ। ਕਾਂਗਰਸ ਦੇ ਹੁਣ ਅਦਰਵਾਈਜ਼ 20th ਸੈਂਚੁਰੀ ਬਿਗਨਿੰਗ ਸਰ ਸੁੰਦਰ ਸਿੰਘ ਮਜੀਠੀਆ, ਫਿਰ ਸੁਰਜੀਤ ਸਿੰਘ ਮਜੀਠੀਆ, ਬੜੇ ਹਾਈਲੀ ਐਜੂਕੇਟਡ ਲੋਕ ਔਰ ਨੁਮਾਇੰਦਗੀ ਕਰਨ ਵਾਲੇ, ਚੀਫ ਖਾਲਸਾ ਦੀਵਾਨ ਵਰਗੀ ਸੰਸਥਾ ਨੂੰ ਸਪੋਰਟ ਕਰਨ ਵਾਲੇ, ਚਲੋ ਐਜੂਕੇਸ਼ਨ ਦੂਜੇ ਪਿੰਡ ਦੇ ਵਿੱਚ ਵੀ। ਔਰ ਫਿਰ ਤੁਰਦੇ ਤੁਸੀਂ ਦੇਖੋ ਵੀ ਇਹਨਾਂ ਦੇ ਹਾਲਾਤ ਇਹ ਬਿਕਰਮ ਮਜੀਠੀਏ ਤੱਕ ਪਹੁੰਚ ਗਿਆ ਕਿ ਭਾਈ ਇਹ ਡਰੱਗ ਦੇ ਨਾਲ ਜੋੜ ਕੇ ਔਰ ਕਿਸ ਕਿਸਮ ਦਾ ਪਾਰਟ ਔਰ ਕਿਸ ਕਿਸਮ ਦਾ ਜਿਹੜਾ ਉਹਨਾਂ ਦਾ ਵਰਤਾਰਾ ਹੁੰਦਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਿਸ ਕਿਸਮ ਦੀਆਂ ਬਿਆਨਬਾਜ਼ੀਆਂ ਜਾਂ ਦੂਜਾ, ਔਰ ਰਿਸ਼ਤੇਦਾਰੀਆਂ ਕਿੱਧਰ। ਇਹ ਜਿਹੜੀ ਘਰ ਵਾਲੀ ਹੈ ਇਹਦੀ, ਜਿਹੜੀ MLA ਬਣੀ ਉੱਥੋਂ ਮਜੀਠਾ ਸੀਟ ਤੋਂ, ਉਹ RSS ਵਾਲੇ ਦੀ ਜਿਹੜੀ ਕਜ਼ਨ ਹੈ ਉਹਨਾਂ ਦਾ। ਮਤਲਬ ਕੋਈ ਸਿੱਖੀ ਦੇ ਨਾਲ ਵਾਸਤੇ ਵਾਲੀ ਗੱਲ ਨਹੀਂ ਹੈ, ਲੇਕਿਨ ਜੇ ਕੁੱਲ ਮਿਲਾ ਕੇ ਦੇਖੋਗੇ ਵੀ ਉਲਝਾਟ ਕਾਹਦੇ 'ਚ ਪੈਦਾ ਕੀਤੀ, ਇਹਨਾਂ ਗੱਲਾਂ 'ਚ ਅਸੀਂ ਉਲਝੇ ਹੋਏ ਹਾਂ। ਹੁਣ ਮੈਂ ਕਿਉਂਕਿ ਅੱਜ ਜਦੋਂ ਮੈਂ 2 ਖਬਰਾਂ ਦੇਖੀਆਂ, ਮੈਂ ਕਿਹਾ ਕਿ ਬਈ ਇਹ ਤਾਂ ਹੁਣ ਬਹੁਤਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਲੈ ਕੇ ਜਾ ਕਿੱਧਰ ਨੂੰ ਰਹੇ ਨੇ, ਸੈਂਟਰ ਕਰ ਕੀ। ਇੱਕ ਪਾਸੇ ਤਾਂ ਕੇਜਰੀਵਾਲ ਔਰ ਉਹਦੀ ਦਿੱਲੀ 'ਚ ਹਾਰੀ ਟੀਮ ਬੈਠੀ ਪੰਜਾਬ 'ਚ ਲੁੱਟ ਰਹੀ ਹੈ ਪੂਰੀ ਤਰ੍ਹਾਂ, 10-10 12-12 ਜਿਪਸੀਆਂ, ਸੁਰੱਖਿਆ, ਦੂਜੇ ਤੀਜੇ ਇੱਕ ਸਾਰੇ ਹੀ ਜਿਹੜੇ ਵਰਗ ਹੈ ਨੌਕਰੀਆਂ ਉਹਨਾਂ 'ਚ ਆਪਣੇ ਭਰ ਰਹੇ ਨੇ। ਯੂਪੀ ਬਿਹਾਰ ਦੇ, ਪੰਜਾਬ 'ਚ ਡੈਮੋਗ੍ਰਾਫੀ ਚੇਂਜ ਹੋ ਰਹੀ ਹੈ। ਪਰ ਹੁਣ ਸਿੱਖਾਂ ਨੂੰ ਇਹ ਦੱਸਣ ਲਈ ਵੀ ਕਿ ਬਈ ਭਾਵੇਂ ਬਾਹਰ ਤੁਸੀਂ ਮਮਦਾਨੀ ਨੂੰ ਸਪੋਰਟ ਕਰੋ ਵੀ ਉਹ ਬਣ ਗਿਆ, ਜਾਂ ਤੁਸੀਂ ਕੈਨੇਡਾ 'ਚ ਮੋਦੀ ਨੂੰ ਜਿਹੜਾ ਬੇਇੱਜ਼ਤ ਕਰਕੇ ਤੋਰਿਆ ਜਾਂ ਦੂਜਾ, ਉਹ ਸਾਰੀਆਂ ਗੱਲਾਂ, ਪਰ ਅਸੀਂ ਆਪਣਾ ਦਬਾਅ ਬਣਾ ਕੇ ਹੀ ਰੱਖਦੇ ਹਾਂ। ਔਰ ਇਹ ਖਬਰ ਵੀ ਫਿਰ ਲਾ ਦਿੰਦੇ ਨੇ, ਕਿਉਂਕਿ ਇਕੱਲੀ ਜੇ ਚੁੱਪ ਚਪੀਤੇ ਕਰਨ ਤੇ ਫਿਰ ਉਹਨਾਂ ਨੂੰ ਲੱਗਦਾ ਵੀ ਜਿਹੜਾ ਮਾਸ ਇਫੈਕਟ ਫੀਅਰ ਦਾ ਹੋਣਾ ਹੈ ਉਹ ਨਹੀਂ ਹੁੰਦਾ। NIA ਰੇਡਸ ਇਨ ਪੰਜਾਬ, ਹਰਿਆਣਾ, UP ਟੂ ਪ੍ਰੋਬ ਖਾਲਿਸਤਾਨੀ ਟੈਰਰ ਨੈਟਵਰਕ। ਹੁਣ NIA ਜਿਵੇਂ ਭਾਰਤੀ ਕਨਸਟੀਟਿਊਸ਼ਨ 'ਚ ਲਾ ਐਂਡ ਆਰਡਰ ਸਟੇਟ ਦੀ ਪ੍ਰੋਬਲਮ ਹੈ, ਯਾਨੀ ਸਟੇਟ ਦਾ ਵਿਸ਼ਾ, ਪ੍ਰੋਬਲਮ ਨਹੀਂ ਹੈ, ਸਟੇਟ ਦਾ ਸਬਜੈਕਟ ਹੈ। ਪਰ ਜਦੋਂ ਤੁਸੀਂ ਉਹਨੂੰ ਥ੍ਰੈਟ ਟੂ ਨੈਸ਼ਨਲ ਯੂਨਿਟੀ ਬਣਾ ਦਿੰਦੇ ਹੋ, ਜਿਹਦੇ ਥੱਲੇ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਬਣਾਈ ਹੈ, ਫਿਰ ਜਿੱਥੇ ਮਰਜ਼ੀ ਉਹ ਜਾ ਸਕਦੇ ਨੇ। ਹੁਣ NIA ਨੇ ਪੰਜਾਬ ਦੇ 22 ਕੇ 23 ਜ਼ਿਲ੍ਹੇ ਜਿੰਨੇ ਨੇ ਉਹਨਾਂ ਸਾਰਿਆਂ 'ਚ ਆਪਣੇ ਦਫ਼ਤਰ ਖੋਲ੍ਹੇ ਹੋਏ ਨੇ। ਹੁਣ ਉਹਨਾਂ ਨੂੰ ਪੰਜਾਬ ਦੇ ਵੀ ਕਿਸੇ SP ਜਾਂ ਥਾਣੇਦਾਰ ਨੂੰ ਦੱਸਣ ਦੀ ਲੋੜ ਨਹੀਂ ਵੀ ਕਦੋਂ ਕਿਹਦੇ ਘਰ ਰੇਡ ਕਰਨਾ। ਉਹ NIA ਨੈਸ਼ਨਲ ਦੇ ਜਿਹੜਾ ਇੰਟੈਲੀਜੈਂਸ ਏਜੰਸੀ ਉਹ ਰੇਡ ਕਰਦੇ ਨੇ। ਹੁਣ ਇਹਨਾਂ ਦਾ ਆਪਣਾ ਕਹਿਣਾ ਹੈ ਕਿ NI ਟੀਮ ਨੇ 18 ਥਾਵਾਂ ਦੇ ਉੱਤੇ ਛਾਪੇ ਮਾਰੇ। 3 ਜਿਹੜੀਆਂ ਉੱਤਰੀ ਭਾਰਤ ਦੀਆਂ ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਪੰਜਾਬ ਦੇ ਵਿੱਚ ਸਰਚਿਸ ਵਰ ਕੈਰੀਡ ਆਊਟ ਇਨ ਹੁਸ਼ਿਆਰਪੁਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਜਾ ਰਿਹਾ, ਜਲੰਧਰ, ਗੁਰਦਾਸਪੁਰ, ਤਰਨਤਾਰਨ ਐਂਡ ਮਾਨਸਾ ਡਿਸਟ੍ਰਿਕਟਸ ਇਨ ਹਰਿਆਣਾ। ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਡਿਸਟ੍ਰਿਕਟ ਕੁਰੂਕਸ਼ੇਤਰਾ, ਯਮਨਾ ਨਗਰ, ਕਰਨਾਲ ਤੇ ਅੰਬਾਲਾ। ਔਰ ਇਸੇ ਤਰ੍ਹਾਂ UP ਦੇ ਵਿੱਚ ਅਮਰੋਹਾ ਡਿਸਟ੍ਰਿਕਟ ਦੇ ਵਿੱਚ ਜਿਹੜੀਆਂ ਨੇ ਐਂਟੀ ਟੈਰਰ ਏਜੰਸੀ ਨੇ ਜਿਹੜਾ ਉਹ ਰੇਡ ਕੀਤੇ ਨੇ। ਔਰ ਇਹ ਜਿਹੜੀ ਹੈ ਇਹ ਜਿਹੜਾ ਉਹਨਾਂ ਨੇ ਅਪ੍ਰੈਲ 12 ਤੋਂ ਇਹ ਪ੍ਰੋਬ ਜਿਹੜੀ ਹੈ ਚੱਲ ਰਹੀ ਹੈ। ਔਰ ਇਹਨੂੰ ਕਹਾਣੀ ਨੂੰ ਜੋੜਿਆ ਗਿਆ ਕਿਉਂਕਿ ਇਸ ਕਿਸਮ ਦਾ ਨੈਟਵਰਕ ਦੇ ਨਾਂ ਥੱਲੇ ਹੀ ਤੁਸੀਂ ਕਰ ਸਕਦੇ ਹੋ। ਉਹਨੂੰ ਉਹਨਾਂ ਨੇ ਅਮਰੀਕਾ ਦੇ ਨਾਲ ਜੋੜਿਆ ਕਿਉਂਕਿ ਅਮਰੀਕਾ ਨੂੰ ਵੀ ਇਹ ਦੱਸਣਾ ਹੁਣ 3 ਨਵੰਬਰ ਤੋਂ ਇਸ ਦਾ ਜਿਹੜਾ ਟ੍ਰਾਇਲ ਸ਼ੁਰੂ ਹੋਣ ਜਾ ਰਿਹਾ ਨਿਖਿਲ ਗੁਪਤੇ ਦਾ। ਸੋ ਅਮਰੀਕਾ ਨੂੰ ਇਹ ਦੱਸ ਰਹੇ ਨੇ ਕਿ ਵੀ ਉਹਨਾਂ ਨੇ 18 ਲੋਕੇਸ਼ਨਸ ਦੇ ਉੱਤੇ ਇਸ ਲਈ ਕੀਤੀ। ਇਹ ਜਿਹੜੇ ਨੇ ਬੈਂਡ ਆਊਟਫਿਟ ਬੱਬਰ ਖਾਲਸਾ ਨਾਲ ਸੰਬੰਧਿਤ ਕੁਲਬੀਰ ਸਿੱਧੂ ਔਰ ਅਮਰੀਕਾ ਦੇ ਵਿੱਚ ਇੱਕ ਗੈਂਗਸਟਰ ਹੈ ਮਨੀਸ਼ ਐਲੀਅਸ ਕਾਕਾ ਰਾਣਾ, ਵਿੱਚ ਹਿੰਦੂ ਨਾਂ ਵੀ ਦੇ ਦਿੰਦੇ ਨੇ। ਔਰ ਉਹਨਾਂ ਦੇ ਜਿਹੜੇ ਅੱਗੋਂ ਮੋਡਿਊਲ ਨੇ ਬੇਸਡ ਇਨ ਇੰਡੀਆ ਤੇ ਬਾਕੀ ਮੁਲਕਾਂ ਦੇ ਵਿੱਚ ਉਹਨਾਂ ਨੂੰ ਬੇਨਕਾਬ ਕਰਨ ਦੇ ਲਈ ਇਹ ਕੀਤੇ ਗਏ।
ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਮੇਨ ਬੱਬਰ ਖਾਲਸਾ ਦਾ ਆਪਰੇਟਿਵ ਹੈ ਕੁਲਬੀਰ ਸਿੱਧੂ, ਜੀ ਇਹ ਓਰੀਜਨਲੀ ਯਮੁਨਾਨਗਰ ਤੋਂ ਹੈ, ਹਰਿਆਣਾ ਤੋਂ, ਇਸ ਵੇਲੇ ਜਰਮਨੀ 'ਚ ਰਹਿੰਦਾ ਹੈ ਔਰ ਇਹ ਕੀ ਏਡ ਹੈ ਡੈਜ਼ਿਗਨੇਟਿਡ ਟੈਰਰਿਸਟ ਔਰ BKI ਚੀਫ ਵਧਾਵਾ ਸਿੰਘ ਬੱਬਰ ਦਾ, ਜਿਹੜਾ ਕਿ ਪਾਕਿਸਤਾਨ में। ਹੁਣ ਤੁਸੀਂ ਦੇਖੋ ਕਿੱਧਰੋਂ ਕਿੱਧਰ ਜੋੜ ਰਹੇ ਨੇ, ਜੇ ਉੱਥੇ ਨਾ ਕੋਈ ਐਕਟੀਵਿਟੀ, ਨਾ ਲੈਣਾ ਨਾ ਦੇਣਾ। ਵਧਾਵਾ ਸਿੰਘ ਵਿਚਾਰੇ ਵੈਸੇ ਹੀ ਹੁਣ ਬਜ਼ੁਰਗ ਉਮਰ 'ਚ ਨੇ। ਫਿਰ ਉਹਨਾਂ ਨੇ ਕਿਹਾ ਵੀ ਇਹ NIA ਨੇ ਸਿੱਧੂ ਦੇ ਖਿਲਾਫ ਵਿਸ਼ਵ ਹਿੰਦੂ ਪਰਿਸ਼ਦ ਦੇ ਲੀਡਰ ਵਿਕਾਸ ਪ੍ਰਭਾਕਰ, ਜਿਹੜਾ ਨੰਗਲ ਦੇ ਵਿੱਚ ਮਾਰਿਆ ਗਿਆ ਸੀ 2024 'ਚ, ਉਸ ਦਾ ਵੀ ਉਹ ਦੋਸ਼ੀ ਹੈ। ਔਰ ਇਸ ਤਰ੍ਹਾਂ ਉਹਨਾਂ ਨੇ ਜਿਹੜੀ ਇਨਵੈਸਟੀਗੇਸ਼ਨ ਕਿਹਾ ਵੀ ਅਸੀਂ ਜਿਹੜਾ ਹੈ ਉਹ ਮਨਮੋਹਨ ਕਾਲੀਏ ਦੇ ਮੁੰਡੇ ਦੇ ਘਰ ਦੇ ਉੱਤੇ ਵੀ ਹੈਂਡ ਗ੍ਰਨੇਡ ਦਾ ਹਮਲਾ ਹੋਇਆ ਸੀ ਔਰ ਉਹਨਾਂ ਤੋਂ ਜਿਹੜਾ ਅਸੀਂ ਹੁਣੇ ਜਿਹੜੇ ਰੀਡ ਕੀਤੇ ਨੇ ਉਹਦੇ ਚੋਂ extensive searches were also conducted in ਅਮਲੋਹਾ ਔਰ ਇਹ ਬਹੁਤ ਚੀਜ਼ਾਂ ਉਹਨਾਂ ਤੋਂ ਬਰਾਮਦ ਹੋਈਆਂ। ਸੋ ਇਹ ਇੱਕ ਪਾਰਟ ਤਾਂ ਉਹਨਾਂ ਨੇ ਕੱਲਾ ਪੰਜਾਬ ਨਹੀਂ, ਹਰਿਆਣਾ ਔਰ UP 'ਚ ਵੀ ਜਿਹੜੇ ਮਾੜੇ ਮੋਟੇ ਸਿੱਖੀ ਬਾਣੇ ਜਾਂ ਕੌਮ ਦੀ ਗੱਲ ਕਰਨ ਵਾਲੇ ਹੋਣਗੇ ਉਹਨਾਂ ਨੇ ਕੁਛ ਨਾ ਕੁਛ ਕੇਸ ਸੁਲਝਾ ਲੈਣੇ। ਤੇ ਦੂਸਰਾ ਪਾਸਾ ਜਦੋਂ ਅਸੀਂ ਕਹਿੰਦੇ ਹਾਂ ਵੀ SYL ਕਨਾਲ ਦੇ ਮੁੱਦੇ ਤੇ ਇਹ ਜਿਹੜਾ ਭਗਵੰਤ ਮਾਨ, ਜਿਹੜਾ ਬਿਲਕੁਲ ਹੀ ਜਿਹਨੇ ਅਮਿਤ ਸ਼ਾਹ ਅੱਗੇ ਵੀ ਸਰੈਂਡਰ ਕੀਤਾ ਹੋਇਆ ਤੇ ਕੇਜਰੀਵਾਲ ਅੱਗੇ ਵੀ, ਤੇ ਵਧੀਆ ਸ਼ਰਾਬ ਪੀਣ ਤੱਕ ਹੀ ਉਸ ਦਾ ਸਰੋਕਾਰ ਹੈ। ਸੈਂਟਰ ਰਾਈਟਸ ਟੂ ਪੰਜਾਬ ਹਰਿਆਣਾ CM ਫॉर ਜੁਲਾਈ ਟਾਕਸ ਟੂ ਐਂਡ SYL ਡਿਸਪਿਊਟ, ਕਿ ਜੀ ਸੈਂਟਰ ਨੇ ਦੋਨਾਂ ਸਰਕਾਰਾਂ ਨੂੰ ਕਿਹਾ ਕਿ ਜੀ ਜੁਲਾਈ 'ਚ ਦੱਸੋ ਤੁਹਾਨੂੰ ਕਿਹੜਾ ਟਾਈਮ ਸੂਟ ਕਰਦਾ, ਅਸੀਂ ਤੁਹਾਡੀ ਗੱਲਬਾਤ ਕਰਾ ਕੇ ਜਿਹੜਾ SYL ਕਨਾਲ ਇਸ਼ੂ ਨੂੰ ਰਿਜ਼ੋਲਵ ਕਰਨਾ ਚਾਹੁੰਦੇ। ਰਿਜ਼ੋਲਵ ਦਾ ਕੀ ਮਤਲਬ ਹੈ ਕਿ ਭਾਈ ਪੰਜਾਬ ਦਾ ਪਾਣੀ ਸਤਲੁਜ ਯਮੁਨਾ ਲਿੰਕ ਰਾਹੀਂ ਹਰਿਆਣੇ ਨੂੰ ਦਿੱਤਾ, ਇਹ ਰਿਜ਼ੋਲਵ। ਅਦਰਵਾਈਜ਼ ਤਾਂ ਨਾ ਰਾਈਪੇਰੀਅਨ ਸਟੇਟ ਹੈ ਹਰਿਆਣਾ, ਨਾ ਪੰਜਾਬ ਦੇ ਕੋਲ ਆਪਣਾ ਪਾਣੀ ਮਹਿਫੂਜ਼ ਜਿਹੜਾ ਈਵਨ ਪੂਰਾ ਵੀ ਹੁੰਦਾ, ਰਾਦਰ ਪੰਜਾਬ ਵਾਟਰ ਡੈਫਿਸਿਟ ਹੈ। ਪਰ ਇਸ ਸਾਰੇ ਦੇ ਉੱਤੇ ਚੱਲਦੇ ਆ ਸੈਂਟਰ ਜਿਹੜਾ, ਕਿਉਂਕਿ ਉਹਨਾਂ ਨੇ ਟਾਈਮਿੰਗ ਇਹ ਦੇਖੀ ਹੈ ਕਿ ਭਾਈ ਇਸ ਵੇਲੇ ਭਗਵੰਤ ਮਾਨ ਵਲਨਰੇਬਲ ਹੈ ਪੂਰੀ ਤਰ੍ਹਾਂ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖ ਸਕਦੇ ਹਾਂ ਵੀ ਇਹਨਾਂ ਦੇ ਲਈ ਕੋਈ ਵੀ, ਔਰ ਕੇਜਰੀਵਾਲ ਤਾਂ ਆਲਰੇਡੀ ਹਰਿਆਣਵੀ ਬੈਠਾ ਉੱਥੇ ਆ ਕੇ, ਉਹ ਤਾਂ ਹਮੇਸ਼ਾ ਹੀ ਕਹਿੰਦਾ ਵੀ ਪਾਣੀ ਸਾਰੇ ਦੇਸ਼ ਦੀ ਪ੍ਰਾਪਰਟੀ ਹੈ, ਇਹਦੇ 'ਚ ਕਿਸੇ ਸਟੇਟ ਦਾ ਕੋਈ ਲਾਗਾ ਦੇਗਾ ਨਹੀਂ ਹੋਣਾ ਚਾਹੀਦਾ। ਸੋ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ SYL ਦੇ ਉੱਤੇ ਵੀ ਸੈਲ ਆਊਟ ਹੋਏਗਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਨੇ। ਨਿਹੰਗ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਵਿੰਦਰ ਸਿੰਘ, ਧਰਮ ਸਿੰਘ, ਜਗਤਾਰ ਸਿੰਘ ਗੋਲਡੀ ਐਂਡ ਸੋਇਨ ਮਾਇਲ ਜੀ ਵੀ ਔਰ ਸਿੰਪਲ ਗਾਰਡਨਿੰਗ ਵਿਦ ਰਿਜ਼ਲਟਸ ਜੀ ਉਹ ਵੀ ਫਤਿਹ ਬੁਲਾਉਂਦੇ ਨੇ ਔਰ ਗੁਰਜੀਤ ਸਿੱਧੂ ਜੀ ਵੀ ਔਰ ਫਿਰ ਇਸੇ ਤਰ੍ਹਾਂ ਹਾਂਜੀ ਸਿੰਪਲ ਗਾਰਡਨਿੰਗ ਵਿਦ ਰਿਜ਼ਲਟਸ ਕਹਿੰਦੇ ਨੇ ਕਿ ਡਾਕਟਰ ਸਾਹਿਬ ਐਂਡ ਬੇਟਾ ਨੀਲਮ ਜੀ whenever you both are missed from the program mind goes into shocks but in no time Gurbani says there is a concept of ਚੜ੍ਹਦੀ ਕਲਾ no sorrows so nice thank you so much ਬਹੁਤ ਸ਼ੁਕਰੀਆ। ਤੇ ਅਸੀਂ ਇਹ ਵੀ ਦੱਸ ਦਈਏ ਵੀ ਇਸ ਵੀਕਐਂਡ ਸਾਡਾ ਟੋਰਾਂਟੋ ਦਾ ਪ੍ਰੋਗਰਾਮ ਹੈ, ਸੋ ਇਹ ਫੇਰ ਨਾ ਮਿਸ ਕਰਿਓ ਕਿਉਂਕਿ ਇਹ ਵੀ ਸੰਗਤ ਦੇ ਨਾਲ ਸਾਂਝਾਂ ਜ਼ਰੂਰੀ ਨੇ ਔਰ ਫਿਰ ਵੀ ਜਿਵੇਂ ਤੁਸੀਂ ਪਿਆਰ ਭਰਿਆ ਮੈਸੇਜ ਦਿੱਤਾ ਹੈ ਸਾਨੂੰ ਇਸ ਦੇ ਉੱਤੇ ਮਾਣ ਵੀ ਹੁੰਦਾ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਕਰਦੇ ਹੋ। ਬਿਲਕੁਲ ਔਰ ਜਤਿੰਦਰ ਸਿੰਘ ਜੀ ਵੀ ਔਰ ਫਿਰ ਇਸੇ ਤਰ੍ਹਾਂ ਅਮਨ ਸਿੰਘ ਖਾਲਸਾ ਜੀ ਵੀ, ਪਾਲ ਸਿੰਘ ਜੀ ਵੀ ਔਰ ਨਵਰੂਪ ਸਿੰਘ ਜੀ ਵੀ ਫਿਰ ਇਸੇ ਤਰ੍ਹਾਂ ਇੱਕ ਮਿੰਟ ਹਾਂਜੀ ਅਬਦੁਲ ਵਾਹਿਦ ਜੀ ਵੀ ਇਹ ਕਹਿੰਦੇ ਡਾਕਟਰ ਸਾਹਿਬ ਜਬ ਕਹਿੰਦੇ ਹਾਂ ਕਹਿੰਦੇ ਨੇ ਕਿ ਜਦੋਂ ਕਿਸੇ ਕੋਲੋਂ ਕੋਈ ਚੀਜ਼ ਲੈਣੀ ਹੁੰਦੀ ਹੈ ਤਾਂ ਉਸ ਨੂੰ ਠੋਕ ਵਜਾ ਕੇ ਲਈਦੀ ਹੈ। ਇਸੇ ਤਰ੍ਹਾਂ ਖਾਲਿਸਤਾਨ ਲਈ ਕਹਿੰਦੇ ਜਿਹੜੇ ਸਿੱਖਾਂ ਨੂੰ ਉਹਨਾਂ ਨਾਲ ਜਿਹੜਾ ਬਿਹੇਵ ਹੈ ਉਹ ਇਸ ਤਰ੍ਹਾਂ ਹੀ ਕੀਤਾ ਜਾ ਰਿਹਾ ਹੈ। ਔਰ ਫਿਰ ਹਾਂਜੀ MR ਲੇਮੈਨ ਕਹਿੰਦੇ ਗੋਡ ਬਲੈਸ ਯੂ ਔਰ ਬਿਲਹਾਲ ਅਹਿਮਦ ਜੀ ਕਹਿੰਦੇ ਨੇ ਕਿ ਹੈਲੋ ਡਾਕਟਰ ਸਾਹਿਬ ਭੈਣ ਨੀਲਮ ਕੌਰ ਜੀ ਐਂਡ ਯੂਅਰ ਟੀਮ ਟੂਡੇ ਇਜ਼ ਫਰਾਈਡੇ ਸੋ ਜੁਮਾ ਮੁਬਾਰਕ ਐਂਡ ਨੇ ਇਸਲਾਮਿਕ ਈਅਰ ਮੁਬਾਰਕ। ਹਾਂਜੀ ਨਵੇਂ ਸਾਲ ਦੀਆਂ ਵਧਾਈਆਂ ਤੇ ਜੁਮਾ ਮੁਬਾਰਕ ਬਹੁਤ ਮੁਬਾਰਕ ਜੁਮਾ ਵੀ ਔਰ ਇਸਲਾਮਿਕ ਸਾਲ ਵੀ। ਹਾਂਜੀ ਔਰ ਇਸੇ ਤਰ੍ਹਾਂ ਸਿੰਘ ਗੱਚਾ ਜੀ ਵੀ ਫਿਰ ਬਿਲਾਲ ਜੀ ਕਹਿੰਦੇ ਨੇ ਕਿ ਡਾਕटर साहब अगर अब इंडिया पाकिस्तान में जंग हुई तो इंडिया के हाथ से कश्मीर लूज हो जाएगा और सैचियन और लद्दाख पर चाइना और पाकिस्तान ने वो काम किया कि वक्त आएगा तो इंडिया को लग पता जाएगा।
ਨਹੀਂ ਇੰਡੀਆ ਆਪਣਾ ਮੇਰਾ ਖਿਆਲ ਹੈ ਵੀ ਇਹਨਾਂ ਦਾ ਆਪਣਾ ਹੀ ਸ਼ਲੋਕ ਹੈ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਕਿ ਜਦੋਂ ਬੰਦੇ ਦੀ ਤਬਾਹੀ ਆਉਂਦੀ ਹੈ ਉਹਦੀ ਅਕਲ ਪੁੱਠੀ ਹੋ ਜਾਂਦੀ ਹੈ। ਸੋ ਮੈਨੂੰ ਲੱਗਦਾ ਵੀ ਇਹਨਾਂ ਦਾ ਵਿਨਾਸ਼, ਇਹਨਾਂ ਦੀ ਤਬਾਹੀ, ਉਸ ਦੇ ਲਈ ਇਹ ਖੁਦ ਹੀ ਜਿਹੜਾ ਹੈ ਉਹ ਚਾਂਬਲ ਰਹੇ ਨੇ ਵੀ ਸਾਨੂੰ ਤਬਾਹ ਕਰੋ। ਕਮਲਜੀਤ ਸਿੰਘ ਜੀ ਕਹਿੰਦੇ ਨੇ ਇਫ देयर ਵਾਜ਼ ਏ ਗੁਜਰਾਤੀ ਹਿੰਦੂ ਵਨ ਇਨ ਨਿਊਯਾਰਕ ਦੈਨ ਦੇ ਵੁੱਡ ਡਿਕਲੇਅਰ ਹੌਲੀਡੇ ਇਨ ਗੁਜਰਾਤ। ਬਿਲਕੁਲ ਬਿਲਕੁਲ ਠੀਕ ਹੈ। ਖਾਨ ਬਨਾਰਸ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ। ਲੁੱਪਾ ਜੀ ਕਹਿੰਦੇ ਨੇ ਕਿ ਮੈਨੂੰ ਨਹੀਂ ਲੱਗਦਾ ਕਿ ਸੋਵਰਨ ਪੈਲਸਤੀਨ ਬਣ ਜਾਊ। ਹੁਣ ਲੋਕਾਂ ਨੇ ਇੰਟਰਨੈਸ਼ਨਲ ਲੀਡਰਸ਼ਿਪ ਔਰ ਬਾਡੀਜ਼ ਨੂੰ ਦੇਖ ਲਿਆ, ਕਿੰਨੇ ਵੀ ਮਾਰ ਦਿਓ ਕੋਈ ਨਹੀਂ ਪੁੱਛਦਾ, ਸਵਾਏ ਬੰਬ ਸੁੱਟਣ ਵਾਲੇ ਜੀ ਹਜ਼ੂਰੀ ਵਿੱਚ ਲੱਗ ਜਾਂਦੇ ਨੇ। ਦੇਖੋ ਇਹ ਤੁਸੀਂ ਗਲਤ ਨਹੀਂ ਕਹਿ ਰਹੇ, ਪਰ ਇਹ ਵੀ ਇੱਕ ਹਕੀਕਤ ਹੈ ਕਿ ਜਦੋਂ ਤੱਕ ਫਲਸਤੀਨ ਦਾ ਇਸ਼ੂ ਜਿਹੜਾ ਕਿਸੇ ਕੰਢੇ ਨਹੀਂ ਲੱਗਦਾ, ਨਾ ਮਿਡਲ ਈਸਟ 'ਚ ਨਾ ਐਕਸਟੈਂਡਡ ਮਿਡਲ ਈਸਟ 'ਚ, ਇਸ 'ਚ ਹੁਣ ਸਾਊਥ ਏਸ਼ੀਆ ਵੀ ਸ਼ਾਮਲ ਹੈ ਔਰ ਈਵਨ ਯੂਰਪ ਵੀ ਉਹਦੇ 'ਚ ਘੜੀਸਿਆ ਜਾਏਗਾ, ਫਿਰ ਕਦੇ ਵੀ ਅਮਨ ਉਸ ਖਿੱਤੇ 'ਚ ਨਹੀਂ ਹੋਏਗਾ। ਔਰ ਖ਼ਾਸ ਤੌਰ 'ਤੇ ਹੁਣ ਜੋ ਈਰਾਨ ਜਿਹੜਾ ਕਿ ਉਸ ਨਿਊਕਲੀਅਰ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਨੂੰ ਉਹਨੇ ਸਸਪੈਂਡ ਕਰ ਦਿੱਤਾ ਹੈ, ਹੁਣ ਈਰਾਨ ਸਰਟਨਲੀ ਨਿਊਕਲੀਅਰ ਵੈਪਨ ਬਣਾਏਗਾ ਔਰ ਇਹ ਫਿਰ ਫਰਦਰ ਤਬਾਹੀ ਦਾ ਰਾਹ ਹੋਰ ਪੱਧਰਾ ਹੁੰਦਾ ਜਾ ਰਿਹਾ। ਸੁਰਜੀਤ ਕੌਰ ਜੀ ਵੀ, ਨਿਹੰਗ ਸਿੰਘ ਜੀ ਵੀ, ਹਰਦੀਪ ਸਿੰਘ ਜੀ ਵੀ, ਫਿਰ ਇਸ ਤਰ੍ਹਾਂ H&H ਸਿਬਲਿੰਗ ਰੀਨਿਊ ਜੀ ਵੀ, ਔਰ ਇਸੇ ਤਰ੍ਹਾਂ ਫਿਰ ਬਿਲਹਾਲ ਅਹਿਮਦ ਜੀ ਕਹਿੰਦੇ ਨੇ F-35 एयरक्राफ्ट पाकिस्तान को फरवरी 2026 में मिल जाएंगे। और इंद्रजीत सिंह संधू जी भी, और फिर विलियम जी लॉन्ग लिव खालिस्तान कहते हैं। बलाल जी कहते हैं डॉक्टर साहब इंडिया का मोदी की सूरत में कर्मा कल पता नहीं की कहते ने। और फिर इसी तरह अमरजीत सिंह सैनी जी भी सानू फतेह बुलाते ने। कर्मा फिलासफी इन्हां दी अपनी है। हाँ जी, एज यू सो सो शैल यू रीप। बिल्कुल। फिर बलाल जी कहते हैं कि डॉक्टर साहब न्यूज़ चल रही है आने वाले 1-2 दिन में इजराइल और गजा दरमियान की कहते सीज फायर होने वाले हैं। क्या हमास को ख़त्म करके गजा का मसला हल हो जाएगा? नहीं, ना ही मेरा ख्याल है भी ईरान स्ट्रोंगर हो के निकले है। रादर ये मौका है कि जे अरब मुल्क जिन्हें पॉसिबिलिटी नहीं है थोड़ी जी जी है वो कणी दिखाण और ट्रंप के उत्ते, क्योंकि ट्रंप खिजिया भी होया इजराइल तो उन्होंने अपनी पॉपुलैरिटी भी लूज हो रही है। सो ये मौका भी है जिस फलस्तीनिया का कोई हल भी निकल सकता है। अदरवाइज तो फिर ये रिजॉल्व होना नहीं है उस खिते का अमन जदों तक फलस्तीनिया दे नाल कोई प्रॉपर उन्होंने ऑनरेबल प्लेस नहीं मिलता स्टेट के तौर पर। जी डॉक्टर साहब तुहाडा बहुत बहुत शुक्रिया। सो अपने व्यूज़ को लेने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@tv84.tv ते असीं अपना प्रोग्राम लैके फिर दोबारा तुहाडे रूबरू होवांगे। तद तक लई मैनूं ते अपना दसना आ गया। दो देखते रहो TV84 बुला दिओ फतेह। वाहिगुरू जी का खालसा वाहिगुरू जी की फतेह। रब राखा।